ਜਿਹੜੇ ਐਨਆਰਆਈ ਭਰਾ ਨੇ ਸਾਡੇ ਉਹ ਇੱਥੇ ਰਿਟਰਨਾਂ ਨਹੀਂ ਭਰਦੇ। ਗਵਰਨਮੈਂਟ ਨੂੰ ਟੈਕਸ ਲਾਸ ਹੁੰਦਾ, ਇਲੀਗਲ ਮਨੀ ਟ੍ਰਾਂਸਫਰ ਕਰਾਉਣਾ ਜੀ, ਆਮ ਲੋਕੀ ਹਵਾਲਾ ਕਹਿੰਦੇ ਨੇ। ਇਹ ਬਹੁਤ ਹੀ ਗਲਤ ਹੈ, ਕ੍ਰਾਈਮ ਹੈ, ਕੰਟਰਾਵੈਂਸ਼ਨ ਆਫ ਫੈਮਾ ਐਕਟ ਹੈਗਾ, ਜਿਹਦੇ ਵਿੱਚ ਬੰਦਾ ਇੱਕ ਵਾਰੀ ਫਸ ਜਾਂਦਾ ਤੇ ਉਹਦੇ ਵਾਸਤੇ ਛੁੱਟਣਾ ਬਹੁਤ ਔਖਾ ਹੁੰਦਾ। ਫੈਮਾ ਦੇ ਵਿੱਚ ਜਿਹੜੀ ਪੈਨਲਟੀ ਲੱਗਦੀ ਹੈ ਨਾ 5 ਟਾਈਮਸ ਆਫ ਦਾ ਅਮਾਉਂਟ ਇਨਵੋਲਵ। ਜਿਹੜਾ ਬੰਦਾ ਵਰਕ ਪਰਮਿਟ ਦੇ ਉੱਤੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਐਸ, ਯੂਕੇ ਕਿਤੇ ਵੀ ਗਿਆ, ਬਿਲਕੁਲ ਉਹ ਆਪਣਾ ਸਧਾਰਨ ਅਕਾਊਂਟ, ਸੇਵਿੰਗ ਅਕਾਊਂਟ ਨਹੀਂ ਰੱਖ ਸਕਦਾ ਕਾਨੂੰਨਨ ਜੀ। ਫੈਮਾ ਦੇ ਵਿੱਚ ਉਹਦੀ ਵਾਇਲੇਸ਼ਨ ਹੈ, ਵਾਇਓਲੇਸ਼ਨ ਹੈਗੀ ਹੈ, ਚਾਹੇ ਕੋਈ ਤੁਹਾਨੂੰ ਰੋਕਦਾ ਚਾਹੇ ਨਹੀਂ ਰੁਕੋ। ਅੱਜ ਕੱਲ ਤੇ ਈਡੀ ਸਿਰਫ ਪੋਲੀਟੀਸ਼ੀਅਨ ਜਾਂ ਅਫਸਰਾਂ ਵਾਸਤੇ ਵੇ, ਉਦੋਂ ਈਡੀ ਇਸ ਰੂਟ ਲੈਵਲ ਤੇ ਚੱਲਦੀ ਸੀਗੀ। ਜਿੰਨਾ ਪੈਸਾ ਬਾਹਰੋਂ ਆਉਂਦਾ ਸੀਗਾ ਉਹ ਅਗਰ ਇੱਕ ਵੀ ਤੁਹਾਡਾ ਕੋਰੀਅਰ ਪਕੜਿਆ ਗਿਆ ਉਹਨੇ ਸਾਰਾ ਕੁਝ ਬਕ ਦੇਣਾ ਸੀ ਜੀ, ਮੈਂ ਐਸ ਘਰ 'ਚ ਪੈਸੇ ਵੰਡ ਕੇ ਆਇਆ। ਇਹਦਾ ਮਤਲਬ ਹੈ ਕਿ ਬਿਲਕੁਲ ਇਹ ਕੰਮ ਨਹੀਂ ਕਰਨਾ ਚਾਹੀਦਾ। ਇਹ ਕੰਮ ਕਿਸੇ ਕੀਮਤ ਤੇ ਵੀ ਨਾ ਕਰੋ ਜੀ। ਬੈਂਕ ਦੇ ਵਿੱਚ ਪੈਸੇ ਭੇਜੋ, ਛੋਟੀਆਂ ਜਿਹੜੀਆਂ ਰਿਕੁਆਇਰਮੈਂਟ ਉਹਨਾਂ ਵਾਸਤੇ ਵੈਸਟਰਨ ਯੂਨੀਅਨ ਹੈਗੇ ਜੀ। ਉਹ ਟ੍ਰੈਂਡ ਸੀ ਪਿਛਲਾ, ਜਦੋਂ ਇੱਥੇ ਜ਼ਮੀਨਾਂ ਆਪਾਂ ਖਰੀਦਦੇ ਸੀ। ਹੁਣ ਤਾਂ ਕੰਮ ਹੀ ਦੂਜਾ ਹੋ ਗਿਆ। ਹੁਣ ਤਾਂ ਆਪਾਂ ਇੱਥੋਂ ਜ਼ਮੀਨਾਂ ਵੇਚਦੇ ਆ ਕਿ ਭਾਈ ਉੱਥੇ ਘਰ ਦੀਆਂ ਕਿਸ਼ਤਾਂ ਲਾ ਦਈਏ ਤੇ ਪਤਾ ਨਹੀਂ ਕਿਹਨੇ ਦੱਬ ਲੈਣੀਆਂ। ਫੈਮਾ ਦੀ ਰਿਕੁਆਇਰਮੈਂਟ ਹੈ ਵੀ ਜਦੋਂ ਤੁਸੀਂ ਨਾਨ ਰੈਜ਼ੀਡੈਂਟ ਬਣ ਜਾਂਦੇ ਹੋ, ਤੁਹਾਡਾ ਇੱਥੇ ਆਰਡੀਨਰੀ ਅਕਾਊਂਟ ਨਹੀਂ ਹੋਣਾ ਚਾਹੀਦਾ। ਕੀ ਜਿਹੜਾ ਬੰਦਾ ਐਨਆਰਆਈ ਆ, ਵਿਦੇਸ਼ 'ਚ ਰਹਿੰਦਾ, ਉਹਨੂੰ ਭਾਰਤ ਦੇ ਵਿੱਚ ਜੇ ਕਿਸੇ ਵੀ ਕਿਸਮ ਦਾ ਟੈਕਸ ਭਰਨਾ ਜ਼ਰੂਰੀ ਹੈ? ਪਿੰਡਾਂ ਵਾਲੇ ਜਿਹੜੇ ਜਿੱਦਾਂ ਅਸੀਂ ਕਹਿਤਾ ਵੀ ਖਾਲੀ ਐਗਰੀਕਲਚਰ ਇਨਕਮ ਹੈ ਤਾਂ ਨਹੀਂ ਭਰਦੇ, ਉਹਨਾਂ ਨੂੰ ਕੋਈ ਏਡੀ ਵੱਡੀ ਪ੍ਰੋਬਲਮ ਵੀ ਨਹੀਂ ਆਉਂਦੀ ਕਿਉਂਕਿ ਹੋਰ ਸੋਰਸ ਕੋਈ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਪ੍ਰਵਾਸੀਆਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ। ਹਾਂ, ਜਦੋਂ ਪ੍ਰਵਾਸੀ ਏਅਰਪੋਰਟ ਤੋਂ ਉਤਰਦੇ ਆ ਤੇ ਉਹਨਾਂ ਦੇ ਚਮਕਦੇ ਕੱਪੜੇ, ਗਹਿਣਾ ਗੱਟਾ ਵੀ ਸੁੱਖ ਨਾਲ ਖੂਬ ਹੁੰਦਾ ਤੇ ਇਹਦੇ ਤੋਂ ਇਲਾਵਾ ਟੈਚੀ ਹੁੰਦੇ ਦੋ ਵੱਡੇ ਵੱਡੇ, ਉਦੋਂ ਬਹੁਤ ਸਾਰੀਆਂ ਚੀਜ਼ਾਂ ਸੁਨੱਖੀਆਂ ਜਿਹੀਆਂ ਲੱਗਦੀਆਂ ਕਿ ਭਾਈ ਬੰਦੇ ਵਧੀਆ ਦੇਸ਼ ਦੇ ਵਿੱਚ ਬੈਠੇ ਨੇ, ਐਨ ਆਨੰਦ ਕਰਦੇ ਆ, ਉੱਥੇ ਘਰ ਲੈ ਲੈਂਦੇ, ਫਿਰ ਇੱਥੇ ਟੈਲੀਫੋਨ ਕਰਦੇ ਆ। ਪਰ ਉਹਨਾਂ ਦੀਆਂ ਵੀ ਸਮੱਸਿਆਵਾਂ ਹੁੰਦੀਆਂ ਤੇ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ। ਗੁੰਝਲਾਂ ਨੇ ਇੱਕ ਦੂਜੇ ਤੋਂ ਪੁੱਛ ਕੇ ਕਿ ਭਾਈ ਜਿਹੜਾ 10 ਸਾਲ ਪਹਿਲਾਂ ਆਇਆ ਉਹਨੂੰ ਟੈਲੀਫੋਨ ਕਰੀਦਾ ਕਿ ਉਹਦੇ ਕੋਲ ਵੱਧ ਤਜਰਬਾ ਹੋਣਾ, ਹੁਣ ਪਤਾ ਨਹੀਂ ਉਹਨੇ ਸਹੀ ਦੱਸਣਾ, ਉਹਦੀ ਆਪਣੀ ਕੈਪੈਸਿਟੀ ਹੋਣੀ ਕਿ ਨਹੀਂ ਹੋਣੀ। ਅੱਜ ਐਨਆਰਆਈਜ਼ ਦੀਆਂ, ਪ੍ਰਵਾਸੀ ਪੰਜਾਬੀਆਂ, ਪ੍ਰਵਾਸੀ ਭਾਰਤੀਆਂ ਦੀਆਂ, ਚਾਹੇ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਰਹਿੰਦੇ ਹੋ, ਅਸੀਂ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਅੱਧੀਆਂ ਤੋਂ ਵੱਧ ਸਮੱਸਿਆਵਾਂ ਦੇ ਤੁਹਾਨੂੰ ਹੱਲ ਲੱਭਣਗੇ, ਕਿਉਂਕਿ ਤੁਹਾਡੇ ਟੈਲੀਫੋਨ ਆਉਂਦੇ ਆ, ਤੁਹਾਡੀਆਂ ਈਮੇਲਸ ਆਉਂਦੀਆਂ, ਸਾਨੂੰ ਗਿਆਨ ਉਹਨਾਂ ਕੀ ਹੁੰਦਾ, ਘੜਾ ਤਾਂ ਸਾਡਾ ਵੀ ਥੋੜਾ ਕੀ ਭਰਿਆ ਭਾਈ ਗਿਆਨ ਨਾਲ। ਤੇ ਇਸੇ ਕਰਕੇ ਐਡਵੋਕੇਟ ਦਲਜੀਤ ਸਿੰਘ ਛਾਬੜਾ ਸਾਹਿਬ ਨੂੰ ਅੱਜ ਅਸੀਂ ਹਾਕ ਮਾਰੀ ਕਿ ਛਾਬੜਾ ਸਾਹਿਬ ਤੁਸੀਂ ਆਓ, ਸਾਡੇ ਵੱਸੋਂ ਗੱਲ ਬਾਹਰ ਹੈ, ਤੁਸੀਂ ਕਰੋ ਹੱਲ। ਛਾਬੜਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਛਾਬੜਾ ਸਾਹਿਬ, ਸਭ ਤੋਂ ਪਹਿਲਾਂ ਤਾਂ ਇੱਕ ਸਵਾਲ ਜਿਹੜਾ, ਕਿਉਂਕਿ ਵਿਜ਼ਟਰ ਚਲੇ ਗਏ, ਪੜ੍ਹਾਈ ਲਈ ਚਲੇ ਗਏ, ਕੋਈ ਵਰਕ ਪਰਮਿਟ ਤੇ, ਐਨਆਰਆਈ ਕੌਣ ਹੈ, ਉਹਦੇ ਅਧਿਕਾਰ ਕੀ ਨੇ, ਉਹਦੀਆਂ ਸ਼ਰਤਾਂ ਕੀ ਨੇ, ਸਮਾਵਾਂ ਕੀ ਨੇ, ਉਹ ਤੋਂ ਬਾਅਦ ਦੀ ਗੱਲ। ਪਰ ਪਹਿਲਾਂ ਐਨਆਰਆਈ ਕੌਣ ਹੈ ਉਹ ਕਲੀਅਰ ਕਰ ਦਿਓ, ਜਿਹਦੇ ਨਾਲ ਕਿ ਸਾਨੂੰ ਪਤਾ ਲੱਗ ਜਾਏ ਅਸੀਂ ਕਿਹੜੇ ਗਰੁੱਪ 'ਚ ਆਉਂਦੇ ਹਾਂ। ਬਟ ਸਾਹਿਬ, ਐਨਆਰਆਈ ਮੀਨ ਨਾਨ ਰੈਜ਼ੀਡੈਂਟ ਇੰਡੀਅਨ ਜੀ। ਦੈਟ ਮੀਨ ਅਸੀਂ ਰਿਹਾਇਸ਼ ਤੋਂ ਇਹ ਲਫ਼ਜ਼ ਕੱਢਿਆ, ਮੇਰੀ ਰਿਹਾਇਸ਼ ਕਿੱਥੇ ਹੈਗੀ ਹੈ, ਮੈਂ ਇੰਡੀਆ 'ਚ ਨਹੀਂ ਰਹਿ ਰਿਹਾ, ਨਾਨ ਰੈਜ਼ੀਡੈਂਟ ਇੰਡੀਅਨ ਆ ਜੀ। ਇੰਡੀਅਨ ਸਿਟੀਜ਼ਨ ਆ ਮੈਂ, ਇੰਡੀਆ 'ਚ ਨਹੀਂ ਰਹਿ ਰਿਹਾ, ਦੈਟ ਮੀਨ ਮੈਂ ਨਾਨ ਰੈਜ਼ੀਡੈਂਟ ਆ। ਹੁਣ ਦੇਖਣ 'ਚ ਆਉਂਦਾ ਕਈ ਲੋਕ ਵਰਕ ਪਰਮਿਟ 'ਤੇ ਜਾਂਦੇ ਨੇ, ਉਹਨਾਂ ਕੋਲ ਇੰਡੀਅਨ ਪਾਸਪੋਰਟ ਹੀ ਰਹਿੰਦਾ, ਪੀਆਰ ਜਿਹਨੂੰ ਕਹਿੰਦੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰਦੇ ਨੇ ਜੀ। ਕਈ ਐਜੂਕੇਸ਼ਨ ਵਾਸਤੇ ਜਾਂਦੇ ਨੇ। ਕਈ ਵਾਰੀ ਸੋਚਿਆ ਜਾਂਦਾ ਜਿਹੜਾ ਸਟੂਡੈਂਟ ਹੈ ਉਹ ਤਾਂ ਗਿਆ ਕੁਛ ਦੇਰ ਪੜ੍ਹਨ ਗਿਆ ਨਾ, ਇਨੀਸ਼ੀਅਲੀ ਤਾਂ ਇੱਥੋਂ ਪੜ੍ਹਨ ਗਿਆ, ਉਹ ਦਿਮਾਗ 'ਚ ਆਉਂਦਾ ਵੀ ਸ਼ਾਇਦ ਐਨਆਰਆਈ ਹੈ ਕਿ ਨਹੀਂ ਜੀ, ਉੱਥੇ ਤਾਂ ਚਲਾ ਗਿਆ, ਉੱਥੋਂ ਦਾ ਸਟੂਡੈਂਟ ਐਜੂਕੇਸ਼ਨ ਲੈ ਕੇ ਆ ਵੀ ਸਕਦਾ, ਪਰ ਜਦ ਤੱਕ ਉੱਥੇ ਪੜ੍ਹ ਰਿਹਾ ਉਹ ਨਾਨ ਰੈਜ਼ੀਡੈਂਟ ਇੰਡੀਆ ਦੇ ਵਿੱਚ ਹੀ ਗਿਣਿਆ ਜਾਏਗਾ। ਉਹ ਐਨਆਰਆਈ ਹੈ, ਐਨਆਰਆਈ ਹੈ, ਉਹਦੇ ਕੋਲ ਪਾਸਪੋਰਟ ਇੰਡੀਅਨ ਹੈਗਾ, ਇੰਡੀਅਨ ਸਿਟੀਜ਼ਨ ਆ ਉਹ। ਇੱਥੋਂ ਜਿਹੜੇ ਲੋਕ ਵਰਕ ਪਰਮਿਟ 'ਤੇ ਵੀ ਗਏ ਨੇ
ਜਦ ਤੱਕ ਉਹਨਾਂ ਨੂੰ ਉੱਥੇ ਦੀ ਸਿਟੀਜ਼ਨਸ਼ਿਪ ਨਹੀਂ ਮਿਲ ਜਾਂਦੀ ਜੀ, ਉਹ ਨੌਨ ਰੈਜ਼ੀਡੈਂਟ ਇੰਡੀਅਨ ਕਹੇ ਜਾਣਗੇ। ਭਾਵੇਂ ਉਹ ਵਰਕ ਪਰਮਿਟ ਤੇ ਗਏ ਨੇ, ਭਾਵੇਂ ਜਿੱਦਾਂ ਐਕਸਪ੍ਰੈਸ ਐਂਟਰੀ ਤੇ ਜਾਂਦੇ ਨੇ, ਭਾਵੇਂ ਉਹ ਪੇਰੈਂਟਸ ਵੀਜ਼ੇ ਨਾਲ ਬੱਚਿਆਂ ਦੇ ਕੋਲ ਸੁਪਰ ਕਿਸੇ ਨਾਲ ਵੀ ਜਾਂਦੇ ਨੇ, ਜਦ ਤੱਕ ਤੇ ਉਹ ਆਪਣਾ ਬਰਕਰਾਰ ਰੱਖਦੇ ਨੇ ਜਿਹੜਾ ਪਾਸਪੋਰਟ ਹੈ ਇੰਡੀਅਨ ਹੈ, ਇੰਡੀਅਨ ਕਨਸਟੀਟਿਊਸ਼ਨ ਦੇ ਅੰਡਰ ਰਹਿੰਦੇ ਨੇ, ਇੰਡੀਅਨ ਪਾਸਪੋਰਟ ਉਹਨਾਂ ਦੇ ਕੋਲ ਹੈ, ਇੰਡੀਅਨ ਸਿਟੀਜ਼ਨਸ਼ਿਪ ਹੈ, ਉਹ ਇੰਡੀਅਨ ਰਹੇਗਾ। ਪਰ ਇੱਥੇ ਨਾ ਰਹਿਣ ਕਰਕੇ ਉਹਨੂੰ ਨੌਨ ਰੈਜ਼ੀਡੈਂਟ ਕਿਹਾ ਜਾਂਦਾ ਜੀ, ਰਾਈਟ। ਜਿਸ ਵੇਲੇ ਉਹ ਆਪਣੀ ਸਿਟੀਜ਼ਨਸ਼ਿਪ ਰਿਨਾਊਂਸ ਛੱਡ ਕੇ ਇੰਡੀਆ ਦੀ ਉੱਥੋਂ ਦੀ ਸਿਟੀਜ਼ਨਸ਼ਿਪ ਲੈ ਲੈਂਦਾ, ਫਿਰ ਉਹਨੂੰ ਫੋਰਨ ਨੈਸ਼ਨਲ ਵੀ ਕਿਹਾ ਜਾਂਦਾ। ਪਰ ਜਿਹੜੇ ਅਸੀਂ ਲੋਕ ਆ ਜਿਹੜੇ ਇੱਥੋਂ ਗਏ ਆ ਤਾਂ ਉੱਥੇ ਜਾ ਕੇ ਭਾਵੇਂ ਫੋਰਨ ਨੈਸ਼ਨਲ ਬਣ ਗਏ ਆ, ਈਵਨ ਦੈਨ ਸਾਡੇ ਨਾਲ ਇੱਕ ਲਫ਼ਜ਼ ਲੱਗਾ ਹੁੰਦਾ ਪਰਸਨ ਆਫ ਇੰਡੀਅਨ ਓਰੀਜਨ, PIO, ਵੀ ਮੇਰਾ ਓਰੀਜਨਲ ਪਿੱਛੇ ਇੰਡੀਆ 'ਚੋਂ ਆ ਜੀ, ਤੇ ਮੇਰਾ ਲੀਨ ਇੰਡੀਆ ਦੇ ਨਾਲ ਰਹਿੰਦਾ। ਇਸ ਕਰਕੇ ਜਿਹੜਾ ਵੀ ਉੱਥੇ ਵਿਅਕਤੀ ਜਾਂਦਾ ਸਵਾ ਟੂਰਿਸਟ ਵਾਲੇ, ਕਿਉਂਕਿ ਟੂਰਿਸਟ ਦਾ ਵੀ ਤੁਹਾਨੂੰ ਪਤਾ ਵੀ ਜਿਹੜਾ ਉੱਥੇ ਕਿਸੇ ਨੂੰ ਵੀਜ਼ਾ ਭਾਵੇਂ 10 ਸਾਲ ਦਾ ਮਿਲ ਗਿਆ, ਪਰ ਇੱਕ ਗੋ ਦੇ ਵਿੱਚ ਉਹ 6 ਮਹੀਨੇ ਤੋਂ ਵੱਧ ਨਹੀਂ ਠਹਿਰ ਸਕਦਾ। ਤੇ ਨੌਨ ਰੈਜ਼ੀਡੈਂਟ ਬਣਨ ਵਾਸਤੇ ਜਿਹੜੀ ਕੰਡੀਸ਼ਨ ਹੈ ਉਹ 6 ਮਹੀਨੇ ਤੋਂ ਵੱਧ ਉੱਥੇ ਰਹਿਣਾ ਜ਼ਰੂਰੀ ਹੈ। 6 ਮਹੀਨੇ ਚਾਹੇ ਇੱਕ ਦਿਨ ਹੋਵੇ, 182 ਡੇਜ਼ ਬਣ ਜਾਂਦਾ ਉਹਦਾ। 182 ਡੇਜ਼ ਤੋਂ ਵੱਧ ਅਗਰ ਉੱਥੇ ਰਹਿ ਰਿਹਾ ਤਾਂ ਦੈਟ ਮੀਨ ਉਹ ਨੌਨ ਰੈਜ਼ੀਡੈਂਟ ਗਿਣਿਆ ਜਾਏਗਾ, ਭਾਵੇਂ ਉੱਥੇ ਨੌਕਰੀ ਕਰਨ ਗਿਆ, ਜੋ ਵੀ ਕਰਨ ਗਿਆ, ਤੇ ਉਸ ਤੋਂ ਘੱਟ ਰਿਹਾ। ਔਰ ਅਸੀਂ ਅਗਰ ਰਿਜ਼ਲਟ ਕੱਢੀਏ ਇਹਦਾ ਬਈ ਜਿਹੜਾ ਟੂਰਿਸਟ ਤੇ ਗਿਆ ਉਹ ਨੌਨ ਰੈਜ਼ੀਡੈਂਟ ਨਹੀਂ ਹੈ, ਜਿਹੜੇ ਕਿਸੇ ਕੰਡੀਸ਼ਨ 'ਚ ਵੀ ਉੱਥੇ ਜਾ ਕੇ ਰਹਿ ਰਿਹਾ, ਨੌਕਰੀ ਕਰ ਰਿਹਾ, ਸਟੱਡੀ ਕਰ ਰਿਹਾ, ਜਿਸ ਤਰ੍ਹਾਂ ਦਾ ਵੀ ਕੋਈ ਆਪਣੀ ਰਿਸਰਚ ਕਰਨ ਵੀ ਗਿਆ ਹੋਇਆ, ਤੇ ਉਹ ਨੌਨ ਰੈਜ਼ੀਡੈਂਟ ਗਿਣਿਆ ਜਾਏਗਾ। ਛਾਬੜਾ ਸਾਹਿਬ, ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਪ੍ਰਵਾਸ ਸਭ ਤੋਂ ਪਹਿਲਾਂ ਸ਼ੁਰੂ ਹੋਇਆ, ਉਹ ਚਾਹੇ ਕਿਸੇ ਕਾਰਨ ਕਰਕੇ ਹੋਇਆ ਕਿ ਸਾਡੇ ਕੋਲ ਰੁਜ਼ਗਾਰ ਦੇ ਵਸੀਲੇ ਘਟੇ ਜਾਂ ਕੋਈ ਮਜਬੂਰੀਆਂ ਪੈਦਾ ਹੋਈਆਂ। ਇੱਕ ਨਾਲ ਇਹ ਵੀ ਆਇਆ ਨਾ ਜੀ, ਮੇਰਾ ਚਾਚੇ ਦਾ ਪੁੱਤ ਚਲਾ ਗਿਆ, ਮੈਂ ਕਿਉਂ ਨਾ ਜਾਵਾਂ, ਉਹ ਵੀ ਨਾਲ ਸੀਗਾ, ਬਹੁਤ ਵੱਡੀ ਸ਼ਰੀਕਾ ਚਲਾ ਗਿਆ, ਮੈਂ ਜਾਣਾ ਭਾਵੇਂ ਕੱਲ ਕਿੱਲਾ ਵੇਚ ਕੇ ਜਾਵਾਂ, ਉਹ ਵੀ ਪਿੰਡਾਂ 'ਚ ਮੇਜ਼ ਦੇ ਉੱਤੇ ਜਾ ਕੇ ਨੋਟ ਰੱਖ ਦੇਣੇ ਕਿਸੇ ਨਾ ਕਿਸੇ। ਅੱਛਾ, ਨੋਟਾਂ ਦੀ ਗੱਲ ਚੱਲੀ ਆ ਛਾਬੜਾ ਸਾਹਿਬ, ਇੱਕ ਟ੍ਰੈਂਡ ਹੁੰਦਾ ਸੀ ਕਿ ਪੰਜਾਬ 'ਚ ਜ਼ਮੀਨਾਂ ਲੈਂਦੇ ਸੀ NRI, ਜਿਹੜੇ ਪ੍ਰਵਾਸੀ ਭਾਰਤੀ ਪ੍ਰਵਾਸੀ ਪੰਜਾਬੀ ਨੇ, ਕਿ ਭਾਈ ਖੱਤਾ ਲੈਣਾ ਹੀ ਬਾਪੂ, ਜੇ ਕੋਈ ਵਿਕਦਾ ਤਾਂ ਦੇਖ ਲਈ। ਹੁਣ ਜੇ ਜ਼ਮੀਨ ਇਧਰਲੇ ਪਾਸੇ ਖਰੀਦਣੀ ਆ ਤੇ ਇਹਦਾ ਮਤਲਬ ਹੈ ਕਿ ਵਿਦੇਸ਼ ਤੋਂ ਪੈਸੇ ਇੱਥੇ ਭੇਜਣੇ ਪੈਣਗੇ। ਹੁਣ ਜਦੋਂ ਵਿਦੇਸ਼ ਤੋਂ ਪੈਸੇ ਭੇਜਣੇ ਆ, ਖੱਤਾ ਭਾਵੇਂ ਅਸੀਂ 25 ਲੱਖ ਦਾ ਖਰੀਦਣਾ, ਪਰ ਜੇ ਪੈਸੇ ਭੇਜਣੇ ਆ ਤੇ ਜੇ ਉਹਦੇ ਉੱਤੇ 50, 100, 150, 200, 250 ਡਾਲਰ ਲੱਗਦਾ, ਤੇ ਕਈ ਵਾਰੀ ਤੁਸੀਂ ਲਾ ਲੈਣੇ, ਛਾਬੜਾ ਸਾਹਿਬ ਨੇ ਪੈਸੇ ਭੇਜਣੇ, ਤੁਸੀਂ ਤਿਆਰ ਹੋ, ਮੈਂ ਕਹਿਣਾ ਹੋ ਯਾਰ ਹੈਗਾ ਬੰਦਾ, ਕਰਾ ਲਾਂਗੇ ਗੱਲ ਉੱਥੇ, ਆ ਹੁਣ ਪੈਸੇ ਵੀ ਬਾਅਦ 'ਚ ਦੇਣੇ, ਪਿੰਡ ਪਹਿਲਾਂ ਮਿਲ ਜਾਣੇ। ਕੀ ਉਹ ਕੰਮ ਕਰ ਲੈਣਾ ਚਾਹੀਦਾ ਜਿਹੜਾ ਪਤਾ ਨਹੀਂ ਉਹਨੂੰ ਨਾ ਤਾਂ ਕੀ ਕਹਿੰਦੇ ਆ, ਉਹਦੇ ਕੀ ਨੁਕਸਾਨ ਨੇ, ਕੀ ਫਾਇਦੇ ਨੇ 200-250 ਡਾਲਰ ਬਚਾਉਣ? ਜਿਹੜਾ WhatsApp ਜਿਹੜਾ ਤੁਸੀਂ ਸਵਾਲ ਕੀਤਾ ਨਾ, ਇਹ ਹੈਗਾ ਬਈ ਇਲੀਗਲ ਮਨੀ ਟ੍ਰਾਂਸਫਰ ਕਰਾਉਣਾ। ਆਮ ਲੋਕੀ ਹਵਾਲਾ ਕਹਿੰਦੇ ਨੇ, ਹਵਾਲਾ ਕੀ ਹੁੰਦਾ, ਰੈਫਰੈਂਸ ਹੈ ਵੀ ਮੈਂ ਤੁਹਾਡੇ ਤੋਂ ਪੈਸੇ ਲੈ ਲਏ, ਉੱਥੇ ਜਾ ਕੇ ਫਲਾਣੇ ਬੰਦੇ ਨੂੰ ਮੇਰਾ ਹਵਾਲਾ ਦੇ ਕੇ, ਮੇਰਾ ਨਾਂ ਰੈਫਰੈਂਸ ਦੇ ਕੇ ਪੈਸੇ ਲੈ ਲਾ, ਹੈ ਨਾ। ਪਰ ਇਹ ਬਹੁਤ ਹੀ ਗਲਤ ਹੈ, ਕ੍ਰਾਈਮ ਹੈ, ਕੰਟਰਾਵੈਂਸ਼ਨ ਆਫ ਫੈਮਾ ਐਕਟ ਹੈਗਾ, ਜਿਹਦੇ ਵਿੱਚ ਬੰਦਾ ਇੱਕ ਵਾਰੀ ਫਸ ਜਾਂਦਾ ਤੇ ਉਹਦੇ ਵਾਸਤੇ ਛੁੱਟਣਾ ਬਹੁਤ ਔਖਾ ਹੁੰਦਾ। ਆਮ ਤੁਸੀਂ ਦੇਖਿਆ ਜਦੋਂ ਅਸੀਂ ਇਨਕਮ ਟੈਕਸ ਦੇਖਦੇ ਹਾਂ, ਕੋਈ ਕੰਸੀਲਮੈਂਟ ਲੱਭਦੀ ਹੈ ਤੇ ਪੈਨਲਟੀ ਕਿੰਨੀ ਹੈ, ਜਿੰਨਾ ਟੈਕਸ ਹੈ ਘੱਟ ਤੋਂ ਘੱਟ ਉਨੀ ਪੈਨਲਟੀ ਜੀ। ਪਰ ਫੈਮਾ ਦੇ ਵਿੱਚ ਜਿਹੜੀ ਪੈਨਲਟੀ ਲੱਗਦੀ ਹੈ ਨਾ, 5 ਟਾਈਮਸ ਆਫ ਦਾ ਅਮਾਉਂਟ ਇਨਵੋਲਵ, ਅਮਾਉਂਟ ਦਾ 5 ਗੁਣਾ। ਹਾਂ, ਉਹ ਦੇਖਦੇ ਨੇ ਤੁਹਾਡੀ ਗ੍ਰੈਵਿਟੀ ਆਫ ਆਫੈਂਸ ਕਿੰਨਾ, ਤੁਸੀਂ ਜਾਣਬੁੱਝ ਕੇ ਕਰਦੇ ਪਏ ਹੋ, ਤੁਹਾਨੂੰ ਸਭ ਕੁਝ ਪਤਾ ਸੀ ਤਾਂ ਵੀ ਕੀਤਾ, ਪੈਨਲਟੀ ਵੱਧ ਗਈ। ਮਿਨੀਮਮ 20% ਵੀ ਲੱਗਦੀ ਹੈ, ਇਹ ਨਹੀਂ ਹੈਗਾ ਵੀ ਹਰ ਕੇਸ ਇੱਕੋ ਜਿਹੀ ਲੱਗਦੀ, ਪਰ ਉਹਦੇ ਪ੍ਰੋਵੀਜ਼ਨ ਹੈ, ਜੇ ਤੁਹਾਨੂੰ ਲੱਖ ਰੁਪਏ ਦੀ ਇਦਾਂ ਦੀ ਪਕੜੀ ਗਈ ਹੈ ਤਾਂ ਤੁਹਾਡਾ 5 ਲੱਖ ਰੁਪਇਆ ਪੈਨਲਟੀ ਵੀ ਲਾ ਸਕਦੇ ਨੇ। ਹੁਣ ਤੇ ਇਹਨਾਂ ਨੇ 1998 ਦੇ ਵਿੱਚ ਕਰਤਾ ਸੀ, ਵਿੱਚ ਫੈਮਾ ਕਰ ਦਿੱਤਾ, ਪਹਿਲਾਂ ਹੁੰਦਾ ਸੀ ਫੈਰਾ, ਤੁਸੀਂ ਸਮਝਦੇ ਹੋਵੋਗੇ, ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਜੀ। ਉਹਦੇ ਵਿੱਚ ਕ੍ਰਿਮੀਨਲ ਅਫੈਂਸ ਸੀਗਾ। ਅੱਛਾ ਜੀ। ਬੰਦੇ ਕੋਲ ਜਦੋਂ ਕਰੰਸੀ ਇੱਦਾਂ ਹਵਾਲੇ 'ਚ ਪਕੜੀ ਜਾਂਦੀ ਸੀਗੀ, ਜਦੋਂ ਹੁਣ ਉੱਧਰੋਂ ਪੈਸੇ ਆਉਂਦਾ ਸੀ, ਪਿੰਡਾਂ 'ਚ ਮੋਸਟਲੀ ਇਹ ਹੁੰਦਾ ਸੀਗਾ ਵੀ ਕੋਈ ਬੰਦਾ ਉਹਨਾਂ ਦਾ ਗਿਆ ਉੱਥੇ, ਉਹਨੇ ਪੈਸੇ ਕਮਾਏ ਨੇ, ਤੇ ਉਹਦੇ ਕੋਲ ਕਈ ਵਾਰੀ ਤੇ ਮਜਬੂਰੀ 'ਚ ਹੁੰਦਾ ਸੀ, ਟਾਈਮ ਹੀ ਨਹੀਂ ਹੁੰਦਾ ਸੀ ਵੀ ਬੈਂਕ ਕਿਤੇ ਜਾਵੇ, ਵੈਸਟਰਨ ਯੂਨੀਅਨ ਦੇ ਜਾਵੇ, ਹੈ ਨਾ, ਛੁੱਟੀ ਨਹੀਂ ਹੈਗੀ, ਤਾਂ ਆਪਣੇ ਦੋਸਤ ਨੂੰ ਕਿਹਾ ਯਾਰ ਮੇਰੇ ਵੀ ਭਜਵਾ ਦਿਓ, ਉਹਨੇ ਉੱਥੇ ਜਿਹੜੇ ਏਜੰਟ ਸੀ ਉਹਨਾਂ ਨੂੰ ਦੇਣੇ, ਉਹ ਇਹਨਾਂ ਦੇ ਕੋਰੀਅਰ ਨੇ ਆ ਕੇ ਪਿੰਡਾਂ 'ਚ ਵੰਡਣੇ ਸ਼ੁਰੂ ਕਰ ਦੇਣੇ। ਤੇ ਕਈ ਲੋਕ ਫੈਰਾ ਡਿਪਾਰਟਮੈਂਟ ਜਿਹੜੇ ਈਡੀ ਵਾਲਾ ਹੈਗਾ, ਉਹਨਾਂ ਦੇ ਡਿੱਕੇ ਆ ਜਾਂਦੇ ਸੀਗੇ। ਨਹੀਂ ਆ ਤੁਸੀਂ ਈਡੀ ਸ਼ਾਇਦ ਹੁਣ ਡਰਾਈ ਜਾਂਦੇ ਹੋ। ਅੱਜ ਕੱਲ੍ਹ ਤਾਂ ਈਡੀ ਸਿਰਫ ਪੋਲੀਟੀਸ਼ੀਅਨ ਜਾਂ ਅਫਸਰਾਂ ਵਾਸਤੇ ਵੇ, ਉਦੋਂ ਈਡੀ ਇਸ ਰੂਟ ਲੈਵਲ ਤੇ ਚੱਲਦੀ ਸੀਗੀ, ਜਿੰਨਾ ਪੈਸਾ ਬਾਹਰੋਂ ਆਉਂਦਾ ਸੀਗਾ
ਉਹ ਅਗਰ ਇੱਕ ਵੀ ਤੁਹਾਡਾ ਕੋਰੀਅਰ ਪਕੜਿਆ ਗਿਆ ਉਹਨੇ ਸਾਰਾ ਕੁਝ ਬਕ ਦੇਣਾ ਸੀ ਜੀ। ਮੈਂ ਐਸ ਘਰ 'ਚ ਪੈਸੇ ਵੰਡ ਕੇ ਆ। ਮੈਂ ਛਾਬੜਾ ਸਾਹਿਬ ਤੁਹਾਨੂੰ ਰੋਕਣ ਲੱਗਾ, ਇੱਥੇ ਹੀ ਸਮੱਸਿਆ ਪਿੰਡਾਂ ਵਾਲਿਆਂ ਦੀ। ਆਮ ਤੌਰ ਤੇ ਹੁਣ ਜਦੋਂ ਆਪਣੀ ਗੱਲ ਸੁਣਨੀ ਨਾ ਅੱਧਿਆਂ ਕਹਿਣਾ ਅਸੀਂ 20 ਵਾਰੀ ਮੰਗਾਏ ਆ, ਸਾਡੇ ਸਾਰੇ ਮੰਗਾਉਂਦੇ ਆ, ਹੁਣ ਨਵੀਂ ਸਲਾਹ ਦਿੰਦੇ ਆ। ਕੋਰੀਅਰ ਕੌਣ, ਜਾਨੀ ਕਿ ਮੰਨ ਲਓ ਕਿ ਕੋਈ ਬੰਦਾ ਕਿਸੇ ਦੇ ਘਰੇ ਪੈਸੇ ਦੇ ਗਿਆ, ਜਿਹੜਾ ਵੰਡਣ ਆਉਂਦਾ ਉਹ ਫਿਰ ਇੱਕ ਮੰਨ ਲਓ ਵੰਡਣ ਵਾਲਾ ਪੈਸੇ ਫੜੋਗੇ ਉਹਨੇ ਸਾਰੇ ਉੜ ਕੇ ਲੈ ਆਣੇ। ਦੇਖੋ ਜੀ ਉਹ ਤਾਂ ਕ੍ਰਿਮੀਨਲ ਅਫੈਂਸ ਹੈ ਨਾ ਜੀ, ਉਹ ਅਰੈਸਟ ਹੋ ਗਿਆ। ਉਦੋਂ ਜਦੋਂ ਲਿਆ ਕੇ ਉਹਨੇ ਪੁੱਠਾ ਢੰਗਣਾ ਜੀ, ਉਹਨੇ ਕਹਿਣਾ ਉਹਨੇ ਤੇ ਇੱਕ ਬੰਦੇ ਨੂੰ ਇੱਕ ਪੈਕਟ ਦੇਣ ਗਿਆ, ਮੰਨ ਲਓ $10,000 ਉੱਥੇ ਦੇਣ ਗਿਆ ਉਹ, ਜਾਂ ਹੁਣ ਇੱਥੇ ਤੇ ਆ ਕੇ ਤੇ ਪੈਸੇ ਹੀ ਦੇਣੇ ਨਾ। ਕਿਸੇ ਨੂੰ 50,000 ਦੇ ਰਿਹਾ, ਕਿਸੇ ਨੂੰ ਲੱਖ ਦੇ ਰਿਹਾ, ਕਿਸੇ ਦੇ ਘਰ 'ਚ। ਉਹਨੇ ਕਹਿਣਾ ਉਹਨੂੰ ਤੇ ਮਿਲਣ ਵਿੱਚੋਂ 500 ਰੁਪਈਆ, 200-300 ਰੁਪਈਆ, ਉਹਦੀ ਖਾਤਰ ਉਹ ਆਪਣਾ ਕਿਉਂ ਉੱਥੇ ਕਰੇ, ਚੁੱਪ ਨਹੀਂ ਰਹਿ ਸਕਦਾ ਜੀ, ਦੱਸੂਗਾ। ਉਹ ਤੇ ਇੱਥੋਂ ਤੱਕ ਵੀ ਕਈ ਕੇਸਿਸ ਬਾਈਕ ਦਿੰਦੇ ਸੀ ਵੀ ਸਾਰਿਆਂ ਦੀ ਲਿਸਟ ਜਿਨ੍ਹਾਂ ਦੇ ਘਰਾਂ 'ਚ ਦੇ ਗਿਆ ਪਲੱਸ ਜਿਹਨੇ ਭੇਜਿਆ ਉਹਦਾ ਵੀ ਨਾਂ ਲੈ ਦਿੰਦੇ ਸੀਗੇ। ਛਾਬੜਾ ਸਾਹਿਬ ਕਦੇ ਇਦਾਂ ਫੜੇ ਵੀ ਗਏ ਬੰਦੇ? ਬੜੇ ਸਰ, ਸਾਡੇ ਕੋਲ ਕੇਸਿਸ ਵੀ ਆਉਂਦੇ ਹੁੰਦੇ ਸੀਗੇ। ਜਦੋਂ ਇੱਕ ਕੋਰੀਅਰ ਨੇ ਆ ਕੇ ਲਿਸਟ ਦਿੱਤੀ ਈਡੀ ਵਾਲਿਆਂ ਨੂੰ, ਜੀ, ਇਨਫੋਰਸਮੈਂਟ ਵਾਲਿਆਂ ਨੂੰ, ਉਹ ਕੱਲੇ ਐਡਰੈਸ ਉੱਤੇ ਘਰ ਚਲੇ ਜਾਣ। ਠੀਕ ਹੈ, ਜਾ ਕੇ ਜਿਹੜੇ ਪਿੰਡਾਂ ਵਾਲੇ ਹੁੰਦੇ ਉਹਨਾਂ ਕਹਿਣਾ ਹਾਂਜੀ ਮੇਰੇ ਪੁੱਤ ਨੇ ਭੇਜੇ ਨੇ ਪੈਸੇ, ਲੈ ਬੀਬੀ ਕਿਹੜੇ ਟੈਚੀ 'ਚ ਰੱਖੇ ਨਹੀਂ, ਉੱਥੋਂ ਰਿਕਵਰੀ ਵੀ ਪਾ ਲੈਂਦੇ ਸੀਗੇ ਤੇ ਦੈਟ ਮੀਨ ਉਹ ਪ੍ਰੂਵ ਹੋ ਜਾਂਦਾ ਸੀਗਾ। ਇਹ ਕੇਸਿਸ ਵੀ ਆਏ ਹੋਏ ਨੇ ਜੀ। ਇੱਧਰੋਂ ਇਨੋਸੈਂਟ ਹੁੰਦੇ ਸੀਗੇ, ਇਨੋਸੈਂਟ ਕਰਕੇ ਬਚ ਜਾਂਦੇ ਸੀਗੇ, 5-7-10,000% ਪੈਨਲਟੀ ਲੱਗੀ ਜੀ ਤੇ ਛੁੱਟ ਗਏ। ਪਰ ਜੇ ਬੰਦਾ ਉਹਨੂੰ ਨੇ ਪਤਾ ਲੱਗਦਾ ਕੋਈ ਬੰਦਾ ਰੈਗੂਲਰੀ ਆਫੈਂਸ ਕਰ ਰਿਹਾ, ਜਾਣਬੁੱਝ ਕੇ ਕਰ ਰਿਹਾ, ਫਿਰ ਉੱਥੇ ਸਜ਼ਾ ਵੀ ਸੀਗੀ ਜੀ। ਹੁਣ ਇਹਨਾਂ ਨੇ 99 ਤੋਂ ਜਦੋਂ ਇਹਨਾਂ ਫੈਮਾ ਲਿਆਂਦਾ, ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਹੁਣ ਇਟ ਇਜ਼ ਅ ਸਿਵਲ ਅਫੈਂਸ। ਓਕੇ, ਹੁਣ ਕ੍ਰਿਮੀਨਲ ਬੰਦ ਕਰਕੇ ਸਿਵਲ ਵਿੱਚ ਸਿਰਫ ਪੈਨਲਟੀ ਲੱਗਦੀ ਹੈ, ਤੁਹਾਨੂੰ ਸਜ਼ਾ ਨਹੀਂ ਹੁੰਦੀ। ਇਹਦਾ ਮਤਲਬ ਹੈ ਕਿ ਬਿਲਕੁਲ ਇਹ ਕੰਮ ਨਹੀਂ ਕਰਨਾ ਚਾਹੀਦਾ। ਇਹ ਕੰਮ ਕਿਸੇ ਕੀਮਤ ਤੇ ਵੀ ਨਾ ਕਰੋ ਜੀ। ਅੱਜ ਜੋ ਬੈਂਕ ਨੇ ਅਨਾਉਂਸ ਕੀਤਾ, ਆਰਬੀਆਈ ਨੇ ਅਨਾਉਂਸ ਕੀਤਾ ਜੀ ਅੱਜ ਡਾਲਰ ਦਾ ਰੇਟ ਸਪੋਜ਼ 61 ਰੁਪਏ ਹੈਗਾ, ਤਾਂ ਤੁਹਾਨੂੰ ਬੈਂਕ ਚੋਂ 61 ਰੁਪਏ ਮਿਲਦਾ ਹੈ ਨਾ, ਤੁਸੀਂ ਉੱਥੇ 61 ਦਿਓ ਤੇ ਇੱਥੇ 61 ਲੈ ਲਓ। ਜਾਨੀ ਤਰੀਕਾ ਫਿਰ ਕੀ ਆ ਕਿ ਆਪਣੇ ਉੱਥੋਂ ਦੇ ਬੈਂਕ ਤੋਂ ਇੱਥੇ ਬੈਂਕ 'ਚ ਭੇਜ ਦਿਓ, ਬੈਂਕ ਦੇ ਵਿੱਚ ਪੈਸੇ ਭੇਜੋ, ਕੋਈ ਫਰਕ ਨਹੀਂ। ਬੈਂਕ ਹੈ ਛੋਟੀਆਂ ਜਿਹੜੀਆਂ ਰਿਕੁਆਇਰਮੈਂਟ ਉਹਨਾਂ ਵਾਸਤੇ ਵੈਸਟਰਨ ਯੂਨੀਅਨ ਹੈਗੇ ਨੇ, ਕੁਝ ਨਹੀਂ ਹੈਗਾ। ਤੁਸੀਂ 25,000 ਤੋਂ ਥੱਲੇ ਤੁਹਾਨੂੰ ਕੈਸ਼ ਵੀ ਦੇ ਦਿੰਦੇ ਨੇ, ਤੁਸੀਂ ਉੱਥੇ ਜਮ੍ਹਾਂ ਕਰਾਓ ਪੈਸੇ, ਤੁਹਾਨੂੰ ਕੋਡ ਆ ਜਾਂਦਾ, ਤੁਸੀਂ ਆਪਣੇ ਪੈਸੇ ਲੈ ਲਓ ਜਾ ਕੇ। ਠੀਕ ਹੈ ਛਾਬੜਾ ਸਾਹਿਬ, ਉਧਰੋਂ ਤਾਂ ਇੱਧਰ ਪੈਸੇ ਭੇਜਣ ਦੇ 2 ਨੰਬਰ 'ਚ ਭੇਜਣ ਦੇ ਨੁਕਸਾਨ ਤੁਸੀਂ ਦੱਸ ਦਿੱਤੇ ਭਾਈ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਤਕਰੀਬਨ 16-17 ਸਾਲ ਹੋ ਗਏ ਐਡਵੋਕੇਟ ਦਲਜੀਤ ਸਿੰਘ ਛਾਬੜਾ ਸਾਹਿਬ ਨੂੰ NRIs ਦੇ ਮਸਲਿਆਂ ਦੇ ਨਾਲ ਜੁੜਿਆ ਹੋਇਆ, 16-17 ਸਾਲ। ਤੇ ਜੋ ਪਿੱਛੇ ਚੱਲਦਾ ਸੀ, ਜੋ ਹੁਣ ਚੱਲਦਾ, ਉਹਨੂੰ ਦੱਸਦਾ ਆਹ ਕੰਮ ਤਾਂ ਕਰਨਾ ਛੱਡ ਦਈਏ, $100-50 ਵੱਧ ਘੱਟ ਲੱਗਦੇ ਆ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ, ਥੋੜੇ ਜਿਹਾ 2-4 ਘੰਟਿਆਂ ਦੇ ਪੈਸੇ ਨੇ ਉੱਥੇ ਦੇ। ਬਿਲਕੁਲ ਛਾਬੜਾ ਸਾਹਿਬ, ਹੁਣ ਉਹ ਟ੍ਰੈਂਡ ਸੀ ਪਿਛਲਾ ਜਦੋਂ ਇੱਥੇ ਜ਼ਮੀਨਾਂ ਆਪਾਂ ਖਰੀਦਦੇ ਸੀ, ਹੁਣ ਤਾਂ ਕੰਮ ਹੀ ਦੂਜਾ ਹੋ ਗਿਆ। ਹੁਣ ਤਾਂ ਆਪਾਂ ਇੱਥੋਂ ਜ਼ਮੀਨਾਂ ਵੇਚਦੇ ਆ ਕਿ ਭਾਈ ਉੱਥੇ ਘਰ ਦੀਆਂ ਕਿਸ਼ਤਾਂ ਲਾ ਦੀ, ਇੱਥੇ ਪਤਾ ਨਹੀਂ ਕਿਹਨੇ ਦੱਬ ਲੈਣੀਆਂ। ਹੁਣ ਜਦੋਂ ਮੰਨ ਲਓ ਕਿ ਇੱਥੋਂ ਜ਼ਮੀਨ ਵੇਚੀ ਹੈ, ਪੈਸੇ ਆਪਾਂ ਉੱਥੇ ਲੈ ਕੇ ਜਾਣੇ ਆ, ਕੀ ਆਪਾਂ ਜੇਬ 'ਚ ਪਾ ਕੇ ਲੈ ਜਾਈਏ? ਜੇ ਲਿਜਾ ਸਕਦੇ ਆ, ਕੈਨੇਡਾ ਮੰਨ ਲਈਏ, ਕਿੰਨੇ ਲਿਜਾ ਸਕਦੇ ਆ? ਕੀ ਆਪਾਂ ਬੈਂਕ ਰਾਹੀਂ ਟ੍ਰਾਂਸਫਰ ਕਰ ਦਈਏ? ਤੇ ਦੂਸਰੀ ਗੱਲ ਹੈ ਜਿਹੜੇ 2 ਨੰਬਰ ਵਾਲੇ ਬੰਦੇ ਐਨੂੰ ਲਿਆਉਂਦੇ ਆ, ਉਹਨੂੰ ਵੀ ਤਾਂ ਭੇਜਦੇ ਹੋਣੇ, ਉਹਦਾ ਤਾਂ ਢੰਗ ਤਰੀਕਾ ਦੱਸ ਦਿਓ, ਗਲਤ ਸਹੀ ਕੀ ਹੈ? WhatsApp ਜਿਹੜਾ ਪੈਸਾ ਅਸੀਂ ਇੱਥੇ ਕੋਈ ਪ੍ਰਾਪਰਟੀ ਵੇਚਦੇ ਆ, ਤੁਸੀਂ ਬਿਲਕੁਲ ਸਹੀ ਕਿ ਅੱਜ ਕੱਲ੍ਹ ਪ੍ਰਾਪਰਟੀ ਬਹੁਤ ਵਿਕ ਰਹੀਆਂ ਨੇ ਜੀ। 2-3 ਕਾਰਨ ਉਹਦੇ ਵਿਕਣ ਦੇ ਹੈਗੇ ਨੇ। ਇੱਕ ਤਾਂ ਜਦੋਂ ਲੋਕੀ ਕਿਤੇ ਕਬਜ਼ਾ ਨਾ ਕਰ ਜਾਣ, ਇੱਕ ਹੈਗਾ ਜਨਰੇਸ਼ਨ ਦਾ, ਜਨਰੇਸ਼ਨ ਉਦੋਂ ਚਲੇ ਗਈਆਂ, ਵਾਪਸ ਕਿਸੇ ਨੇ ਨਹੀਂ ਆਉਣਾ, ਤਾਂ ਕਿਸੇ ਕੰਮ ਨਹੀਂ ਹੈ। ਜੇ 1 ਕਰੋੜ ਰੁਪਏ ਦੀ ਜ਼ਮੀਨ ਹੈਗੀ ਹੈ ਤੇ ਤੁਸੀਂ ਉਹਨੂੰ 25,000 ਰੁਪਏ ਮਹੀਨੇ ਦੇ ਉੱਤੇ ਦਿੱਤੀ ਹੋਈ ਹੈ, ਤਾਂ ਉਹਦਾ ਕੀ ਫਾਇਦਾ ਜੀ? ਉਹ ਵੀ ਸੋਚਦੇ ਨੇ। ਫਿਰ ਡੇ ਬਾਈ ਡੇ ਡਾਲਰ ਦਾ ਰੇਟ ਵੱਧ ਰਿਹਾ ਜੀ, ਦੈਟ ਮੀਨ ਤੁਸੀਂ ਅੱਜ ਵੇਚੋਗੇ ਤਾਂ ਉੱਥੇ ਡਾਲਰ ਜ਼ਿਆਦਾ ਜਾਣਗੇ, 2 ਸਾਲ ਬਾਅਦ ਵੇਚੋਗੇ ਡਾਲਰ ਹੋਰ ਘਟ ਜਾਣਗੇ, ਤੇ ਲੋਕਾਂ ਨੇ ਇਹ ਵੀ ਕੈਲਕੂਲੇਟ ਕਰਨਾ ਸ਼ੁਰੂ ਕਰਤਾ ਜੀ। ਹੁਣ ਗੱਲ ਆ ਜਾਂਦੀ ਹੈ ਵੀ ਇੱਥੋਂ ਦੀ ਪ੍ਰਾਪਰਟੀ ਵੇਚਣ ਲੱਗਿਆ ਤੁਹਾਨੂੰ ਕੋਈ ਰੁਕਾਵਟ ਨਹੀਂ ਹੈ, ਤੁਹਾਡੀ ਜਾਇਦਾਦ ਹੈ, ਤੁਸੀਂ ਜਦੋਂ ਮਰਜ਼ੀ ਵੇਚ ਸਕਦੇ ਹੋ। ਪਰ ਜੇ ਤੁਸੀਂ ਪੈਸਾ ਉੱਥੇ ਲੈ ਜਾਣਾ ਚਾਹੁੰਦੇ ਹੋ ਤਾਂ ਸਿਸਟਮ ਹੈ। ਕੀ ਸਿਸਟਮ ਹੈ, ਸਮਝਾ ਦਿਓ। ਜਿੰਨੇ ਨੌਨ ਰੈਜ਼ੀਡੈਂਟ ਗਏ ਹੋਏ ਨੇ ਸਾਰਿਆਂ ਦੇ ਇੱਥੇ ਅਕਾਊਂਟਸ ਹੈਗੇ ਨੇ ਜੀ। ਫੈਮਾ ਦੀ ਰਿਕੁਆਇਰਮੈਂਟ ਹੈ ਵੀ ਜਦੋਂ ਤੁਸੀਂ ਨੌਨ ਰੈਜ਼ੀਡੈਂਟ ਬਣ ਜਾਂਦੇ ਹੋ, ਤੁਹਾਡਾ ਇੱਥੇ ਆਰਡੀਨਰੀ ਅਕਾਊਂਟ ਨਹੀਂ ਹੋਣਾ ਚਾਹੀਦਾ। ਅੱਛਾ, ਜਦੋਂ ਆਪਾਂ NRI ਹੋ ਗਏ ਬਾਅਦ 6 ਮਹੀਨੇ ਬਾਅਦ ਤੁਸੀਂ ਉੱਥੇ ਰਹਿਣਾ ਸ਼ੁਰੂ ਕਰਤਾ ਜੀ, ਯੂ ਆਰ ਐਨ NRI, ਤੁਹਾਡੇ ਵਾਸਤੇ ਆਰਡੀਨਰੀ ਅਕਾਊਂਟ ਨਹੀਂ ਹੈ, ਤੁਹਾਡੇ ਵਾਸਤੇ NRO ਹੈ। ਜੇ ਆਪਾਂ ਸੇਵਿੰਗ ਅਕਾਊਂਟ ਰੱਖਦੇ ਆ, ਗਲਤ ਹੈ ਉਹ ਅਕਾਊਂਟ, ਬਿਲਕੁਲ ਗਲਤ ਹੈ। ਉਹਦੀ ਪੈਨਲਟੀ ਫੈਮਾ 'ਚ ਪੈ ਸਕਦੀ ਹੈ ਜੀ। ਅੱਜ ਦੀ ਡੇਟ ਦੇ ਵਿੱਚ ਬੈਂਕਿੰਗ ਪ੍ਰਣਾਲੀ ਨੇ ਕੋਈ ਇੱਦਾਂ ਦੀ ਪੈਨਲਟੀ ਨਹੀਂ ਰੱਖੀ ਵੀ ਤੁਸੀਂ ਅਗਰ ਬਣ ਗਏ ਹੋ ਤਾਂ ਤੁਸੀਂ ਕਿਉਂ ਨਹੀਂ ਕਰਾਇਆ। ਜੇ ਮੈਂ ਅੱਜ 12 ਸਾਲ ਹੋ ਗਏ ਮੈਨੂੰ ਬਣਿਆ, ਮੈਂ ਬੈਂਕ ਨੂੰ ਰਿਕੁਐਸਟ ਦੇਣਾ ਜਾ ਕੇ ਜੀ ਮੈਂ NRI ਬਣ ਗਿਆ, ਲੈ ਮੇਰੇ ਡਾਕੂਮੈਂਟ, ਬੈਂਕ ਨਹੀਂ ਕਹਿੰਦਾ ਤੂੰ ਲੇਟ ਕਿਉਂ ਕਰਾਇਆ ਜੀ, ਹੈ ਨਾ। ਇਹ ਜਿਸ ਵੇਲੇ ਕੋਈ ਇਸ਼ੂ ਰੇਜ਼ ਹੁੰਦਾ, ਦੇਖੋ ਨਾ, ਜਦ ਤੱਕ ਚੋਰੀ ਹੁੰਦੀ ਕਿ ਨਹੀਂ ਪਤਾ ਲੱਗਾ ਤੇ ਸਾਧ ਆ,
ਠੀਕ ਹੈ ਜੀ। ਫੜਿਆ ਗਿਆ ਤੇ ਚੋਰ ਆ, ਇਹੀ ਹੁੰਦਾ ਨਾ। ਜਿਸ ਵੇਲੇ ਕਿਤੇ ਫੈਮਾ ਵਾਲਿਆਂ ਦੇ ਹੱਥ ਆ ਗਏ, ਉਹ ਇੱਕ ਇਨਵੈਸਟੀਗੇਸ਼ਨ ਚੱਲ ਜੀ, ਦੂਜਾ ਫੈਂਸ ਆ ਗਿਆ, ਤੀਜਾ ਆ ਗਿਆ, ਉਹਦੇ 'ਚ ਜ਼ਰੂਰ ਹੋਏਗਾ, ਪੈਨਲਟੀ ਲੱਗਦੀ ਹੈ। ਜਿਹੜਾ ਨਾਨ ਰੈਜ਼ੀਡੈਂਟ ਆਰਡਰੀ ਅਕਾਊਂਟ ਹੈ ਨਾ, ਉਹਦੇ 'ਚ ਇੱਕੋ ਹੀ ਡਿਸਬੈਨੀਫਿਟ ਹੈ ਜਿਹੜਾ ਵੀ ਇਹਦਾ ਤਾਂ ਸੇਵਿੰਗ ਇੰਟਰਸਟ ਦਿੰਦੇ ਨੇ ਤੁਹਾਨੂੰ ਤੁਹਾਡੀ ਅਮਾਊਂਟ ਤੇ, ਉਹਦੇ ਤੋਂ ਉਹਨਾਂ ਨੇ 30% ਟੈਕਸ ਕੱਟਣਾ ਐਨਆਰਓ ਚੋਂ। ਐਨਆਰਓ ਚੋਂ, ਠੀਕ ਹੈ ਜੀ। ਸਾਡੇ ਆਰਡੀਨਰੀ ਸੇਵਿੰਗ ਚੋਂ ਨਹੀਂ ਕੱਟਿਆ ਜਾਂਦਾ ਜੀ। ਉਹ ਇਸ ਕਰਕੇ ਕੱਟਦੇ ਨੇ ਵੀ ਜਿਹੜੇ ਐਨਆਰਈ ਭਰਾ ਨੇ ਸਾਡੇ, ਉਹ ਇੱਥੇ ਰਿਟਰਨਾਂ ਨਹੀਂ ਭਰਦੇ, ਗਵਰਨਮੈਂਟ ਨੂੰ ਟੈਕਸ ਲਾਸ ਹੁੰਦਾ ਜੀ। ਉਹਨਾਂ ਨੇ ਇੱਕ ਪ੍ਰੋਵੀਜ਼ਨ ਬਣਾਤੀ ਵੀ 195 ਦੇ ਵਿੱਚ ਇਹਨਾਂ ਦਾ 30% ਟੈਕਸ ਕੱਟ ਲਓ, ਸਿਰਫ ਇੰਟਰਸਟ ਤੇ। ਹਾਂ, ਸਿਰਫ ਇੰਟਰਸਟ ਤੇ, ਪ੍ਰਿੰਸੀਪਲ ਤੇ ਕੁਝ ਨਹੀਂ ਹੈ। ਪ੍ਰਿੰਸੀਪਲ ਤਾਂ ਤੁਹਾਡਾ ਵਾਈਟ ਜਮਾ ਹੋ ਰਿਹਾ, ਇੰਟਰਸਟ ਤੇ ਕੱਟ ਲਓ। ਜੇ ਉਹਦਾ ਟੈਕਸ ਹੋਰ ਕੋਈ ਇਨਕਮ ਨਹੀਂ ਹੈ, ਆਪਣੀ ਰਿਟਰਨ ਫਾਈਲ ਕਰੇ, ਇਹ ਟੈਕਸ ਜਿਹੜਾ ਕੱਟਿਆ ਹੋਇਆ ਵਾਪਸ ਲੈ ਲਵੇ। ਗਵਰਨਮੈਂਟ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਰੱਖ ਲਿਆ, ਉਹ ਟੈਕਸ ਡਿਡਕਟਡ ਐਟ ਸੋਰਸ ਹੈ, ਨਾਟ ਇਨਕਮ ਟੈਕਸ। ਦੋਨਾਂ 'ਚ ਫਰਕ ਹੁੰਦਾ। ਸ਼ਾਵੜਾ ਸਾਹਿਬ ਜੀ, ਆਗਿਆ ਦਿਓ, ਮੈਂ ਤੁਹਾਨੂੰ ਰੋਕਣਾ, ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ। ਜਿਹੜਾ ਬੰਦਾ ਵਰਕ ਪਰਮਿਟ ਦੇ ਉੱਤੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK ਕਿਤੇ ਵੀ ਗਿਆ, ਬਿਲਕੁਲ, ਉਹ ਆਪਣਾ ਸਧਾਰਨ ਅਕਾਊਂਟ, ਸੇਵਿੰਗ ਅਕਾਊਂਟ ਨਹੀਂ ਰੱਖ ਸਕਦਾ ਕਾਨੂੰਨ ਜੀ। ਉਹਨੂੰ ਐਨਆਰਓ ਦੇ ਵਿੱਚ ਤਬਦੀਲ ਕਰਨਾ ਪਊਗਾ। ਫੈਮਾ ਦੇ ਵਿੱਚ ਉਹਦੀ ਵਾਇਲੇਸ਼ਨ ਹੈ, ਵਾਇਲੇਸ਼ਨ ਹੈਗੀ ਹੈ, ਚਾਹੇ ਕੋਈ ਤੁਹਾਨੂੰ ਰੋਕਦਾ ਚਾਹੇ ਨਹੀਂ ਰੋਕੋ। ਅੱਜ ਨਹੀਂ ਰੋਕ ਰਹੇ ਜੀ, ਤਾਂ ਹੋ ਸਕਦਾ 99% ਦੇ ਠੀਕ ਇਦਾਂ ਹੀ ਹੋਣ। ਸਰ ਹੈਗਾ, ਇੰਨੀ ਰੇਸ਼ੋ ਅਸੀਂ ਕੱਢ ਸਕਦੇ ਹਾਂ ਨਾ, ਕਿਉਂਕਿ ਮੈਨੂੰ ਅੱਜ ਪਹਿਲੀ ਵਾਰ ਪਤਾ ਲੱਗਾ। ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਵੀ ਇੱਕ ਪ੍ਰੋਵੀਜ਼ਨ ਆਪਾਂ ਆ ਵੀ ਰੱਖ ਸਕਦੇ ਹਾਂ ਤੇ ਉਹ ਵੀ ਰੱਖ ਸਕਦੇ ਹਾਂ। ਉਹ ਨਹੀਂ ਰੱਖ ਸਕਦੇ ਤੁਸੀਂ। ਜਦੋਂ ਹੁਣ ਅਗਰ ਨਵਾਂ ਵੀ ਖੋਲੋਗੇ ਤਾਂ ਤੁਸੀਂ ਖੋਲੋਗੇ ਐਨਆਰਓ, ਠੀਕ ਹੈ ਜੀ। ਦੂਜਾ ਤੁਹਾਡੇ ਬੈਂਕ ਵਾਲੇ ਨਹੀਂ ਖੋਲਣਾ। ਜਦੋਂ ਤੁਹਾਨੂੰ ਪਤਾ ਲੱਗ ਗਿਆ ਪਾਸਪੋਰਟ ਦੂਜਾ ਹੈਗਾ, ਰੈਜ਼ੀਡੈਂਸ ਐਡਰੈਸ ਆਈਡੀ ਬਾਹਰਲੀ ਹੈਗੀ, ਉਹ ਤਾਂ ਕਹੇਗਾ ਤੁਹਾਡਾ ਐਨਆਰਓ ਖੋਲਣਾ ਨਹੀਂ। ਪਰ ਜੇ ਪਾਸਪੋਰਟ ਆਪਣੇ ਕੋਲ ਇੰਡੀਅਨ ਆ, ਇੰਡੀਅਨ ਪਾਸਪੋਰਟ ਹੈ ਜੀ, ਰੈਜ਼ੀਡੈਂਸ ਐਡਰੈਸ ਹੈ, ਜੇ ਤੁਸੀਂ ਕਹੋਗੇ ਜੇ ਮੈਂ ਬਾਹਰ ਰਹਿਣਾ ਵਾਂ, ਉਹ ਐਨਆਰਓ ਹੀ ਖੁੱਲੇਗਾ। ਠੀਕ ਹੈ ਜੀ। ਹੁਣ ਕਈ WhatsApp ਆਉਂਦੇ ਨੇ ਜੀ, ਪ੍ਰਾਪਰਟੀ ਵੇਚਣ ਆਉਂਦੇ ਨੇ ਨਾ ਜੀ, ਕਿਉਂਕਿ ਪ੍ਰਾਪਰਟੀ ਜਿਸ ਵੇਲੇ ਡਿਸਪੋਜ਼ ਕੀਤੀ ਜਾਂਦੀ ਹੈ ਨਾ, ਭਾਵੇਂ ਐਗਰੀਕਲਚਰ ਹੈ, ਭਾਵੇਂ ਰੈਜ਼ੀਡੈਂਸ਼ੀਅਲ ਹੈ, ਭਾਵੇਂ ਕਮਰਸ਼ੀਅਲ ਹੈ, ਉਹਦੇ 'ਚ ਕੀ ਹੁੰਦਾ ਹੈ ਵੀ ਇੱਕ ਨੌਨ ਰੈਜ਼ੀਡੈਂਟ ਨੂੰ ਜਿੰਨੀ ਪ੍ਰਿੰਸੀਪਲ ਅਮਾਊਂਟ ਸੇਲ ਕੰਸੀਡਰੇਸ਼ਨ ਦੇਣੀ ਹੈ ਬਾਇਰ ਨੇ, ਉਹਦੇ ਉੱਤੇ ਨੇ 20% ਟੈਕਸ ਕੱਟਣਾ ਜੀ, ਹੈ ਨਾ। ਲੋਕੀ 20% ਤੋਂ ਡਰਦੇ ਕੀ ਕਰਦੇ ਨੇ, ਕਈ ਉਹ ਪੁਰਾਣੇ ਆਧਾਰ ਕਾਰਡ ਪਕੜੇ ਨੇ ਜੀ, ਜਿਹੜੇ ਉਹਨਾਂ ਨੂੰ ਅਜੇ ਤੱਕ ਠੀਕ ਹੈ, ਆਧਾਰ ਦਾ ਜਿਹੜਾ ਐਕਟ ਹੈ ਉਹਦੇ 'ਚ ਸਰੈਂਡਰ ਕਰਨ ਦੀ ਪ੍ਰੋਵੀਜ਼ਨ ਕੋਈ ਨਹੀਂ ਹੈ, ਠੀਕ ਹੈ, ਪੁਰਾਣੇ, ਪਰ ਮਿਸਯੂਜ਼ ਕਰਨ ਦਾ ਤੇ ਕਿਤੇ ਨਹੀਂ ਲਿਖਿਆ ਨਾ, ਕਿਤੇ ਕਰ ਲਓ, ਹੈ ਨਾ। ਵੀ ਸ਼ੁੱਡ ਕਮ ਆਊਟ ਵੀ ਮੈਂ ਨੌਨ ਰੈਜ਼ੀਡੈਂਟ ਆ ਜੀ, ਆਪਣੀ ਇੱਕ ਕਰੰਟ ਆਈਡੀ ਦਿਓ, ਤੁਹਾਡਾ 20% ਕੱਟ ਲੈਣਗੇ ਜੀ। ਜੇ ਕੋਈ ਉਹਦੇ ਤੇ ਕੈਲਕੂਲੇਟ ਕਰਕੇ ਤੁਹਾਡਾ ਟੈਕਸ ਬਣਦਾ ਹੈ, ਰਿਟਰਨ ਦੇ ਵਿੱਚ ਡਿਕਲੇਅਰ ਕਰੋ ਤਾਂ ਆਪਣਾ ਵਾਪਸ ਲੈ ਲਓ। ਅੱਛਾ ਛਾਬੜਾ ਸਾਹਿਬ, ਮੰਨ ਲਓ ਕਿੰਨੇ ਪੈਸੇ 20% ਨਾ ਬਣਦੇ, ਕੋਈ ਇੱਕ ਆਪਾਂ ਲਾ ਲਈਏ ਕਿ 10 ਲੱਖ ਚੋਂ ਕਿੰਨੇ ਬਣਨਗੇ? WhatsApp ਇਹਦਾ ਨਾ ਇੱਕ ਲੋਕਾਂ ਨੂੰ ਬੜਾ ਹੀ ਵੀ ਪ੍ਰੈਜ਼ੰਪਸ਼ਨ ਜੋ ਉੱਥੋਂ ਡਰਦੇ ਨੇ। ਹਾਂਜੀ, ਮੈਨੂੰ ਪਤਾ ਲੱਗ ਜਾਵੇ ਰਕਮ ਛੋਟੀ ਆ ਮੈਨੂੰ ਲੱਗਦਾ। ਹਾਂ ਬਿਲਕੁਲ ਜੀ, ਸਾਡੇ ਕੋਲ ਕਈ ਕੇਸ ਇਦਾਂ ਦੇ ਆਉਂਦੇ ਨੇ ਵੀ ਉਹ ਸਮਝਦੇ ਨੇ ਮੈਂ 2 ਕਰੋੜ ਦੀ ਜਗ੍ਹਾ ਵੇਚ ਲਗਾ, ਮੇਰਾ 40 ਲੱਖ ਗਿਆ ਜੀ। ਕਈ ਅੱਜ ਕੱਲ ਬੜੀ ਦੁਖਦਾਈ ਖਬਰ ਮੈਨੂੰ ਜਿਹੜੀ ਮਿਲਦੀ ਹੈ ਨਾ, ਜਿਹੜਾ ਐਕਸਪਲੋਇਟੇਸ਼ਨ ਹੈ ਉੱਥੇ ਲੋਕਾਂ ਦੀ, ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਹੈ ਜੀ। ਬੰਦੇ ਜਾਂ ਇੱਥੋਂ ਜਾਣਗੇ ਜਾਂ ਉੱਥੋਂ ਦਾ ਮਾਫੀਆ ਹੋਏਗਾ ਜੀ, ਸੌਦਾ ਉੱਥੇ ਕਰ ਲੈਂਦੇ ਨੇ ਜ਼ਮੀਨ ਦਾ ਜੀ, ਵੀ ਤੁਹਾਡੀ ਆ ਜ਼ਮੀਨ ਪਈ ਜਾਂ ਪੈਸੇ ਫੜੋ, ਨਾਲ ਹੀ ਕਹਿਣਗੇ ਜੀ 2 ਕਰੋੜ ਦੀ ਜ਼ਮੀਨ ਹੈ, 40 ਲੱਖ ਰੁਪਈਆ ਤੁਹਾਡਾ ਟੈਕਸ ਬਣਦਾ, 20% ਅਸੀਂ ਉਹ ਹੋਲਡ ਕਰ ਲੈਂਦੇ ਜੀ, ਠੀਕ ਹੈ। ਉਹ ਸਾਨੂੰ ਪੁੱਛਦਾ ਫੋਨ ਕਰਕੇ ਜੀ ਕੈਪੀਟਲ ਗੇਨ ਟੈਕਸ ਕਿੰਨਾ, ਅਸੀਂ ਵੀ 20% ਕਹਿੰਦੇ ਆ ਜੀ। 20% ਟੈਕਸ ਕੈਪੀਟਲ ਗੇਨ ਹੈਗਾ, ਅਸੀਂ ਵੀ ਇਹੀ ਕਵਾਂਗੇ ਨਾ, ਪਰ ਕੈਪੀਟਲ ਗੇਨ ਦਾ ਉਹਨੂੰ ਪਤਾ ਨਹੀਂ ਹੁੰਦਾ, ਉਹਨੂੰ ਇਹ ਨਹੀਂ ਪਤਾ ਕੈਪੀਟਲ ਗੇਨ ਕੀ ਚੀਜ਼ ਹੈ ਜੀ, ਤੇ ਕਿੰਨੀ ਅਮਾਉਂਟ ਤੇ 20% ਲੱਗਣਾ। ਉਹ ਵਿਚਾਰਾ ਫਿਰ ਉਹ ਪੈਸੇ ਰੱਖ ਲੈਂਦਾ, ਨਾ ਕੋਈ ਰਿਟਰਨਾਂ ਭਰਦੇ ਨੇ ਇੱਥੇ, ਨਾ ਕੋਈ ਚੈੱਕ ਕਰਦੇ ਨੇ, ਮਤਲਬ ਇਦਾਂ ਦੀ ਉੱਥੇ ਗੱਲਾਂ ਚੱਲਦੀਆਂ ਪਈ। ਉਹ ਮੈਂ ਦੱਸਣਾ ਚਾਹਾਂਗਾ ਬਈ ਜਿਹੜੀ ਐਸਟ ਭਾਵੇਂ ਉਹ ਐਗਰੀਕਲਚਰ ਹੈ, ਕਿਉਂਕਿ ਕਈ ਐਗਰੀਕਲਚਰ ਜਿਹੜੇ ਜੰਕ ਨੇ ਉਹ ਟੈਕਸੇਬਲ ਨੇ, ਜਿਨ੍ਹਾਂ ਤੇ ਕੈਪੀਟਲ ਗੇਨ ਟੈਕਸ ਲੱਗਦਾ ਜੀ, ਰੈਜ਼ੀਡੈਂਸ਼ੀਅਲ ਕਮਰਸ਼ੀਅਲ ਸਾਰਿਆਂ ਤੇ ਲੱਗਦਾ ਹੈ ਨਾ। ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਪਹਿਲਾਂ ਸਾਨੂੰ ਦੇਖਣਾ ਪੈਂਦਾ ਵੀ ਇਹ ਕਦੋਂ ਦੀ ਖਰੀਦੀ ਹੈ, ਠੀਕ ਹੈ, ਜਿਹਨੇ ਵੇਚਣੀ ਆ। ਐਗਰੀਕਲਚਰ ਲੈਂਡ ਜਿਹੜੀ ਹੈ ਉਹ 80% ਜੱਦੀ ਹੁੰਦੀ ਹੈ, ਜੋ ਸਾਡੇ ਕੋਲ ਅੱਜ ਤੱਕ ਸਟੱਡੀ ਕੀਤੀ ਹੈ, 80% ਜੱਦੀ ਨੇ। ਜੱਦੀ ਮੀਨ ਤੁਹਾਡੀ 20-25 ਸਾਲ 50 ਸਾਲ ਪੁਰਾਣੀ ਹੈ, ਖਾਨਦਾਨੀ ਹੈ, ਤੁਹਾਨੂੰ ਹੁਣ ਮਿਲੀ ਹੈ, ਵਿਰਾਸਤ 'ਚ ਮਿਲ ਗਈ। ਇਹ ਨਹੀਂ ਮਤਲਬ ਵੀ ਤੁਹਾਨੂੰ ਹੁਣ ਮਿਲੀ ਤਾਂ ਹੁਣ ਦਾ ਰੇਟ ਲੱਗੇਗਾ। ਗਵਰਨਮੈਂਟ ਨੇ ਇੱਕ ਇਨਫਲੇਸ਼ਨ ਇੰਡੈਕਸ ਹੁੰਦਾ, ਰੈਫਰੈਂਸ ਇਨਫਲੇਸ਼ਨ ਇੰਡੈਕਸ ਹੈਗਾ, ਉਹ ਹਰ ਸਾਲ ਰਿਵਾਈਜ਼ ਕਰਦੇ ਨੇ ਇੰਡੈਕਸ ਦੇ ਹਿਸਾਬ ਨਾਲ, ਜਿੱਦਾਂ ਇਨਫਲੇਸ਼ਨ ਵੱਧਦੀ ਉਹਨੂੰ ਵਧਾਉਂਦੇ ਨੇ। ਕਰੰਟ ਈਅਰ ਦਾ ਸਪੋਜ਼ 317 ਹੈਗਾ ਜੀ। ਬੇਸ ਈਅਰ ਜਿਹੜਾ ਉਹਨਾਂ ਨੇ ਪਹਿਲਾਂ 1981 ਹੁੰਦਾ ਸੀ, ਉਹ ਵਧਾ ਕੇ 2001 ਕਰ ਦਿੱਤਾ, ਠੀਕ ਹੈ। ਹੁਣ ਉਹ ਕਹਿਣਗੇ ਜੀ ਇਹ ਜਿਹੜੀ ਜ਼ਮੀਨ ਤੁਸੀਂ ਅੱਜ ਵੇਚੀ ਹੈ, ਭਾਵੇਂ ਤੁਹਾਡੀ ਪੁਰਾਣੀ ਹੈ ਜੀ, ਉਹਦਾ 2001 ਦਾ ਰੇਟ ਕੀ ਸੀ? ਦੈਟ ਮੀਨ ਉੱਪਰਲਾ ਰੇਟ ਲੈ ਲਿਆ ਨਾ ਜੀ, 80 ਵਾਲਾ ਨਹੀਂ ਲਿਆ, 75 ਵਾਲਾ ਨਹੀਂ, ਪੁਰਾਣੇ ਨਹੀਂ ਲਿਆ, ਉਹ ਤਾਂ ਬਹੁਤ ਘੱਟ ਹੁੰਦੇ ਸੀਗੇ। ਉਹ 75 ਵਾਲੀਆਂ ਸਾਡੇ ਕੋਲ ਆਉਂਦੇ 200 ਦੀਆਂ ਰਜਿਸਟਰੀਆਂ ਹੁੰਦੀਆਂ ਸੀਗੀਆਂ, ਉਹੀ ਰਜਿਸਟਰੀ 2001 ਦੇ ਵਿੱਚ 20,000 ਦੀ ਹੋਏਗੀ ਜੀ।
ਜੋ ਰੇਟ 2000 ਦਾ ਵੇਖਿਆ 2001 ਦਾ ਰੇਟ ਸੀਗਾ ਉਹਨੂੰ ਬੇਸ ਮੰਨ ਕੇ ਉਹਦੇ ਉੱਤੇ ਰੈਫਰੈਂਸ ਇੰਡੈਕਸ ਲਗਾਇਆ ਜਾਂਦਾ ਜੀ। ਅਸੀਂ ਇੱਕ ਐਗਜ਼ਾਮਪਲ ਦਿੰਨੇ ਆ ਵੀ ਸਪੋਜ਼ 2001 ਦੇ ਵਿੱਚ ਲੱਖ ਰੁਪਏ ਦੀ ਉਹ ਐਸੈਟ ਉਹਦੀ ਕਾਸਟ ਸੀਗੀ, ਅੱਜ ਮੈਂ ਵੇਚਣ ਲੱਗਾ ਮੇਰੀ ਉਹ ਵੈਲਿਊ ਬਣ ਗਈ 3,17,000। ਠੀਕ ਹੈ। ਹੁਣ ਮੈਂ 5 ਲੱਖ ਦੀ ਵੇਚਦਾ ਵਾਂ, ਮੈਨੂੰ 5 ਲੱਖ ਤੇ 20% ਨਹੀਂ ਪੈਣਾ, ਭਾਵੇਂ ਮੇਰਾ ਕੱਟਿਆ 5 ਲੱਖ ਤੇ ਹੀ ਜਾਣਾ, ਲੈਣ ਵਾਲੇ ਨੇ 5% ਤੇ ਕੱਟਣਾ ਦਾ 5 ਲੱਖ ਤੇ ਕੱਟਣਾ, ਪਰ ਮੈਨੂੰ ਟੈਕਸ ਪੈਣਾ 3,17,000 ਤੋਂ ਉੱਪਰ ਜਿੰਨੀ ਜਗ੍ਹਾ ਜਿੰਨੇ ਪੈਸਾ ਹੋਊਗਾ ਉਹਦੇ ਤੇ ਪੈਣਾ। 1,83,000 ਹੋ ਗਿਆ, 1,83 ਤੇ 20% ਪੈਣਾ, ਕਿੰਨਾ ਖੋਣਾ ਕਿਤੇ 16-17,000 ਰੁਪਏ 17%। ਉਹ ਜਾ ਕੇ ਐਵਰੇਜ ਜਿਹੜੀ ਅਸੀਂ ਕਈ ਵਾਰੀ ਦੇਖਿਆ ਪੁਰਾਣੀਆਂ ਦੇ ਵਿੱਚ ਐਵਰੇਜ ਰੇਟ ਜਿਹੜਾ ਨਾ 11-12% 9% ਇਦਾਂ ਆਉਂਦਾ। ਜਾਨੀ 2001 ਦੇ ਵਿੱਚ ਜੇ 100 ਰੁਪਈਆ ਸੀ 2022 ਚ ਆਪਾਂ ਵੇਚੀ ਆ, ਜੇ ਉਹ 500 ਹੋ ਗਿਆ ਉਹਨਾਂ ਨੇ 500 ਕਰ ਲਿਆ, ਜੇ 600 ਦੀ ਵਿਕੀ ਤਾਂ ਉੱਪਰਲੇ 100 ਦੇ ਲੱਗਣਾ, ਉੱਪਰਲੇ ਤੇ ਲੱਗਣਾ ਬਸ ਕਾ ਤੋਂ ਇੰਨੀ ਕੁ ਗੱਲ ਆ ਉਹਦੇ ਤੇ ਲੱਗਦਾ। ਇਹ ਚੀਜ਼ ਲੋਕਾਂ ਨੂੰ ਪਤਾ ਨਹੀਂ ਹੁੰਦੀ। ਫਿਰ ਇਹਨੂੰ ਕਰਨ ਵਾਸਤੇ ਲੋਕੀ ਕੀ ਬਚਾਉਣ ਵਾਸਤੇ ਪਹਿਲਾਂ ਕੀ ਕਰਦੇ, ਸਾਡਾ ਪਤਾ ਨਾ ਲੱਗੇ, ਉਹ ਪੁਰਾਣੇ ਕਾਰਡ ਦੇ ਕੇ ਰਜਿਸਟਰੀ ਕਰਾ ਕੇ ਤੁਰਦੇ ਬੰਦੇ ਨੇ 20% ਵੀ ਨਾ ਕੱਟਿਆ ਜਾਵੇ। ਪਰ ਇੱਥੇ ਮੈਂ ਅਲਰਟ ਕਰਨਾ ਜ਼ਰੂਰ ਚਾਹਾਂਗਾ, ਡਿਪਾਰਟਮੈਂਟ ਦੇ ਕੋਲ ਤੁਹਾਨੂੰ ਫਾਲੋ ਕਰਨ ਦਾ ਪੀਰੀਅਡ ਬਹੁਤ ਹੈ ਜੀ। ਪਹਿਲਾਂ 6 ਸਾਲ ਹੁੰਦਾ ਸੀਗਾ, ਉਹ ਖਤਮ ਹੋ ਗਿਆ, ਨਵੀਂ ਨੋਟੀਫਿਕੇਸ਼ਨ ਪਿਛਲੇ ਸਾਲ ਆ ਗਈ ਹੈ। ਅਗਰ ਕੋਈ ਤੁਹਾਡੀ ਕੰਸੀਲਡ ਇਨਕਮ ਡਿਪਾਰਟਮੈਂਟ ਕੋਲ ਪਹੁੰਚਦੀ ਹੈ ਵੀ ਇਸ ਬੰਦੇ ਨੇ 50 ਲੱਖ ਤੱਕ ਦੀ ਇਨਕਮ ਆਪਣੀ ਕੰਸੀਲ ਕੀਤੀ, ਨਹੀਂ ਦਿਖਾਈ ਜੀ, ਫਿਰ ਉਹ 3 ਸਾਲ ਤੱਕ ਤੁਹਾਡਾ ਪਿੱਛਾ ਕਰੇਗਾ। 3 ਸਾਲ ਤੋਂ ਬਾਅਦ ਉਹ ਲਿਮਿਟੇਸ਼ਨ 'ਚ ਆ ਜਾਂਦਾ, 3 ਸਾਲ ਤੱਕ ਤੁਹਾਡਾ ਕੇਸ ਖੁੱਲ ਸਕਦਾ ਜੀ। ਜੇ 50 ਲੱਖ ਤੋਂ ਉੱਪਰ ਹੈਗੀ ਹੈ ਤੇ 10 ਸਾਲ ਕਰਤੀ ਉਹਨਾਂ ਨੇ, 10 ਸਾਲ ਤੱਕ ਜਦੋਂ ਮਰਜ਼ੀ ਨੋਟਿਸ ਤੁਹਾਨੂੰ ਆ ਸਕਦਾ। ਪਰ ਜੇ ਫੋਰਨ ਇਨਕਮ ਇਨਵੋਲਵ ਆ ਗਈ 16 ਸਾਲ ਆ ਗਿਆ ਉੱਥੇ, 16 ਸਾਲ ਜਦੋਂ ਮਰਜ਼ੀ, ਦੈਟ ਮੀਨ ਜਿਹੜਾ ਉਹ ਟੈਕਸ ਦਾ ਭੂਤ ਹੈ ਤੁਹਾਡਾ ਪਿੱਛਾ ਕਰਦਾ ਪਿਆ। ਜਿੰਨਾ ਅਸੀਂ ਡਿਲੇ ਹੋਵਾਂਗੇ ਜੀ ਪੈਨਲਟੀ ਤੇ ਪੈਣੀ ਹੈ। ਪੈਨਲਟੀ ਅਗਰ ਤੁਹਾਨੂੰ 2 ਸਾਲ ਬਾਅਦ ਵੀ ਫੜੇਗੀ ਤਾਂ ਵੀ ਉਨੀ ਹੈ ਜੀ। ਪਰ ਜਿਹੜਾ ਨਾਲ ਵਿਆਜ ਚੱਲਦਾ ਨਾ ਸਰਕਾਰ ਦਾ, ਉਹ ਬਾਣੀਏ ਨਾਲੋਂ ਜ਼ਿਆਦਾ ਵਿਆਜ ਆ, 4.25% ਮਹੀਨੇ ਦਾ ਵਿਆਜ ਆ। 3 ਵਿਆਜ ਪੈਂਦੇ ਨੇ, ਲੇਟ ਫਾਈਲ ਰਿਟਰਨ ਦਾ, ਐਡਵਾਂਸ ਟੈਕਸ ਨਾ ਦੇਣ ਦਾ, ਘੱਟ ਐਡਵਾਂਸ ਟੈਕਸ ਦੇਣ ਦਾ, ਇਦਾਂ 1.25% ਕਰਕੇ ਇੰਨਾ ਵਿਆਜ ਪੈਂਦਾ ਜੀ। ਕਈ ਮੰਨ ਲਓ 5 ਸਾਲਾਂ ਬਾਅਦ ਪਕੜੇ ਗਏ ਤੇ ਜਿੰਨੀ ਅਮਾਉਂਟ ਇਨਵੋਲਵ ਹੈ ਤੁਹਾਡੀ ਉਹਨੇ ਟੈਕਸ ਬਣ ਜਾਂਦਾ ਸਾਰੀ ਗਈ। ਛਾਬੜਾ ਸਾਹਿਬ, ਮੈਂ ਪ੍ਰਾਈਮ ਮਿਨਿਸਟਰ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਜ਼ਰੂਰ ਦੱਸਦੇ ਹਾਂ ਕਿ ਭਾਈ ਜੇ ਪ੍ਰਵਾਸੀ ਹੋ, ਜ਼ਮੀਨ ਵੇਚਣੀ ਆ, ਕੁਝ ਵੇਚਣਾ, ਤੇ ਆ 20% ਦੀ ਜਿਹੜੀ ਆ ਚਿੰਤਾ ਨਾ ਕਰੋ। ਕਈ ਵਾਰ ਬੰਦਾ ਕਹਿੰਦਾ ਸਾਲ ਹੋ ਗਿਆ ਕਿਸੇ ਨੇ ਪੁੱਛਿਆ, 16ਵੇਂ ਸਾਲ ਵੀ ਫੜ ਲੈਣਾ, ਅੱਗੇ ਹੁੰਦਾ 12 ਸਾਲੀ ਰੂੜੀ ਦੀ ਵੀ ਸੁਣੀ ਜਾਂਦੀ, ਇੱਥੇ 16 ਸਾਲ ਵੀ ਫੜੇ ਜਾ ਸਕਦੇ ਆ। ਅੱਛਾ ਛਾਬੜਾ ਸਾਹਿਬ, ਮੇਰਾ ਸਵਾਲ ਇੱਕ ਵਿੱਚੇ ਰਹਿ ਗਿਆ, ਸਹੀ ਤਰੀਕੇ ਪੈਸੇ ਭੇਜਣੇ ਕਿੱਦਾਂ ਉਧਰਲੇ ਪਾਸੇ? ਹੁਣ ਅਸੀਂ ਇਸ ਗੱਲ ਤੇ ਆ ਜਾਂਦੇ, ਮੈਂ ਜਗ੍ਹਾ ਵੇਚ ਕੇ ਆ ਗਿਆ, ਜਿੱਦਾਂ ਅਸੀਂ ਪਹਿਲਾਂ ਹੀ ਸਟਾਰਟ ਕਰਤਾ ਸੀ ਕਿ ਮੇਰਾ NRO ਅਕਾਊਂਟ ਹੋਣਾ ਚਾਹੀਦਾ। ਜਿੰਨੀ ਮੈਨੂੰ ਸੇਲ ਕੰਸੀਡਰੇਸ਼ਨ ਮੇਰੀ ਪ੍ਰਾਪਰਟੀ ਦੀ ਮਿਲੀ ਹੈ, ਮੈਂ ਉਹ ਆਪਣੇ NRO ਅਕਾਊਂਟ 'ਚ ਜਮ੍ਹਾਂ ਕਰਾਤੀ। ਮੰਨ ਲਓ 15 ਲੱਖ ਮੈਂ ਉੱਥੇ ਜਮ੍ਹਾਂ ਕਰਾਤਾ। ਬਿਲਕੁਲ ਜੀ। ਸਪੋਜ਼ ਹੁਣ ਮੈਂ ਅਪ੍ਰੈਲ ਤੋਂ ਲੈ ਕੇ ਮਾਰਚ ਤੱਕ ਕੋਈ ਡੀਲ ਕਰ ਲੈਣਾ ਜੀ, ਇਹਦੀ ਜਿਹੜੀ ਇਨਕਮ ਦਾ ਰਿਟਰਨ ਤੁਹਾਨੂੰ ਪਤਾ ਅਗਲੀ ਅਪ੍ਰੈਲ 'ਚ ਜਾਣੀ ਹੈ, ਸਾਲ ਖਤਮ ਹੋਏਗਾ ਤਾਂ ਇੰਡੀਆ ਦਾ ਸਾਲ ਜਿਹੜਾ ਹੈਗਾ ਅਪ੍ਰੈਲ ਤੋਂ ਮਾਰਚ ਤੱਕ ਹੁੰਦਾ। ਹੁਣ ਮੈਨੂੰ ਪੈਸੇ ਹੁਣੇ ਹੀ ਭੇਜਣੇ ਨੇ ਉੱਥੇ ਜੀ। ਉਹਦੇ 'ਚ ਕੀ ਹੋਏਗਾ, 2 ਫਾਰਮ ਨੋਟੀਫਾਈ ਕੀਤੇ ਨੇ CBDT ਨੇ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਸ ਨੇ, ਇੱਕ 15CA ਤੇ 15CB। ਠੀਕ ਹੈ। 15CA ਫਾਰਮ ਪਹਿਲਾਂ ਮੈਨੂਅਲੀ ਹੁੰਦਾ ਸੀਗਾ, ਅਸੀਂ ਪਾਰਟੀ ਤੋਂ ਸਾਈਨ ਕਰਾ ਕੇ ਤੇ ਬੈਂਕ ਨੂੰ ਦੇ ਦੀ ਸੀ, ਇਧਰੋਂ CA ਦਿੰਦਾ ਸੀ ਆਪਣਾ CB, ਉਹ ਵੀ ਇਦਾਂ ਸਾਈਨ ਕਰਾ ਕੇ ਦੇ ਦੀ ਸੀ। ਹੁਣ ਸਿਸਟਮ ਸਾਰਾ ਆਲ ਟੂਗੇਦਰ ਚੇਂਜ ਜੀ। ਜਿਹੜਾ ਰਿਮਿਟਰ ਦਾ ਫਾਰਮ ਹੈ ਨਾ 15CA, ਰਿਮਿਟਰ ਮੀਨਸ ਜਿਹਨੇ ਭੇਜਣੇ ਨੇ, ਠੀਕ ਹੈ, ਮੈਂ ਆਪਣੇ ਅਕਾਊਂਟ 'ਚ ਉਧਰ ਲੈ ਜਾ ਰਿਹਾ, ਪਹਿਲਾਂ ਮੈਂ ਫਾਰਮ ਭਰਾਂਗਾ 15CA ਡਿਜੀਟਲੀ ਆਨਲਾਈਨ ਭਰਨਾ, ਆਨਲਾਈਨ ਮੇਰੇ ਡਿਜੀਟਲ ਸਿਗਨੇਚਰ ਹੋਣਗੇ, ਕਿਉਂਕਿ ਜਿਹੜੇ ਫੋਰਨ ਰੈਜ਼ੀਡੈਂਟਸ ਨੇ ਜਦੋਂ ਆਧਾਰ ਨਹੀਂ ਲਿੰਕ ਹੁੰਦਾ ਤੇ OTP ਵੀ ਨਹੀਂ ਆਉਂਦਾ, ਤੇ ਇਸ ਕਰਕੇ ਡਿਜੀਟਲ ਸਿਗਨੇਚਰ ਉਹਨਾਂ ਦੇ ਲਈਦੇ ਨੇ, ਪਹਿਲਾਂ ਬਣਵਾਈ ਦੇ ਨੇ। ਫਿਰ 15CA ਉਹਨਾਂ ਦਾ ਅਪਲੋਡ ਕਰਨਾ ਜੀ। ਫਿਰ ਚਾਰਟਰਡ ਅਕਾਊਂਟੈਂਟ 15CB ਅਪਲੋਡ ਕਰਦਾ, ਆਪਣੇ ਡਿਜੀਟਲ ਸਿਗਨੇਚਰ ਲਾ ਕੇ ਸਰਟੀਫਾਈ ਇਹ ਕਰਦਾ ਵੀ ਇਹ ਜਿਹੜੀ ਅਮਾਉਂਟ ਹੈ ਇਹਨੇ ਟੈਕਸ ਲਾਇਬਿਲਿਟੀ ਆਪਣੀ ਡਿਸਚਾਰਜ ਕਰ ਦਿੱਤੀ ਹੈ ਬੰਦੇ ਨੇ। ਠੀਕ ਹੈ। ਵੀ ਇਹ ਅੱਜ ਕਰੋੜ ਰੁਪਈਆ ਲਿਜਾ ਰਿਹਾ, ਇਹਦੇ ਤੇ ਆ ਟੈਕਸ ਬਣਦਾ ਸੀ, ਇਹਦਾ ਟੈਕਸ ਜਮ੍ਹਾਂ ਹੋ ਗਿਆ। ਉਹ ਜਮ੍ਹਾਂ ਨਾਲ ਹੀ ਕਰ ਦੇਣਾ। ਜਮ੍ਹਾਂ ਕਿੱਦਾਂ ਹੁੰਦਾ, 2 ਤਰ੍ਹਾਂ ਨਾਲ, ਇੱਕ ਤੇ TDS 'ਚ ਮੰਨ ਲਓ 20% ਕੱਟਿਆ ਗਿਆ, ਉਹਨੇ ਆਪਣਾ ਦੇਖ ਲਿਆ ਫਾਰਮ 20% ਕੱਟ ਕੇ ਤੇ ਜਮ੍ਹਾਂ ਹੋ ਗਿਆ, ਜਿਹੜਾ ਆਲਰੇਡੀ ਆਪਾਂ ਗੱਲ ਕੀਤੀ, ਜਿਹੜੀ ਗੱਲ ਕੀਤੀ 20% ਵਾਲੀ, ਉਹਨੂੰ ਵਿੱਚ ਕੰਸੀਡਰ ਕਰੇਗਾ, ਕੋਲੋਂ ਨਹੀਂ ਜਮ੍ਹਾਂ ਕਰਾਉਣਾ ਕੋਈ ਵੀ ਹੋਰ ਜੀ, ਉਹ ਨਾਲ ਸਰਟੀਫਾਈ ਕਰ ਦੇਗਾ ਜੀ ਟੈਕਸ ਲਾਇਬਿਲਿਟੀ ਡਿਸਚਾਰਜ, ਕਹਾਣੀ ਖਤਮ, ਪੈਸੇ ਗਏ। ਡਿਪਾਰਟਮੈਂਟ ਕੋਲ ਫਾਰਮ ਚਲੇ ਜਾਣਗੇ ਦੋਨੋਂ, ਡਿਪਾਰਟਮੈਂਟ ਉਹਨੂੰ 24 ਤੋਂ 48 ਘੰਟੇ 'ਚ ਪਹਿਲਾਂ ਡਿਪਾਰਟਮੈਂਟ ਉਹਨੂੰ ਪ੍ਰੋਸੈਸ ਕਰਦਾ ਫਾਰਮ ਨੂੰ, ਇਦਾਂ ਨਹੀਂ ਹੁੰਦਾ। ਪ੍ਰੋਸੈਸ ਕਰਨ ਤੋਂ ਬਾਅਦ
ਉਹ ਯੂਡਿਨ ਲੱਗਦਾ ਉੱਥੋਂ ਦਾ, ਐਕਨੋਲੇਜਮੈਂਟ ਪੂਰੀ ਲੱਗਦੀ ਮਹਿਕਮੇ ਦੀ, ਡਾਊਨਲੋਡ ਕਰੀਦਾ। ਠੀਕ ਹੈ। ਫਿਰ ਆਪਣੇ ਲੌਗਇਨ 'ਚ ਜਾ ਕੇ ਦੋਨੋਂ ਫਾਰਮ ਡਾਊਨਲੋਡ ਕਰਕੇ ਬੈਂਕ ਨੂੰ ਦੇਣੇ ਨੇ। ਠੀਕ ਹੈ ਜੀ। ਬੈਂਕ ਨੇ ਇੱਕ ਤੁਹਾਡੇ ਕੋਲ ਇੱਕ ਆਪਣੀ ਡੈਕਲੇਰੇਸ਼ਨ ਭਰਵਾਉਣੀ ਹੈ ਵੀ ਮੇਰਾ ਇਹ ਅਕਾਊਂਟ ਇੱਥੇ ਵੇ, ਮੇਰਾ ਦੂਜਾ ਅਕਾਊਂਟ ਉੱਥੇ, ਉੱਥੇ ਪੈਸੇ ਭੇਜ ਦਿੱਤੇ। ਜਿੱਦਾਂ ਐਪਲੀਕੇਸ਼ਨ ਫਾਰਮ ਹੈ ਆਪਣੇ ਹਰ ਇੱਕ ਬੈਂਕ ਨੇ ਆਪਣਾ ਫਾਰਮੈਟ ਬਣਾਇਆ ਹੋਇਆ, ਉਹਦੇ 'ਚ ਪਾਰਟੀਕੂਲਰ ਉਸ ਬੈਂਕ ਦੇ ਆਉਂਦੇ ਜਿੱਥੇ ਪੈਸੇ ਜਾਣੇ ਹੁੰਦੇ ਨੇ, ਤੇ ਤੁਹਾਡਾ ਕੋਈ ਉੱਥੇ ਟਾਈਮ ਵੇਸਟ ਨਹੀਂ ਹੁੰਦਾ ਜੀ। ਜਦੋਂ ਦੋਨੋਂ ਫਾਰਮ ਚਲੇ ਜਾਂਦੇ ਬੈਂਕ ਦੇ ਕੋਲ, ਬੈਂਕ ਤੁਹਾਡੇ ਅਕਾਊਂਟ 'ਚੋਂ ਡੈਬਿਟ ਕਰਦਾ, 24 ਘੰਟੇ ਤੁਹਾਡੇ ਪੈਸੇ ਘਰ ਪਹੁੰਚ ਜਾਂਦੇ ਜੀ। ਉਹ 24 ਘੰਟੇ ਵੀ ਹੁੰਦਾ, ਡੇ ਨਾਈਟ ਆਉਂਦਾ ਵੀ ਇੱਧਰ ਇੱਥੇ ਦਿਨੇ ਭੇਜਨੇ ਆ, ਤੁਸੀਂ ਸੁੱਤੇ ਹੁੰਦੇ ਪੈਸੇ ਉੱਥੇ ਪਹੁੰਚ ਜਾਂਦੇ ਆ। ਬੜੇ ਇੰਸਟੈਂਸ ਸਾਨੂੰ ਇਦਾਂ ਆਏ ਨੇ, ਨਾਲ ਹੀ ਉਧਰੋਂ ਫੋਨ ਆ ਗਿਆ ਕਾਕੇ ਦਾ ਜੀ ਪੈਸੇ ਪਹੁੰਚ ਗਏ ਪਾਪਾ ਜੀ ਹੈਰਾਨ, ਹਾਂ ਵੀ ਏਡੀ ਛੇਤੀ ਪਹੁੰਚ। ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਬੈਂਕ ਵੀ ਬਹੁਤੇ ਚਾਰजेस ਨਹੀਂ ਲੈਂਦਾ, ਆਪਣੇ 1000-1500 ਲੈਂਦਾ ਜਿਹੜੇ ਉਹਨਾਂ ਦੇ ਸਰਵਿਸ ਚਾਰजेस ਨੇ, ਨਹੀਂ ਟੋਟਲੀ ਕੰਸਾਈਨਮੈਂਟ ਦਾ। ਤੇ ਹੁੰਦਾ ਕੀ ਹੈ ਵੀ ਜੋ ਅੱਜ ਰੇਟ ਆਰਬੀਆਈ ਨੇ ਅਨਾਉਂਸ ਕੀਤਾ ਡਾਲਰ ਦਾ ਜਾਂ ਅਮਰੀਕਨ ਡਾਲਰ ਦਾ ਜਾਂ ਕੈਨੇਡੀਅਨ ਡਾਲਰ ਦਾ ਜਾਂ ਪਾਉਂਡ ਦਾ, ਉਹੀ ਰੇਟ ਉਹਨੇ ਅਪਲਾਈ ਕਰਨਾ, ਉਸੇ ਰੇਟ ਤੇ ਤੁਹਾਨੂੰ ਉਹਨੇ ਦੇ ਦੇਣਾ ਵੀ ਲਓ ਜੀ ਇਹਨਾਂ ਦਾ ਖਰੀਦਿਆ ਤੇ ਭੇਜਤਾ ਤੁਹਾਡਾ ਪੈਸਾ। ਜਦ ਸਾਨੂੰ ਇਹ ਫੈਸਿਲਿਟੀ ਗਵਰਨਮੈਂਟ ਨੇ ਦਿੱਤੀ ਹੈ, ਮਜ਼ੇ ਦੀ ਗੱਲ ਇਹ ਹੈ ਵੀ ਇਹ ਜਿਹੜੀ ਅਸੀਂ ਪ੍ਰਾਪਰਟੀ ਵੇਚਦੇ ਨੌਨ ਰੈਜ਼ੀਡੈਂਟ ਜੀ ਲਿਬਰਲਾਈਜ਼ ਸਕੀਮ ਹੈ, ਇਹਦੀ ਕੋਈ ਆਰਬੀਆਈ ਤੋਂ ਪ੍ਰਾਇਲ ਅਪਰੂਵਲ ਦੀ ਵੀ ਲੋੜ ਨਹੀਂ, ਕਿਸੇ ਦੀ ਵੇਚੋ ਪੈਸੇ ਪਹਿਲਾਂ ਹੁੰਦੀਆਂ ਸੀ ਪ੍ਰਾਇਲ ਅਪਰੂਵਲ ਲੈਣੀ ਹੈ। ਤੇ ਇੱਕ ਮੈਂ ਦੱਸ ਦਿਆਂ $1 ਮਿਲੀਅਨ ਐਵਰੀ ਈਅਰ ਅਸੀਂ ਭੇਜ ਸਕਦੇ ਹਾਂ। ਅੱਛਾ ਜੀ, ਇਸ ਰੂਟ ਰਾਹੀਂ। ਕੀ ਛਾਬੜਾ ਸਾਹਿਬ ਇੱਕ ਗੱਲ ਹੈ ਉਹ ਸਮਝਾ ਦਿਓ ਚੰਗੀ ਤਰ੍ਹਾਂ ਕਿ ਜ਼ਮੀਨ ਦਾ ਮੈਂ ਸੌਦਾ ਕਰ ਲਿਆ, ਜੇ ਮੇਰੇ ਕੋਲ ਹੁੰਦੀ ਮੈਂ 15 ਲੱਖ ਦਾ ਮੰਨ ਲਓ ਸੌਦਾ ਕਰ ਲਿਆ ਜੀ, ਤਾਂ ਮੂਹਰੇ ਅਗਲੇ ਕਹਿੰਦੇ ਜੀ ਆਪਾਂ ਇਦਾਂ ਕਰਦੇ ਹਾਂ ਵੀ ਦੇਣਾ ਤੁਹਾਨੂੰ 15 ਹੀ ਆ, ਪਰ ਆਪਾਂ ਰਜਿਸਟਰੀ 5 ਲੱਖ ਦੀ ਕਰਾਉਣੀ ਆ। ਰਜਿਸਟਰੀ 5 ਲੱਖ ਦੀ ਕਰਾ ਲਈ, 10 ਲੱਖ ਰੁਪਈਆ ਉਹ ਘਰੇ ਆ ਕੇ ਫੜਾ ਗਏ, ਉਹ ਵੀ 10 ਲੱਖ ਰੁਪਈਆ ਫਿਰ ਚਲੇ ਹੀ ਜਾਣਾ। WhatsApp ਪਤਾ ਕੀ ਇਹ ਬੜਾ ਇੱਕ ਟਿਪੀਕਲ ਜਿਹਾ ਹੈਗਾ ਤੇ ਚਲੋ ਆਈ ਕੈਨ ਡਿਸਕਸ ਔਨ ਪਬਲਿਕ। ਇੱਕ ਤੇ ਹੈਗਾ ਵੀ ਕਲੈਕਟਰ ਰੇਟ ਤੋਂ ਘੱਟ ਰਜਿਸਟਰੀ ਨਹੀਂ ਹੋਣੀ। ਠੀਕ ਹੈ, ਮੈਂ ਆਪਣੇ ਭਰਾਵਾਂ ਨੂੰ ਜ਼ਰੂਰ ਕਹਾਂਗਾ ਵੀ ਕਲੈਕਟਰ ਰੇਟ ਤੋਂ ਘੱਟ ਤੁਸੀਂ ਰਜਿਸਟਰੀ ਨਹੀਂ ਕਰਾਂਗੇ। ਸਰਕਾਰੀ ਕੀਮਤ ਜੋ ਸਰਕਾਰੀ ਕੀਮਤ ਹੈ ਘੱਟ ਤੋਂ ਘੱਟ ਉਹ ਤੇ ਹੋਣੀ ਹੈ ਜੀ। 50C ਸੈਕਸ਼ਨ ਹੈ ਇਨਕਮ ਟੈਕਸ ਦਾ ਜੀ, ਕਿਉਂਕਿ ਇਹ ਲੋਕ ਵੇਚਦੇ ਨੇ, ਕੈਪੀਟਲ ਗੇਨ ਉਹਨੇ ਦੇਣਾ ਜੀ। ਜੇ ਉਹ ਕਹੇਗਾ ਨਹੀਂ ਜੀ ਇਹ ਲੱਖ ਦੀ ਚੀਜ਼ ਹੈ, ਮੈਂ 50,000 ਦੀ ਵੇਚ ਦਿੱਤੀ, ਸਟੈਂਪ ਪੇਪਰ 50,000 ਦੇ ਪਹਿਲਾਂ ਲਿੱਤੇ, ਉਹਦੇ ਉੱਤੇ ਰਜਿਸਟਰੀ ਲਿਖ ਦਿੱਤੀ, ਤਹਿਸੀਲਦਾਰ ਨੇ ਆਬਜੈਕਸ਼ਨ ਲਾਤਾ ਰਜਿਸਟਰਾਰ ਨੇ, ਨਹੀਂ ਜੀ ਇਹ ਤੇ ਇਹਦਾ ਰੇਟ ਕਲੈਕਟਰ ਰੇਟ ਲੱਖ ਰੁਪਈਆ। ਤਾਂ ਜਿਹੜਾ ਖਰੀਦਣ ਵਾਲਾ ਹੁੰਦਾ ਉਹ ਹੁਸ਼ਿਆਰ ਹੁੰਦਾ ਬੰਦਾ, ਉਹ ਕਹਿੰਦਾ ਜੀ ਮੈਂ ਉੱਪਰਲੇ 50,000 ਦਾ ਸਟੈਂਪ ਪੇਪਰ ਦੇ ਦਿੰਦਾ ਜੀ, ਉਹ ਡੈਫੀਸ਼ੀਐਂਸੀ ਲੈ ਲਈ। ਪੰਜਾਬ ਗਵਰਨਮੈਂਟ ਦਾ ਜਾਂ ਸਟੇਟ ਗਵਰਨਮੈਂਟ ਦਾ ਕਹਿ ਲਓ, ਰੈਵਨਿਊ ਖਤਮ ਹੋ, ਲਾਸ ਨਹੀਂ ਹੋਇਆ, ਉਹਨੇ ਪੈਸੇ ਪੂਰੇ ਲੈ ਲਏ, ਰਜਿਸਟਰੀ ਕਰ ਦਿੱਤੀ। ਇਨਕਮ ਟੈਕਸ ਰਿਟਰਨ ਭਰਨ ਵੇਲੇ ਸੈਲਰ ਨੂੰ ਕੈਪੀਟਲ ਗੇਨ ਕਾਹਦੇ ਤੇ ਦੇਣਾ ਪੈਂਦਾ ਜੀ, ਅਮਾਉਂਟ ਐਡਮਿਟਡ ਬਾਈ ਬਿਫੋਰ ਰਜਿਸਟਰਾਰ। ਠੀਕ ਹੈ ਜੀ, ਦੈਟ ਮੀਨ ਮੈਂ ਰਜਿਸਟਰਾਰ ਦੇ ਕੋਲ ਐਡਮਿਟ ਕਰ ਲਈ ਵੀ ਲੱਖ ਰੁਪਏ ਦੀ ਹੈ, ਸਟੈਂਪ ਪੇਪਰ ਦਿੱਤੇ ਨਾ, ਮੈਨੂੰ ਉਹ ਲੱਖ ਰੁਪਏ ਮਿਲਣਾ 50,000 ਹੈ, ਟੈਕਸ ਮੈਨੂੰ ਲੱਖ ਰੁਪਏ ਤੇ ਦੇਣਾ ਪੈਣਾ। ਇਸ ਕਰਕੇ ਮੈਂ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗਾ, ਪਹਿਲਾਂ ਗਾਈਡ ਕਰਾਂਗਾ ਵੀ ਕੋਈ ਵੀ ਸਾਡਾ ਭਰਾ ਜਿਹੜਾ ਆਉਂਦਾ ਇਸ ਲਾਲਚ ਵਿੱਚ ਨਾ ਜਾਵੇ। ਇਹਦਾ ਫਾਇਦਾ ਸਿਰਫ ਖਰੀਦਣ ਵਾਲੇ ਨੂੰ ਹੁੰਦਾ, ਉਹਨੂੰ ਵਾਈਟ ਕੈਪੀਟਲ ਨਹੀਂ ਦੇਣੀ ਪੈਂਦੀ ਹੈ ਨਾ, ਸਾਡਾ ਤਾਂ ਨੁਕਸਾਨ ਹੈ ਨਾ। ਸਗੋਂ ਸਾਡੇ ਨੌਨ ਰੈਜ਼ੀਡੈਂਟ ਭਰਾਵਾਂ ਨੂੰ ਚਾਹੀਦਾ ਹੈ, ਕਿਉਂਕਿ ਜਿਹੜਾ ਬੰਦਾ ਖਰੀਦਦਾ ਨਾ ਲੋੜਵੰਦ ਖਰੀਦਦੇ ਨੇ, ਕੋਈ ਜੀ ਅਸੀਂ ਤਾਂ ਵੱਧ ਤੋਂ ਵੱਧ ਵਾਈਟ ਪੈਸਾ ਲੈਣਾ। ਹੁਣ ਕਈ ਸੈਗਮੈਂਟ ਹੈਗੇ ਨੇ ਜਿਹੜੇ ਐਗਰੀਕਲਚਰ, ਕਿਉਂਕਿ ਜਿਹੜੀ ਅਸੀਂ ਦੇਖਦੇ ਹਾਂ ਕਹਿ ਲਓ ਅਬਾਊਟ 90% ਟ੍ਰਾਂਜੈਕਸ਼ਨ ਹੁੰਦੀਆਂ ਉਹ ਐਗਰੀਕਲਚਰ ਲੈਂਡ ਦੀਆਂ ਨੇ, ਪਾਰਟੀਕੂਲਰ ਅਸ ਵੀ ਆਰ ਟਾਕਿੰਗ ਅਬਾਊਟ ਪੰਜਾਬ ਜੀ। ਹੁਣ ਐਗਰੀਕਲਚਰ ਜਿਹੜੇ ਹੈਗੇ ਨੇ ਉਹ ਕੁਛ ਐਗਰੀਕਲਚਰ ਜਿਹੜੀਆਂ ਪ੍ਰਾਪਰਟੀ ਨੇ ਉਹ ਨਾਨ ਟੈਕਸੇਬਲ ਨੇ, ਜਿਨ੍ਹਾਂ ਤੇ ਕੈਪੀਟਲ ਗੇਨ ਨਹੀਂ ਪੈਂਦਾ, ਮੈਂ ਵੀ ਕਲੀਅਰ ਕਰ ਦਿਆਂ। ਉਹ ਹੈਗਾ ਵੀ ਕਿਸੇ ਕਾਰਪੋਰੇਸ਼ਨ, ਮਿਊਨਿਸਪਲ ਕਮੇਟੀ ਜਾਂ ਕੌਂਸਲ ਦੀ ਇੱਕ ਪ੍ਰਸਕ੍ਰਾਈਬਡ ਲਿਮਿਟ ਤੋਂ ਬਾਹਰ ਹੈ ਜੀ। ਅੱਗੇ ਹੁੰਦਾ ਸੀ ਰੋਡ ਡਿਸਟੈਂਸ, ਹੁੰਦਾ ਕਰੋ ਅਵੇ, ਉੱਪਰੋਂ ਡਿਸਟੈਂਸ ਏਰੀਅਲ ਡਿਸਟੈਂਸ ਦੇਖਦੇ ਨੇ, ਉਹਦੇ 'ਚ ਅਗਰ ਉਸ ਤੋਂ ਬਾਹਰ ਪੈਂਦੀ ਹੈ ਤਾਂ ਤੁਹਾਨੂੰ ਕੈਪੀਟਲ ਗੇਨ ਵੀ ਨਹੀਂ ਪੈਂਦਾ, ਬਚ ਜਾਂਦੇ ਹੋ ਨਾ, ਟੈਕਸ ਵੀ ਨਹੀਂ ਪੈਣਾ, ਤੇ ਫਿਰ ਤੁਸੀਂ ਪੈਸੇ ਘੱਟ ਕਿਉਂ ਲੈ ਰਹੇ ਹੋ, ਪੈਸੇ ਵੱਧ ਲਵੋ। ਜਿੰਨੇ ਪੈਸੇ ਵੱਧ ਲਓਗੇ ਉਹ ਸਹੀ ਢੰਗ ਨਾਲ ਤੁਸੀਂ ਆਪਣੇ ਪੈਸੇ ਰਿਮਿਟ ਕਰ ਲੋਗੇ ਬਾਹਰ। ਅੱਛਾ ਛਾਬੜਾ ਸਾਹਿਬ, ਬਾਕੀ ਜਿਹੜੇ ਤੁਸੀਂ ਦੂਜੇ ਕਹੇ ਹੈਗੇ ਨੇ ਉੱਪਰਲੇ, ਉਹ ਤਾਂ ਤੁਹਾਨੂੰ ਪਤਾ ਵੀ ਤੁਹਾਡਾ ਆਪਣਾ ਰਿਸਕ ਹੈ, ਜਿੱਦਾਂ ਮਰਜ਼ੀ ਲੈ ਜਾਓਗੇ। ਨਰੋਲ ਕਾਲਾ ਧਨ ਹੋ ਜਾਂਦਾ ਜੀ, ਬਲੈਕ ਮਨੀ ਹੋ ਜਾਂਦੀ ਹੈ, ਜਿਹੜੀ ਆਪਾਂ ਕਹਿੰਦੇ ਆ ਕਿ 5 ਲੱਖ ਦੀ ਰਜਿਸਟਰੀ ਕਰਾ ਲਈ, 10 ਲੱਖ ਰੁਪਈਆ ਘਰੇ ਫੜਾ ਗਏ, ਉਹ 10 ਲੱਖ ਬਲੈਕ ਮਨੀ ਹੋ ਗਈ। ਉਹ ਨਰੋਲ ਕਾਲਾ ਜੀ ਪੈਰਲਲ ਇਕਨੋਮੀ ਜਿੱਦਾਂ ਕਹਿ ਲੈ, ਉਹਦੇ ਵਿੱਚ ਆਂਦਾ। ਉਹ ਸਰਕਾਰ ਨੂੰ ਜੇ ਪਤਾ ਲੱਗ ਜਾਏ ਤਾਂ ਤੁਸੀਂ ਕਾਨੂੰਨੀ ਪਚੜੇ 'ਚ ਫਸਦੇ ਹੋ, ਪੱਕਾ ਫਸਦੇ ਜੀ। ਉਹ ਹਵਾਲੇ 'ਚ ਜਿਹੜੀ ਮੈਂ ਪਹਿਲਾਂ ਗੱਲਾਂ ਦੱਸੀਆਂ ਨੇ ਜੀ, ਉਹ ਹਵਾਲਾ ਉੱਥੇ ਐਪਲੀਕੇਬਲ ਹੁੰਦਾ। ਤੇ ਜੇ ਛਾਬੜਾ ਸਾਹਿਬ ਆਪਾਂ ਆਹ ਪੰਗੇ 'ਚ ਪਈਏ ਹੀ ਨਾ, ਉਹ ਜਿਹੜਾ 10 ਲੱਖ ਰੁਪਈਆ ਵਾਧੂ ਆ ਗਿਆ ਉਹਦੇ ਡਾਲਰ ਬਣਾਈਏ ਇੱਥੋਂ ਤਾਂ ਨਾਲ ਲੈ ਜੇ ਜਹਾਜ਼।
ਦੇਖੋ ਜਹਾਜ਼ 'ਚ ਲੈ ਜਾਓ, ਇੱਕ ਪ੍ਰਸਕ੍ਰਾਈਬਡ ਅਮਾਊਂਟ ਹੁੰਦੀ ਹੈ, ਜੇ ਤੁਸੀਂ ਜਾ ਕੇ ਉੱਥੇ ਵੀ ਬੈਂਕ 'ਚ ਜਮ੍ਹਾਂ ਕਰਾਉਣੇ ਨੇ ਨਾ, ਮੈਨੂੰ ਜਿੱਥੋਂ ਤੱਕ ਉਸ ਦਾ ਲਾਅ ਪਤਾ ਹੈ, ਅਮਾਊਂਟ ਤੁਸੀਂ 에ਅਰਪੋਰਟ ਤੇ ਡਿਕਲੇਅਰ ਕਰਨੀ ਹੈ ਵੀ ਮੈਂ ਇਹਨੇ ਲੈ ਕੇ ਆ, ਡੈਕਲੇਰੇਸ਼ਨ ਉੱਥੇ ਫਾਈਲ ਕਰਨੀ, ਉਹ ਬੈਂਕ ਕੋਲ ਜਾਏਗੀ ਤੇ ਬੈਂਕ ਤਾਂ ਜਮ੍ਹਾਂ ਕਰੇਗਾ ਪੈਸੇ ਤੁਹਾਡੇ ਉੱਤੇ। ਇੰਡੀਆ ਵਾਂਗਰ ਨਹੀਂ ਹੈ, ਇੰਡੀਆ ਵਾਂਗਰ ਨਹੀਂ ਹੈ ਜੀ ਮੈਂ ਜਾ ਕੇ ਝੋਲਾ ਲਟਕਾ ਉਲਟਾ ਕਰਤਾ ਬੈਂਕ ਦੇ ਅੱਗੇ, ਕੈਸ਼ੀਅਰ ਦੇ ਅੱਗੇ, ਮੇਰੇ ਅਕਾਊਂਟ ਜਮ੍ਹਾਂ ਕਰ ਦਿਓ, ਉਹਨੇ ਕਰ ਦੇਣੇ, ਇੱਥੇ ਪੁੱਛਦੇ ਨਹੀਂ ਕੋਈ ਵੀ ਕਿੱਥੋਂ ਆਏ। ਉੱਥੇ ਤੁਹਾਡੇ ਅਗਰ ਤੁਸੀਂ $2500 $5000 ਕੈਸ਼ ਜਮ੍ਹਾਂ ਕਰਾਉਣ ਜਾ ਰਹੇ ਹੋ ਨਾ, ਤੇ ਜਿਹੜਾ ਉਹ ਕਾਊਂਟਰ ਤੇ ਬੈਠਾ ਹੁੰਦਾ ਬੰਦਾ, ਉਹ 2-4 ਵਾਰ ਉੱਠ ਕੇ ਖਲੋ ਕੇ ਦੇਖਦਾ ਬੰਦੇ ਵਾਲੇ 5000 ਕੈਸ਼ ਕਿੱਥੋਂ ਲਿਆ। ਤੇ ਇਹ ਉਹਦੀ ਨਿਗਾਹ, ਉਹਨਾਂ ਨੂੰ ਪੂਰਾ ਰਾਈਟ, ਉਹ CRA ਨੂੰ ਵੀ ਇਨਫਾਰਮ ਕਰ ਦਿੰਦੇ ਨੇ। ਅੱਛਾ ਜੀ। ਮੈਂ ਤੁਹਾਨੂੰ ਛੋਟੀ ਜਿਹੀ ਆਪਣੀ ਐਗਜ਼ਾਮਪਲ ਦੇਣਾ, ਮੈਨੂੰ ਪੈਸੇ ਇੱਥੋਂ ਚਾਹੀਦੇ ਸੀਗੇ, ਠੀਕ ਹੈ, ਫॉर ਪਰਚੇਜ਼ ਆਫ ਸਮ ਪ੍ਰਾਪਰਟੀ ਉੱਥੇ ਬੇਟੇ ਦੇ, ਮੈਂ ਲੀਗਲ ਵੇ ਨਾਲ ਪੈਸੇ ਮੰਗਾਏ ਨੇ ਇੱਧਰੋਂ, ਕੈਨੇਡਾ ਬਾਹਰ ਵਿਦੇਸ਼ ਤੋਂ, ਇੰਡੀਆ ਤੋਂ ਮੈਂ ਉੱਥੇ ਮੰਗਾਏ। ਅੱਛਾ ਜੀ। ਉੱਥੇ ਬੈਠੇ ਮੈਂ ਡਾਕੂਮੈਂਟ ਸਾਈਨ ਇੱਥੇ ਕਰ ਗਿਆ, ਪਹੁੰਚ ਗਏ ਪੈਸੇ ਉੱਥੇ। ਬੈਂਕ ਨੇ 3 ਦਿਨ ਸਾਨੂੰ ਰਿਮਿਟੈਂਸ ਨਹੀਂ ਦਿੱਤੀ ਕੈਨੇਡਾ ਵਾਲਿਆਂ ਨੇ। ਵੀ ਦੱਸੋ ਕਿੱਥੋਂ ਆਏ ਆ? ਮੈਂ ਉਹਨਾਂ ਨੂੰ ਸੈਟੀਸਫਾਈ ਕੀਤਾ ਆਪਣੀਆਂ ਰਿਟਰਨਾਂ ਮੰਗਾ ਕੇ, ਕਿ ਮੇਰੀ ਉੱਥੇ ਰਿਟਰਨਾਂ ਨੇ, ਬੈਂਕ ਤੋਂ ਆ ਰਹੇ ਨੇ, ਮੈਂ ਕੋਈ ਕੈਸ਼ ਥੋੜੀ ਲਿਆ ਰਿਹਾ। ਫਿਰ ਮੈਨੂੰ ਰਿਮਿਟੈਂਸ ਉਹਨਾਂ ਨੇ ਕ੍ਰੈਡਿਟ ਦਿੱਤਾ ਸੀ। ਦੇ ਆਰ ਵੈਰੀ ਵਿਜੀਲੈਂਟ ਜੀ। ਔਰ ਉੱਥੇ ਉਹਨਾਂ ਕੋਲ ਰਾਈਟ ਹੈ, ਬੈਂਕ ਵਾਲਿਆਂ ਕੋਲ ਇਮੀਡੀਏਟਲੀ ਕਾਲ ਕਰ ਸਕਦੇ ਨੇ CRA ਨੂੰ, ਵੀ ਇਹ ਸਾਡੇ ਕੋਲ ਕੇਸ ਆਇਆ, ਡਾਊਟਫੁਲ ਹੈਗਾ, ਤੇ ਯੂ ਕੈਨ ਬੀ ਰਾਉਂਡ ਅਪ। ਤੇ ਇਸ ਕਰਕੇ ਆ ਵੀ ਹਾਂ, ਬਾਕੀ ਜੇ ਤੁਸੀਂ ਕਰਨਾ ਜੇਬ 'ਚ ਪਾ ਕੇ ਲੈ ਗਏ, ਉੱਥੇ ਖੱਜਲ ਹੀ ਕਰਨੇ ਨੇ ਜੀ, ਕੈਸ਼ ਹੀ ਖਾਣੇ ਪੀਣੇ, ਤਾਂ ਇੱਥੇ ਵੀ ਖਰਾਬ ਨੇ, ਤਾਂ ਉੱਥੇ ਵੀ ਖਰਾਬ ਨੇ, ਤੁਹਾਡਾ ਉਹ ਤੁਸੀਂ ਉਹਦਾ ਕੋਈ ਲੰਬਾ ਚੌੜਾ ਬੈਨੀਫਿਟ ਨਹੀਂ ਲੈ ਸਕਦੇ। ਅੱਛਾ ਛਾਬੜਾ ਸਾਹਿਬ, ਮੈਨੂੰ ਇੱਕ ਚੀਜ਼ ਜ਼ਰੂਰ ਥੋੜੀ ਜਿਹੀ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ NRI ਜਿਹੜਾ ਬੰਦਾ ਉੱਥੇ ਰਹਿੰਦਾ, ਆਪਣੇ ਬਹੁਤ ਸਾਰੇ ਲੋਕ ਜਾਂਦੇ ਨੇ ਉੱਧਰ ਕਿ 7-8 ਮਹੀਨੇ ਉੱਧਰ ਰਹਿ ਲਿਆ, 3-4 ਮਹੀਨੇ ਇੱਧਰ ਰਹਿ ਲਿਆ, ਇੱਧਰ ਠੇਕਾ ਵੀ ਆਉਂਦਾ ਹੈ, ਪੈਨਸ਼ਨ ਆਉਂਦੀ ਹੈ, ਦੁਕਾਨਾਂ ਦਾ ਕਿਰਾਇਆ ਕਰੋਇਆ ਆਉਂਦਾ, ਕਈਆਂ ਕੋਲ ਹੁੰਦਾ ਕਈ ਜੁਗਾੜ ਜਿਹਾ ਨਾ, ਜਾਣੀ ਅਗਲੇ ਬੰਦੇ ਕਹਿੰਦੇ ਜੀ ਸਾਡਾ ਤਾਂ ਉਧਰਲੇ ਪਾਸੇ ਟੈਕਸ ਕੱਟਦੇ ਆ, ਅਸੀਂ ਇੱਧਰਲੇ ਪਾਸੇ ਤਾਂ ਆ। ਕੀ ਜਿਹੜਾ ਬੰਦਾ NRI ਆ, ਵਿਦੇਸ਼ 'ਚ ਰਹਿੰਦਾ, ਉਹਨੂੰ ਭਾਰਤ ਦੇ ਵਿੱਚ ਜੇ ਕਿਸੇ ਵੀ ਕਿਸਮ ਦਾ ਟੈਕਸ ਭਰਨਾ ਜ਼ਰੂਰੀ ਹੈ? ਜੇ ਉਹ ਨਹੀਂ ਭਰਦਾ ਤਾਂ ਕੀ ਉਹਨੂੰ ਸਮੱਸਿਆ ਕੋ ਆ ਸਕਦੀ ਹੈ? ਜੇ ਟੈਕਸ ਭਰਨਾ ਚਾਹੀਦਾ ਤਾਂ ਕਿੱਦਾਂ, ਕਿਹੜੀ ਚੀਜ਼ ਵਿੱਚ ਸ਼ਾਮਲ ਕਰਨੀ, ਕਿਹੜੀ ਨਹੀਂ? ਬਾਠ ਸਾਹਿਬ, ਕਿਸੇ ਵਿਅਕਤੀ ਨੂੰ ਵੀ ਅਗਰ ਇੰਡੀਆ 'ਚ ਇਨਕਮ ਹੋ ਰਹੀ ਹੈ, ਇਨਕਮ ਤੋਂ ਭਾਵ ਕਰੰਟ ਇਨਕਮ ਤੋਂ ਭਾਵ ਤੁਹਾਡੀ ਰੈਂਟਲ ਇਨਕਮ, ਕੋਈ ਪ੍ਰਾਪਰਟੀ ਤੁਸੀਂ ਕਿਰਾਏ ਤੇ ਦਿੱਤੀ ਹੋਈ ਹੈ ਜੀ, ਤੁਹਾਨੂੰ ਪੈਨਸ਼ਨ ਆ ਰਹੀ ਹੈ, ਤੁਹਾਡੇ ਬੈਂਕ 'ਚ ਡਿਪੋਜ਼ਿਟ ਪਏ ਨੇ, ਉੱਥੋਂ ਵਿਆਜ ਆ ਰਿਹਾ, ਕਿਸੇ ਕੰਪਨੀਆਂ ਨੂੰ ਤੁਸੀਂ ਅਗਰ ਪੈਸੇ ਲਗਾਏ ਹੋਏ ਨੇ, ਉੱਥੋਂ ਤੁਹਾਨੂੰ ਵਿਆਜ ਆ ਰਿਹਾ, ਕੋਈ ਸਾਈਡ ਬਿਜ਼ਨਸ ਕਰਦੇ ਪਏ, ਉੱਥੋਂ ਤੁਹਾਨੂੰ ਇਨਕਮ ਆ ਰਹੀ ਹੈ, ਐਗਰੀਕਲਚਰ ਲੈਂਡ ਹੈ, ਤੁਹਾਨੂੰ ਉੱਥੋਂ ਹੜ੍ਹ ਆ ਰਿਹਾ। ਅੱਛਾ, ਉਹ ਜਣੀ ਜਿਹੜਾ ਠੇਕੇ ਤੇ ਜ਼ਮੀਨ ਦਿੱਤੀ ਉਹਦਾ ਵੀ ਟੈਕਸ ਭਰਨਾ ਚਾਹੀਦਾ? ਉਹਦੀ 2 ਚੀਜ਼ਾਂ ਨੇ ਜੀ। ਜੇ ਤੇ ਤੁਹਾਡੇ ਕੋਲ ਹੋਰ ਕੋਈ ਟੈਕਸੇਬਲ ਸੋਰਸ ਨਹੀਂ ਹੈ, ਤੇ ਜਿਹੜੀ ਐਗਰੀਕਲਚਰ ਇਨਕਮ ਆਉਂਦੀ ਸਿਰਫ ਉਹ ਨਾਨ ਟੈਕਸੇਬਲ ਹੋਏਗੀ। ਪਰ ਜੇ ਤੁਹਾਡੇ ਕੋਲ ਪੈਨਸ਼ਨ ਵੀ ਆ ਰਹੀ ਹੈ, ਕੋਈ ਰੈਂਟ ਵੀ ਆ ਰਿਹਾ, ਨਾਲ ਐਗਰੀਕਲਚਰ ਦੀ ਆ ਰਹੀ ਹੈ, ਐਗਰੀਕਲਚਰ ਇਨਕਮ ਨੂੰ ਇੰਡੀਆ ਦੇ ਵਿੱਚ ਇਨਕਮ 'ਚ ਇਨਕਲੂਡ ਕੀਤਾ ਜਾਂਦਾ ਫॉर ਟੈਕਸ ਪਰਪਸ, ਰੇਟ ਪਰਪਸ ਜੀ। ਰਿਬੇਟ ਮਿਲ ਜਾਂਦਾ, ਪਰ ਉਹਨੂੰ ਵਿੱਚ ਕੰਸੀਡਰ ਕੀਤਾ ਜਾਂਦਾ, ਉਹਨੂੰ ਡਿਕਲੇਅਰ ਕਰਨਾ ਜ਼ਰੂਰੀ ਹੋ ਜਾਂਦਾ। ਤੇ ਜਿਹੜੀ ਇਨਕਮ ਇੰਡੀਆ 'ਚ ਆ ਰਹੀ ਹੈ, ਤੇ ਮੈਂ ਇੰਡੀਆ 'ਚ ਰਿਟਰਨ ਜ਼ਰੂਰ ਭਰਾਂਗਾ, ਕਿਉਂਕਿ ਇੰਡੀਆ ਦੀ ਧਰਤੀ ਤੇ ਮੈਨੂੰ ਇਨਕਮ ਆ ਰਹੀ, ਉੱਥੇ ਟੈਕਸ ਲੱਗਣਾ। ਪਰ ਛਾਬੜਾ ਸਾਹਿਬ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ 99% ਲੋਕਾਂ ਦੇ ਜਿਹੜੇ ਬੈਂਕ ਖਾਤੇ ਆ NRO ਨਹੀਂ, ਮੈਨੂੰ ਲੱਗਦਾ ਕਿ 90% ਲੋਕ ਇੰਡੀਆ 'ਚ ਟੈਕਸ ਨਹੀਂ ਭਰਦੇ ਹੋਣੇ, ਬਾਹਰ ਰਹਿੰਦੇ ਆ। ਨਹੀਂ ਜੀ, ਪਿੰਡਾਂ ਵਾਲੇ ਜਿਹੜੇ ਨੇ, ਪਿੰਡਾਂ ਵਾਲੇ ਜਿਹੜੇ ਜਿੱਦਾਂ ਅਸੀਂ ਕਹਿਤਾ ਵੀ ਖਾਲੀ ਐਗਰੀਕਲਚਰ ਇਨਕਮ ਹੈ ਤਾਂ ਨਹੀਂ ਭਰਦੇ, ਉਹਨਾਂ ਨੂੰ ਕੋਈ ਏਡੀ ਵੱਡੀ ਪ੍ਰੋਬਲਮ ਵੀ ਨਹੀਂ ਆਉਂਦੀ, ਕਿਉਂਕਿ ਹੋਰ ਸੋਰਸ ਕੋਈ ਨਹੀਂ ਜੀ। ਪਰ ਉਹਨਾਂ ਨੂੰ ਜਿਹੜਾ NRO 'ਚ ਜਮ੍ਹਾਂ ਅਗਰ ਉਹ ਪੈਸੇ ਕਰਾਉਣਗੇ ਤਾਂ ਹੀ ਉੱਥੋਂ ਲੈ ਜਾਣਗੇ ਨਾ। ਐਗਰੀਕਲਚਰ ਇਨਕਮ ਜਿਹੜੀ ਉਹਨਾਂ ਨੂੰ ਇੱਥੇ ਆ ਰਹੀ ਹੈ, ਉਹ ਵੀ ਉਹਨਾਂ ਦੀ ਕਰੰਟ ਇਨਕਮ ਹੈ ਜੀ। ਅਗਰ ਰੈਗੂਲਰ NRO 'ਚ ਜਮ੍ਹਾਂ ਕਰਾਈ ਜਾਂਦੇ ਨੇ, ਭਾਵੇਂ ਉਹ ਟੈਕਸ ਨਹੀਂ ਭਰਿਆ, ਨਹੀਂ ਰਿਟਰਨ ਭਰਨ, ਉਹ 'ਚ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਟੈਕਸ ਨਹੀਂ ਲੱਗਣਾ ਜੀ। ਸਾਡਾ ਐਕਟ ਕਹਿੰਦਾ ਇਨਕਮ ਟੈਕਸ ਦਾ ਵੀ ਜਿਸ ਵਿਅਕਤੀ ਦੀ ਟੈਕਸੇਬਲ ਇਨਕਮ 2.5 ਲੱਖ ਤੋਂ ਵੱਧ ਆ ਜੀ, ਉਹਦੇ ਵਾਸਤੇ ਰਿਟਰਨ ਭਰਨੀ ਮੈਂਡੇਟਰੀ ਹੈ। ਪਰ ਜਿਹਦੀ ਹੁਣ ਟੈਕਸੇਬਲ ਤਾਂ ਹੈ ਨਹੀਂ ਜੀ, ਅਗਰ ਹੋਰ ਕੋਈ ਨਹੀਂ ਆਉਂਦੀ ਪਈ, ਇਸ ਕਰਕੇ ਉਹਨੂੰ ਰਿਟਰਨ ਭਰਨਾ ਜ਼ਰੂਰੀ ਨਹੀਂ ਹੈ, ਪਰ ਉਹ NRO 'ਚ ਜਮ੍ਹਾਂ ਕਰਾਈ ਜਾਵੇ ਜੀ। ਤੇ ਜਦੋਂ ਮਰਜ਼ੀ 5-7 ਸਾਲਾਂ ਬਾਅਦ ਦਾ ਭਾਵੇਂ ਅਗਰ ਜ਼ਿਆਦਾ ਇਨਕਮ ਹੈ, ਹਰ ਸਾਲ ਆ ਕੇ ਰਿਮਿਟ ਉੱਤੇ ਕਰਾ ਸਕਦਾ, ਜਿੱਦਾਂ ਦੀ ਪਹਿਲਾਂ ਪ੍ਰੋਸੀਜਰ ਦੱਸਿਆ। ਇੱਦਾਂ ਹੀ ਹੈਗਾ ਜਿਨ੍ਹਾਂ ਦੀ ਪੈਨਸ਼ਨ ਵਗੈਰਾ ਆ ਰਹੀ ਹੈ, ਰੈਂਟਲ ਇਨਕਮ NRO 'ਚ ਜਮ੍ਹਾਂ ਕਰਾਓਗੇ ਤੇ ਤੁਹਾਡਾ ਪੈਸਾ ਉੱਥੇ ਈਜ਼ੀ ਵਾਪਸ ਜਾਏਗਾ। ਅੱਛਾ ਛਾਬੜਾ ਸਾਹਿਬ, ਮੰਨ ਲਓ ਕਿ ਮੈਂ ਇਦਾਂ ਨਹੀਂ ਕਰਨਾ, ਮੈਂ NRO ਨਹੀਂ ਖਿਲਾਇਆ, ਮੇਰਾ ਨਾਰਮਲ ਸੇਵਿੰਗ ਅਕਾਊਂਟ ਹੀ ਆ, ਤੇ ਉਧਰਲੇ ਪਾਸੇ ਵੀ ਆਪਣਾ ਬੈਂਕ 'ਚ ਖਾਤਾ ਹੈਗਾ, ਆਪਾਂ ਆਉਨੇ ਆ, ਕੀ ਸਧਾਰਨ ਬੈਂਕ ਖਾਤੇ 'ਚੋਂ ਵੀ ਆਪਾਂ ਟ੍ਰਾਂਸਫਰ ਕਰ ਸਕਦੇ ਪੈਸੇ? ਜੇ ਤੇ ਤੁਸੀਂ ਆਪਣੇ ਪੈਸੇ 'ਚੋਂ ਆਪਣੇ ਅਕਾਊਂਟ 'ਚੋਂ ਆਪਣੇ ਅਕਾਊਂਟ 'ਚ ਭੇਜਣੇ ਨੇ ਉੱਥੇ, ਫਿਰ ਤੇ ਤੁਹਾਨੂੰ NRO ਡਿਕਲੇਅਰ ਕਰਨਾ ਪੈਣਾ, ਉਸ ਤੋਂ ਬਿਨਾਂ ਚਾਰਾ ਨਹੀਂ। ਉਸ ਤੋਂ ਬਿਨਾਂ ਚਾਰਾ ਨਹੀਂ। ਆਰਡੀਨਰੀ ਅਕਾਊਂਟ ਦੇ ਵਿੱਚੋਂ
ਆਪਣੇ ਆਪ ਨੂੰ ਇਹ ਕਹਿੰਦੇ ਹੋਏ ਜੀ ਮੈਂ ਇੰਡੀਅਨ ਰੈਜ਼ੀਡੈਂਟ ਆ, ਪੀਆਰ ਹੈਗਾ ਵਾਂ, ਪਾਸਪੋਰਟ ਇੰਡੀਅਨ ਆ, ਮੈਂ ਆਪਣੇ ਬੱਚਿਆਂ ਨੂੰ ਭੇਜ ਸਕਦਾ, ਆਪਣੀ ਫੈਮਿਲੀ ਨੂੰ ਭੇਜ ਸਕਣਾ ਐਜ਼ ਅ ਗਿਫਟ, ਪਰ ਉਹਦੇ ਉੱਤੇ ਬੈਂਕ ਨੇ 5% TCS ਲੈ ਲੈਣਾ। ਠੀਕ ਹੈ, ਇਹਦੇ ਬਾਰੇ ਮੈਂ ਤੁਹਾਨੂੰ WhatsApp ਕਲੀਅਰ ਕਰਾਂ, ਪਿੱਛੇ ਬੜਾ ਉੱਥੇ ਕਨਫਿਊਜ਼ਨ ਸੀਗਾ, ਪਾਰਟਿਕੂਲਰਲੀ ਰੌਲਾ ਪੈ ਗਿਆ ਸੀ ਪੂਰਾ, ਰੌਲਾ ਪੈ ਗਿਆ ਸੀ ਇਨ ਕੈਨੇਡਾ 'ਚ। ਉਹਦੇ ਨੋਟੀਫਿਕੇਸ਼ਨ 2020 ਚ ਆਈ ਹੈ ਵੀ 5% TCS ਲੱਗੇਗਾ, ਅਕਤੂਬਰ ਤੋਂ ਲੱਗਾ ਸੀਗਾ। ਉੱਥੇ ਖੱਪ ਪੈ ਗਈ ਸੀਗਾ ਵੀ ਹੁਣ ਉਹ 5% ਬੈਂਕ ਵਾਲਾ ਲੈਂਦਾ ਪੈਸੇ ਇੱਥੇ ਭੇਜਣ ਦੇ, ਵੀ ਜੇ ਲੱਖ ਭੇਜਣਾ 5000 ਲੈ ਲੈਂਦੇ ਆ, 5000 ਲੈ ਲੈਂਦੇ ਨੇ ਬੈਂਕ ਵਾਲੇ। ਤੇ ਉਹਨਾਂ ਨੇ ਜ਼ਮੀਨਾਂ ਵੇਚਣੀਆਂ ਬੰਦ ਕਰਤੀਆਂ ਸੀ ਵੀ ਜੇ ਪੈਸਾ ਆਉਣਾ ਹੀ ਨਹੀਂ ਉਹਨਾਂ ਨੇ ਵੀ ਟੈਕਸ ਲਾਣਾ। ਤੇ ਕਈਆਂ ਦਾ ਕਨਫਿਊਜ਼ਨ ਇਹ ਸੀਗਾ ਵੀ ਉਹ 5% ਲੱਗ ਗਿਆ ਤੇ ਟੈਕਸ ਉਹੀ ਹੈ, ਤੇ 20% ਕਿਉਂ ਕੱਟਦੇ ਨੇ ਅੱਗੇ। ਉਸ ਚੀਜ਼ ਨੂੰ ਕਲੀਅਰ ਕੀਤਾ, ਅਸੀਂ ਇਸ ਚੀਜ਼ ਨਾਲ ਕਰਦੇ ਹਾਂ ਵੀ 5% ਜਿਹੜਾ TCS ਹੈ, TCS ਹੈ ਕਿ ਟੈਕਸ ਕਲੈਕਟਡ ਐਟ ਸੋਰਸ। ਬੈਂਕ ਨੇ ਕੀ ਕਰਨਾ, ਮੈਂ ਇੰਡੀਅਨ ਰੈਜ਼ੀਡੈਂਟ ਆ, ਮੈਂ ਪੈਸੇ ਬਾਹਰ ਭੇਜ ਰਿਹਾ ਆਪਣੀ ਇੱਥੋਂ ਦੀ ਕਮਾਈ ਚੋਂ ਜੀ, ਜਿੰਨੇ ਮੈਂ ਭੇਜਾਂਗਾ ਉਹਦਾ 5% ਮੇਰੇ ਕੋਲ ਐਕਸਟਰਾ ਲੈ ਲੈਣਾ ਤੇ ਮੇਰੇ ਟੈਕਸ ਕ੍ਰੈਡਿਟ 'ਚ ਦੇ ਦੇਣਾ। ਮੈਨੂੰ ਫਾਰਮ 16 ਮਿਲ ਜਾਣਾ, 26 AS 'ਚ ਆ ਜਾਣਾ, ਜਿਹੜੀ ਮੈਂ ਅਗਲੇ ਸਾਲ ਰਿਟਰਨ ਭਰਨੀ ਮੈਨੂੰ ਉਹਦਾ ਕ੍ਰੈਡਿਟ ਮਿਲਣਾ ਜੀ। ਜੇ ਮੇਰਾ ਕੋਈ ਟੈਕਸ 10,000 ਬਣਦਾ ਤੇ 5,000 ਅਗਰ TCS ਕੱਟਿਆ ਤਾਂ ਮੈਂ 5,000 ਹੋਰ ਜਮ੍ਹਾਂ ਕਰਾਉਣਾ, ਦੈਟ ਮੀਨ ਮੈਨੂੰ ਕੋਈ ਨੁਕਸਾਨ ਨਹੀਂ ਹੈ। ਪਰ ਇਹ ਜਿਹੜੇ ਨੌਨ ਰੈਜ਼ੀਡੈਂਟਸ ਕੇਸ ਇਹਨਾਂ ਦੇ ਵਿੱਚ ਇਹ ਨਹੀਂ ਹੈ। ਇਹਨਾਂ ਨੇ ਤੇ ਅਗਰ ਟੈਕਸ ਬਣਦਾ ਦੇ ਦਿੱਤਾ, ਜਿੱਦਾਂ ਅਸੀਂ ਸਾਰਾ ਅੱਗੇ ਕੈਲਕੂਲੇਟ ਕੀਤਾ ਇੰਡੈਕਸ ਲਗਾ ਕੇ, ਤੇ ਫਰਦਰ ਤੇ ਫਾਰਮ ਹੀ ਦੇਣੇ ਨੇ ਬੈਂਕ ਨੂੰ ਜੀ, ਕੋਈ ਟੈਕਸ ਨਹੀਂ ਇਹਨਾਂ ਤੇ ਪੈਂਦਾ, ਕੋਈ ਬੈਂਕ ਵਾਲਾ TCS ਨਹੀਂ ਲੈਂਦਾ। ਇਸ ਕਰਕੇ ਹੈਗਾ ਵੀ ਆ ਜਿਹੜਾ ਕਨਫਿਊਜ਼ਨ ਆਇਆ ਸੀ ਨਾ, ਇਹਨੂੰ ਜ਼ਰੂਰ ਕਲੀਅਰ ਕਰਨਾ ਚਾਹੀਦਾ, ਮਨ ਚੋਂ ਨਿਕਲਣਾ ਚਾਹੀਦਾ। ਨੌਨ ਰੈਜ਼ੀਡੈਂਟ ਨੇ ਅਗਰ ਆਪਣੇ ਅਕਾਊਂਟ ਇੰਡੀਆ ਦੇ ਵਿੱਚੋਂ NRO ਦੇ ਵਿੱਚੋਂ ਉੱਧਰ ਲਿਜਾਣੇ ਨੇ ਕਿਸੇ ਵੀ ਕੰਟਰੀ 'ਚ, ਤਾਂ TCS ਉਹਨਾਂ ਤੇ ਐਪਲੀਕੇਬਲ ਨਹੀਂ ਹੁੰਦਾ। ਅੱਛਾ ਛਾਬੜਾ ਸਾਹਿਬ, ਇੱਕ ਚੀਜ਼ ਹੋਰ ਦੱਸਿਓ, ਮੇਰਾ ਨਹੀਂ ਜੀ ਕਰਦਾ ਕਿ ਮੈਂ ਕੈਨੇਡਾ ਤੋਂ ਮੁੜਾਂ ਤੇ ਮੈਂ ਇੱਥੇ ਕੋਈ ਮਾੜਾ ਮੋਟਾ ਇੱਕ ਛੋਟਾ ਜਿਹਾ ਪਲਾਟ ਦਾ ਟੁਕੜਾ ਜਾਂ ਜ਼ਮੀਨ ਆਪਣੀ ਵੇਚਣੀ ਆ, ਦੁਕਾਨ ਵੇਚਣੀ ਆ, ਕੀ ਉਧਰ ਬੈਠਾ ਬੰਦਾ ਕੋਈ ਪਾਵਰ ਆਫ ਅਟਾਰਨੀ ਕਿਸੇ ਨੂੰ ਬਣਾ ਕੇ ਇਹ ਚੀਜ਼ ਵੇਚ ਸਕਦਾ ਕਿ ਨਹੀਂ? ਜੀ ਬਿਲਕੁਲ ਵੇਚ ਸਕਦਾ। ਤੁਸੀਂ ਅਗਰ ਉੱਥੇ ਬਾਹਰ ਬੈਠੇ ਹੋ, ਤੁਸੀਂ ਨਹੀਂ ਆ ਸਕਦੇ, ਤੁਸੀਂ ਕਿਸੇ ਆਪਣੇ ਰਿਲੇਟਿਵ ਨੂੰ, ਕਿਸੇ ਯਾਰ ਦੋਸਤ ਨੂੰ ਪਾਵਰ ਆਫ ਅਟਾਰਨੀ ਦੇ ਦਿਓ, ਉਹ ਤੁਹਾਡੇ ਬਿਹਾਫ ਤੇ ਸੇਲ ਕਰ ਦੇਗਾ। ਨਹੀਂ, ਪਰ ਉਹਦੇ ਵਿੱਚ ਵੀ ਜਾਨੀ ਕਿ ਮੇਰੇ ਕੋਲ 3 ਚੀਜ਼ਾਂ ਨੇ, ਮੈਂ ਵੇਚਣੀ ਇੱਕੋ ਹੀ ਹੈ, ਉਹਦੇ ਵਿੱਚ ਵੱਖਰੀ ਵੱਖਰੀ ਪਾਵਰ ਆਫ ਅਟਾਰਨੀ ਹੁੰਦੀ ਕਿ ਸਾਰੀਆਂ ਚੀਜ਼ਾਂ ਦੀ ਦੇਤੀ? ਜਾਂ ਦੇਖੋ ਉਹ ਤੁਹਾਡੀ ਮਰਜ਼ੀ ਹੈ, ਟੂ ਬੀ ਔਨ ਦਾ ਸੇਫਰ ਸਾਈਡ। ਨਹੀਂ ਤੇ ਕਈ ਵਾਰੀ ਹੁੰਦਾ ਯਾਰ ਮੈਂ ਬਾਰ-ਬਾਰ ਕਿੱਥੇ ਕੌਂਸੂਲੇਟ ਜਾਵਾਂਗਾ, ਤੁਹਾਨੂੰ ਪਤਾ ਉੱਥੇ ਅਟਾਰਨੀ ਵੀ ਬਣਾਉਣੀ ਥੋੜਾ ਟਫ ਹੈ ਜੀ। ਪਰ ਨੋਟਰੀ ਕੋਲ ਜਾਓ, ਫਿਰ ਕੌਂਸੂਲੇਟ ਜਾ ਕੇ ਜਾਓ, ਉੱਥੋਂ ਟੈਸਟ ਕਰਾ ਕੇ ਭੇਜੋ, ਫਿਰ ਇੱਥੇ ਇੰਡੀਆ 'ਚ ਆ ਕੇ ਜਾਂ ਪੰਜਾਬ 'ਚ ਆ ਕੇ ਡਿਪਟੀ ਕਮਿਸ਼ਨਰ ਕੋਲੋਂ ਐਂਬੋਸ ਕਰਾਉਣੀ ਪੈਂਦੀ ਹੈ, ਲੰਬਾ ਕੰਮ ਹੈ ਨਾ। ਤੁਸੀਂ ਸੋਚੋਗੇ ਯਾਰ ਮੇਰੇ 3 ਪ੍ਰਾਪਰਟੀਜ਼ ਨੇ, ਮੈਂ ਇਕੱਠੀ ਦੇ ਦੇਣਾ ਇਹਨਾਂ ਨੂੰ ਅਟਾਰਨੀ, ਮੁੜ ਕੇ ਲੋੜ ਪਏ ਤਾਂ ਉਹ ਜਦ ਤੱਕ ਉਹ ਅਟਾਰਨੀ ਵਿਡਰਾ ਨਹੀਂ ਹੁੰਦੀ ਉਹ ਤਾਂ ਚੱਲੇਗੀ ਨਾ। ਵਿਡਰਾ ਦਾ ਮਤਲਬ ਜੇ ਮੈਂ ਅਟਾਰਨੀ ਦੇ ਰਿਹਾ ਜੀ, ਅੱਛਾ ਵਾਪਸ ਵੀ ਲਈ ਜਾ ਸਕਦੀ ਹੈ? ਮੈਨੂੰ ਪਤਾ ਲੱਗ ਰਿਹਾ ਵੀ ਤੁਸੀਂ ਮੇਰੇ ਅਟਾਰਨੀ ਨੂੰ ਮਿਸਯੂਜ਼ ਕਰਦੇ ਪਏ ਹੋ, ਜਾਂ ਇੱਕ ਮੇਰੀ ਪ੍ਰਾਪਰਟੀ ਵੇਚੀ ਮੈਨੂੰ ਪੈਸੇ ਹੀ ਨਹੀਂ ਭੇਜੇ ਜੀ, ਹੈ ਨਾ, ਤੇ ਮੈਂ ਕੀ ਕਰਾਂਗਾ? ਫਿਰ ਮੈਂ ਅਟਾਰਨੀ ਕੈਂਸਲ ਨਹੀਂ ਕਰਾਂਗਾ, ਫਿਰ ਮੈਂ ਅਟਾਰਨੀ ਕੈਂਸਲੇਸ਼ਨ ਦਾ ਨੋਟਿਸ ਭੇਜਾਂਗਾ ਬੰਦੇ ਨੂੰ ਵਕੀਲ ਰਾਹੀਂ। ਅੱਛਾ ਜੀ, ਜਾਂ ਆਪ ਵੀ ਲੈ ਕੇ ਬਹਿ ਵੀ ਤੇਰੇ ਅਟਾਰਨੀ ਕੈਂਸਲ ਕਰਤੀ ਹੈ, ਮਨਸੂਖੀਅਤ ਕਹਿੰਦੇ ਨੇ ਜੀ। ਤੇ ਜੇ ਉਸ ਤੋਂ ਬਾਅਦ ਉਹ ਅਟਾਰਨੀ ਨੂੰ ਯੂਜ਼ ਕਰਦਾ ਤਾਂ ਉਹ ਕ੍ਰਾਈਮ ਕਰੇਗਾ। ਅੱਛਾ, ਆਪਾਂ ਜਾਨੀ ਉਹਨੂੰ ਈਮੇਲ ਵੀ ਕਰ ਸਕਦੇ? ਮੈਂ ਤੈਨੂੰ ਬਿਲਕੁਲ ਉਹਦੀ ਇੰਟੀਮੇਸ਼ਨ ਦੇਣੀ ਚਾਹੀਦੀ, ਜਿਹੜੀ ਮੈਂ ਤੈਨੂੰ ਅਟਾਰਨੀ ਦਿੱਤੀ ਹੈ ਫਰੋਮ ਦਿਸ ਡੇਟ ਇਮੀਡੀਏਟਲੀ ਮੈਂ ਇਹਨੂੰ ਵਿਡਰਾ ਕਰਦਾ, ਮੈਂ ਇਹਨੂੰ ਅੱਗੋਂ ਯੂਜ਼ ਨਾ ਕਰੀ। ਠੀਕ ਹੈ ਜੀ। ਬਾਕੀ ਇੱਕ ਚਿੱਠੀ ਜ਼ਰੂਰ ਭੇਜਣੀ ਚਾਹੀਦੀ ਹੈ, ਤੇ ਜ਼ਿਆਦਾ ਕੌਸ਼ੀਅਸ ਹੋਣ ਵਾਸਤੇ ਇੱਕ ਚਿੱਠੀ ਰਜਿਸਟਰਾਰ ਨੂੰ ਭੇਜ ਦੇਣੀ ਚਾਹੀਦੀ ਜਿੱਥੇ ਤੁਹਾਡੀ ਪ੍ਰਾਪਰਟੀ ਹੈ ਵੀ ਮੈਂ ਅਟਾਰਨੀ ਇਸ ਬੰਦੇ ਨੂੰ ਦਿੱਤੀ ਸੀ ਕਿ ਤੇ ਮੈਂ ਉਹਨੂੰ ਕੈਂਸਲ ਕਰ ਲਈ ਹੈ ਜੀ। ਅੱਛਾ ਛਾਬੜਾ ਸਾਹਿਬ, ਇੱਕ ਚੀਜ਼ ਮੈਨੂੰ ਹੋਰ ਜ਼ਰੂਰ ਦੱਸਿਓ ਕਿ ਬਹੁਤ ਸਾਰੇ ਸੱਜਣਾ ਦੇ ਨਾਲ ਵਾਹ ਪੈਂਦਾ, ਉੱਥੇ ਪੁੱਛੀਦਾ ਜੀ ਕਿੱਦਾਂ ਉਹ ਬਾਕੀਆਂ ਨੇ ਤਾਂ ਨਿਆਣਿਆਂ ਸਿਟੀਆਂ ਲੈ ਲਈ ਸੀ, ਘਰ ਵਾਲੇ ਨੇ ਵੀ ਸਿਟੀਆਂ ਦਵਾਤੀ, ਮੈਂ ਫਿਰ ਸਿਟੀਆਂ ਨਹੀਂ ਲਈ। ਉੱਥੇ ਫਿਰ ਕਈ ਇੰਡੀਆ ਦੇ ਵਿੱਚ ਕੰਮਕਾਰ ਹੁੰਦੇ ਆ ਜੀ, ਇਹ ਕੀ ਹਿਸਾਬ ਕਿਤਾਬ ਆ ਜੀ? ਯਾਨੀ ਕਿ ਸਿਟੀਜ਼ਨਸ਼ਿਪ ਜੇ ਨਹੀਂ ਲੈਂਦੇ ਤਾਂ ਇੱਥੇ ਭਾਰਤ 'ਚ ਰਾਈਟ ਬਹੁਤ ਸਾਰੇ ਹੁੰਦੇ ਆ। WhatsApp ਐਵੇਂ ਨਾ ਇੱਕ ਕਨਫਿਊਜ਼ਨ ਜਿਹਾ ਬਣਿਆ। ਠੀਕ ਹੈ, ਸਿਟੀਜ਼ਨ ਉੱਥੋਂ ਦੇ ਬਣ ਗਏ, ਤੁਸੀਂ ਪਰ ਪਰਸਨ ਆਫ ਇੰਡੀਅਨ ਓਰੀਜਨ ਇੱਥੋਂ ਦੇ ਹੋ, ਹੈ ਨਾ। ਤੁਸੀਂ ਆ ਕੇ ਸਾਰੇ ਕੰਮ ਕਰਦੇ ਹੋ, ਅੱਗੇ ਹੁੰਦਾ ਸੀ ਤੁਹਾਨੂੰ ਥੋੜ੍ਹੀਆਂ ਪਰਮਿਸ਼ਨ ਲੈਣੀਆਂ ਪੈਂਦੀਆਂ ਸੀਗੀਆਂ, ਪਰ ਗੌਰਮੈਂਟ ਨੇ ਤਾਂ ਬੜਾ ਵਧੀਆ ਕੰਮ ਕਰਤਾ। ਤੁਹਾਨੂੰ ਪਤਾ ਜਦੋਂ 2002 ਦੇ ਵਿੱਚ PIO ਕਾਰਡ ਆਏ ਸੀਗੇ ਜੀ, ਪਰਸਨ ਆਫ ਇੰਡੀਅਨ ਓਰੀਜਨ, ਮਨਮੋਹਨ ਸਿੰਘ ਹਰਾਂ ਨੇ 2005 ਤੋਂ ਉਹਨੂੰ OCI ਬਣਾਤਾ, ਜੋ ਇੱਕ ਡਿਮਾਂਡ ਨਿਕਲੀ ਸੀਗੀ ਵੀ ਸਾਨੂੰ ਡਿਊਲ ਸਿਟੀਜ਼ਨਸ਼ਿਪ ਦਿੱਤੀ ਜਾਵੇ। ਹੁਣ ਡਿਊਲ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਜਿਹੜੇ ਕੰਟਰੀ ਇੱਕੋ ਕਨਸਟੀਟਿਊਸ਼ਨ ਚਾਹੁੰਦੇ ਹੋਣ। ਹੁਣ ਤੁਸੀਂ ਅਗਰ ਕੈਨੇਡੀਅਨ ਸਿਟੀਜ਼ਨਸ਼ਿਪ ਹੈਗੇ, ਤੁਸੀਂ ਅਮਰੀਕਾ ਦੀ ਵੀ ਹੋਲਡ ਕਰ ਸਕਦੇ ਹੋ, ਇੰਗਲੈਂਡ ਦੀ ਵੀ ਹੋਲਡ ਕਰ ਸਕਦੇ ਹੋ ਨਾ ਤੁਸੀਂ, ਪਰ ਇੰਡੀਅਨ ਦੀ ਸਿਟੀਜ਼ਨਸ਼ਿਪ 2 ਪਾਸਪੋਰਟ ਨਹੀਂ ਰੱਖ ਸਕਦੇ ਤੁਸੀਂ ਜੀ।
ਉਹਨਾਂ ਨੇ OCI ਬਣਾਤਾ, ਹੱਲ ਕੱਢ ਲਿਆ, ਇੱਕ ਹੱਲ ਕੱਢ ਲਿਆ, ਬੜਾ ਵਧੀਆ ਹੱਲ ਹੈ। ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ, ਵੀ ਜਿਹੜੇ ਬੰਦੇ ਇੱਥੇ ਜੰਮੇ ਸੀ, ਇੱਥੋਂ ਦੇ ਓਰੀਜਨ ਦੇ ਨੇ, ਭਾਵੇਂ ਉਹਨਾਂ ਨੇ ਉੱਥੋਂ ਦੀ ਸਿਟੀਜ਼ਨਸ਼ਿਪ ਲੈ ਲਈ ਹੈ, ਇੰਡੀਆ ਦੀ ਸਿਟੀਜ਼ਨਸ਼ਿਪ ਛੱਡਤੀ, ਪਾਸਪੋਰਟ ਉੱਥੋਂ ਦਾ ਆ ਗਿਆ, ਉਸ ਤੋਂ ਬਾਅਦ ਦੇ ਕੈਨ ਅਪਲਾਈ ਫਾਰ OCI ਕਾਰਡ ਜੀ। ਹੁਣ OCI ਕਾਰਡ ਹੈਗਾ ਜਿਹੜਾ ਤੁਹਾਨੂੰ, ਦੈਟ ਮੀਨ ਅਸੀਂ ਤੁਹਾਨੂੰ ਇੰਡੀਆ ਦੇ ਵਿੱਚ ਵੈਲਕਮ ਕਰਨੇ ਆ ਐਜ਼ ਅਦਰ ਸਿਟੀਜ਼ਨ, ਕੁਝ ਚੀਜ਼ਾਂ ਛੱਡ ਕੇ। ਨਹੀਂ, ਸਾਰੇ ਭਾਰਤੀ ਨਾਗਰਿਕਾਂ ਵਾਲੇ ਅਧਿਕਾਰ ਉਹਦੇ ਕੋਲ ਹੁੰਦੇ ਜਿਹਦੇ ਕੋਲ OCI ਹੋਵੇ। ਕੁਝ ਚੀਜ਼ਾਂ ਅਧਿਕਾਰ ਛੱਡ ਕੇ, ਜਿੱਦਾਂ ਅਸੀਂ ਇਲੈਕਸ਼ਨ ਨਹੀਂ ਲੜ ਸਕਦੇ, ਠੀਕ ਹੈ, ਵੋਟ ਨਹੀਂ ਉਦੋਂ ਪਾ ਸਕਦੇ, ਇੱਕ ਜਿਹੜੇ ਕੋਈ ਕਨਸਟੀਟਿਊਸ਼ਨਲ ਸਰਵਿਸਿਜ਼ ਹੈਗੀਆਂ, ਪੋਸਟ, ਜੁਡੀਸ਼ਰੀ ਨਹੀਂ ਲੈ ਸਕਦੇ, ਡਿਫੈਂਸ ਦੇ ਵਿੱਚ ਅਸੀਂ ਐਮਪਲੋਇਮੈਂਟ ਨਹੀਂ ਲੈ ਸਕਦੇ, ਠੀਕ ਹੈ ਜੀ। ਮੈਂ ਕੋਈ ਪ੍ਰੋਫੈਸ਼ਨ ਕਰਨਾ, ਮੈਂ ਕਰ ਸਕਦਾ, ਮੈਨੂੰ ਕਿਸੇ ਅਪਰੂਵਲ ਦੀ ਲੋੜ ਨਹੀਂ, RBI ਤੋਂ ਪਹਿਲਾਂ ਲੈਣਾ ਪੈਂਦਾ ਸੀਗਾ। ਮੈਂ ਕੋਈ ਇੱਥੇ ਬਿਜ਼ਨਸ ਕਰਨਾ, ਜਿੱਦਾਂ ਦਾ ਮਰਜ਼ੀ ਖੋਲਾਂ, ਮੈਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਕਰ ਸਕਦੇ ਆ, ਬਿਲਕੁਲ ਸਾਰਾ ਜ਼ਮੀਨ ਖਰੀਦ ਸਕਦੇ ਆ। ਮੈਂ ਸਿਰਫ ਐਗਰੀਕਲਚਰ ਨਹੀਂ ਖਰੀਦ ਸਕਦਾ। ਅੱਛਾ ਜੀ। ਐਗਰੀਕਲਚਰ ਦੀ ਅੱਜ ਵੀ ਨੌਨ ਰੈਜ਼ੀਡੈਂਟਸ ਨੂੰ ਮਨਾਈ ਹੈ, ਐਗਰੀਕਲਚਰ, ਪਲਾਂਟੇਸ਼ਨ ਐਂਡ ਫਾਰਮ ਹਾਊਸ। ਜਾਣੀ ਜੇ ਪਿੰਡ ਦੇ ਵਿੱਚ ਜਿਹੜੀ ਜ਼ਮੀਨ ਖੇਤੀਬਾੜੀ ਲਈ ਵਰਤੀ ਜਾਂਦੀ, ਫਰਦ 'ਚ ਲਿਖਿਆ ਕਿ ਖੇਤੀਬਾੜੀ ਵਾਲੇ ਨਹੀਂ ਖਰੀਦ ਸਕਦੇ, NRI ਬੰਦਾ ਨਹੀਂ ਖਰੀਦ ਸਕਦਾ। ਠੀਕ ਹੈ। ਹੁਣ NRI ਜਿੱਦਾਂ ਦੱਸਿਆ ਨਾ, ਜਿਹੜਾ 6 ਮਹੀਨੇ ਤੋਂ ਉੱਤੇ ਰਹਿ ਲਿਆ NRI ਹੈ, ਪਰ ਜਿਹੜਾ ਉੱਥੇ ਪਾਸਪੋਰਟ ਲੈ ਲਿਆ ਉਹਨੇ, ਉਧਰ ਉਹ ਵੀ NRI ਇੰਡੀਆ ਵਾਸਤੇ, ਜੀ ਵਾਜ਼ ਇੰਡੀਅਨ ਸਿਟੀਜ਼ਨ, ਉਹ ਵੀ ਇੱਥੇ ਨਹੀਂ ਖਰੀਦ ਸਕਦਾ। ਉਹ ਅੱਜ ਵੀ ਬੈਨ ਹੈ, ਭਾਵੇਂ OCI ਵੀ ਹੋ ਗਿਆ ਜੀ। ਉਹ ਬਿਨਾਂ ਕਿਸੇ ਪਰਮਿਸ਼ਨ ਤੋਂ ਜਿੰਨੀ ਮਰਜ਼ੀ ਪ੍ਰਾਪਰਟੀ ਹੋਰ ਕੋਈ ਖਰੀਦ ਸਕਦਾ, ਪਰ ਐਗਰੀਕਲਚਰ, ਫਾਰਮਿੰਗ, ਪਲਾਂਟੇਸ਼ਨ ਤੇ ਜਿਹੜਾ ਫਾਰਮ ਹਾਊਸ ਹੈ, ਇਹ ਚੀਜ਼ਾਂ ਨੂੰ ਛੱਡ ਕੇ, ਯਾਨੀ ਉਹ ਦੁਕਾਨ ਖਰੀਦ ਸਕਦਾ, ਪ੍ਰਾਪਰਟੀ ਜਿੱਦਾਂ ਦੀ ਮਰਜ਼ੀ ਹੋਵੇ ਜੀ, ਕੋਠੀ ਵੀ ਖਰੀਦ ਸਕਦਾ, ਕੋਠੀ ਵੀ ਖਰੀਦ ਸਕਦਾ, ਕਮਰਸ਼ੀਅਲ ਕੰਪਲੈਕਸ ਖਰੀਦ ਸਕਦਾ, ਜਗ੍ਹਾ ਪਲਾਟ ਲੈ ਕੇ ਉਹਦੇ ਤੇ ਆਪਣਾ ਮਾਲ ਬਣਾ ਸਕਦਾ, ਜੋ ਮਰਜ਼ੀ ਕੰਮ ਕਰੇ ਜੀ। ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ, ਸਿਵਾ ਜਿਹੜੀਆਂ ਲੋਕਲ ਅਥਾਰਟੀ ਦੀਆਂ ਪਰਮਿਸ਼ਨ ਹੁੰਦੀਆਂ, ਜਿਵੇਂ ਕੋਈ ਪ੍ਰਾਪਰਟੀ ਬਣਾਉਣੀ, ਮੈਂ ਨਕਸ਼ਾ ਪਾਸ ਕਰਾਉਣਾ ਪਏਗਾ ਨਾ ਜੀ, ਉਹਦੇ ਦੀ ਪਰਮਿਸ਼ਨ ਛੱਡ ਕੇ। RBI ਅੱਗੇ ਹੁੰਦਾ ਸੀ ਵੀ ਕਿਸੇ ਨੌਨ ਰੈਜ਼ੀਡੈਂਟ ਨੇ ਕੋਈ ਕੰਮ ਕਰਨਾ ਹੈ ਨਾ, RBI ਤੋਂ ਪਰਮਿਸ਼ਨ ਲਿਆਓ ਜੀ, ਉਹ ਖਤਮ ਹੋ ਗਈਆਂ ਸਾਰੀਆਂ। ਲਿਬਰਲਾਈਜ਼ਡ ਜਦੋਂ ਨੋਟੀਫਿਕੇਸ਼ਨ ਇਹਨਾਂ ਦਿੱਤੀ ਹੈ, ਉਸ ਤੋਂ ਬਾਅਦ ਉਹਨਾਂ ਖਤਮ ਕਰਤੀਆਂ ਵੀ ਸਾਡੇ ਕੋਲ ਰਸ਼ ਨਾ ਕਰੋ ਜੀ। ਉਹ ਇਸ ਕਰਕੇ ਉਹਨਾਂ ਨੂੰ OCI ਦੇ ਦਿੱਤਾ। ਹੁਣ OCI ਏਡੀ ਵਧੀਆ ਚੀਜ਼ ਹੈਗੀ ਹੈ, ਮੈਨੂੰ ਨਹੀਂ ਪਤਾ ਵੀ ਅਗਰ ਲੋਕੀ ਨਹੀਂ ਪਸੰਦ ਕਰਦੇ। ਹੁਣ ਅੱਗੇ ਹੁੰਦਾ ਜੇ ਤੁਹਾਨੂੰ ਫੋਰਨ ਸਿਟੀਜ਼ਨਸ਼ਿਪ ਪਾਸਪੋਰਟ ਮਿਲ ਗਿਆ, ਕੈਨੇਡੀਅਨ ਦਾ ਮਿਲ ਗਿਆ, ਅਮਰੀਕਾ ਦਾ ਮਿਲ ਗਿਆ, ਅਗਰ ਤੁਸੀਂ ਇੰਡੀਆ 'ਚ ਆਉਣਾ ਤੁਹਾਨੂੰ ਬਾਰ-ਬਾਰ ਵੀਜ਼ਾ ਅਪਲਾਈ ਕਰਨਾ ਪੈਂਦਾ ਸੀਗਾ। ਹੁਣ ਤੁਹਾਡੇ ਕੋਲ ਅਗਰ OCI ਇੱਕ ਵਾਰੀ ਲੈ ਲੈਂਦੇ ਹੋ ਜੀ, ਤੇ OCI ਦੇ ਵਿੱਚ ਯੂ ਟਰਨ ਲਾਈਫ ਟਾਈਮ ਹੈ, ਉਹਨੂੰ ਯੂ ਵੀਜ਼ਾ ਕਹਿੰਦੇ ਆ ਜੀ। ਵੀ ਤੁਹਾਨੂੰ ਅਸੀਂ ਉੱਥੇ ਭੇਜਿਆ, ਯੂ ਕੈਨ ਹੈਵ ਅ ਯੂ ਟਰਨ, ਜਦੋਂ ਮਰਜ਼ੀ ਆ, ਜਦੋਂ ਮਰਜ਼ੀ ਆਓ, ਤੈਨੂੰ ਪਰਮਿਟ ਦੇ ਦਿੱਤਾ, ਜਦੋਂ ਮਰਜ਼ੀ ਵੀਜ਼ਾ ਦੁਬਾਰਾ ਲਾਈਫ ਟਾਈਮ ਹੈ ਜੀ, ਲਾਈਫ ਟਾਈਮ ਹੈ। ਜੋ ਪਹਿਲੇ ਹੁੰਦਾ ਸੀ ਜਿਹੜਾ PIO, ਉਹਦੇ 'ਚ 15 ਸਾਲ ਸੀ ਜੀ, 15 ਸਾਲ ਤੋਂ ਬਾਅਦ ਰਿਨਿਊਵਲ ਕਰਾਉਣਾ ਪੈਂਦਾ ਸੀ, ਪਰ ਹੁਣ OCI ਰਿਨਿਊਵਲ ਖਤਮ ਹੋ ਗਈ। ਜਦੋਂ OCI ਡੈਜ਼ਿਗਨੇਟ ਕਰਤਾ ਇਹਨਾਂ ਨੇ ਜੀ, ਉਹਦੇ 'ਚ ਕੁਛ ਨਹੀਂ ਹੈ, ਬਸ ਇੱਕ ਵਾਰੀ ਲੈ ਲਿਆ, ਫॉर ਆਲ ਦਾ ਟਾਈਮ ਹੈ ਤੁਹਾਡਾ ਪਰਮਾਨੈਂਟ ਵੀਜ਼ਾ। ਜੇ ਤੁਸੀਂ ਫਰੀਕੁਐਂਟਲੀ ਇੱਥੇ ਆ ਰਹੇ ਹੋ, ਤੁਹਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ, ਦੈਟ ਮੀਨ ਤੁਸੀਂ ਇੰਡੀਅਨ ਸਿਟੀਜ਼ਨ ਬਣ ਗਏ ਜੀ, ਤਾਂ ਹੀ ਆਉਂਦੇ ਹੋ ਨਾ। ਬਿਲਕੁਲ ਠੀਕ। ਛਾਵੜਾ ਸਾਹਿਬ, ਇੱਕ ਮੈਨੂੰ ਹੋਰ ਦੱਸਿਓ, ਮੰਨ ਲਓ ਕਿ ਤੁਸੀਂ ਹੋਏ, ਤੁਹਾਡੇ ਤੇ ਗੱਲ ਆਉਣਾ, ਤੁਸੀਂ ਚੰਗੀ ਤਰ੍ਹਾਂ ਫਿਰ ਸਮਝਾ ਦਿਓਗੇ। ਤੁਹਾਡੇ ਕੋਲ ਇੱਥੇ ਜ਼ਮੀਨ ਨੇ, ਦੁਕਾਨਾਂ ਹੈ, ਦਫ਼ਤਰ ਹੈ ਜੀ, ਤੁਹਾਡੇ ਨਾਮ ਹੈ, ਤੁਸੀਂ ਕੈਨੇਡਾ ਚਲੇ ਗਏ, ਅਮਰੀਕਾ ਚਲੇ ਗਏ, ਉੱਥੇ ਜਾ ਕੇ ਤੁਸੀਂ PR ਹੋ ਗਏ, ਤੁਸੀਂ ਸਿਟੀਜ਼ਨ ਹੋ ਗਏ, ਪਰ ਤੁਹਾਡੀ ਜ਼ਮੀਨ ਇੱਥੇ ਹੀ ਹੈ। ਕੀ ਤੁਹਾਡੇ ਕੋਲ ਹੁਣ ਨਾ ਤਾਂ ਆਧਾਰ ਕਾਰਡ ਹੈ, ਤੁਹਾਡਾ ਵੋਟਰ ਕਾਰਡ ਵੀ ਨਹੀਂ ਰਿਹਾ, ਤੁਹਾਡੇ ਕੋਲੇ ਭਾਰਤ ਦੀ ਕੋਈ ਜਿਹੜੀ ਆਇਡੈਂਟੀਟੀ ਨਹੀਂ ਹੈਗੀ, ਪੁਰਾਣੀ ਸੀ ਉਹ ਐਕਸਪਾਇਰ ਹੋ ਗਈਆਂ, ਲਾਇਸੈਂਸ ਤੁਸੀਂ ਉੱਥੇ ਆ ਕੇ ਸਰੈਂਡਰ ਕਰਤਾ, ਬਿਲਕੁਲ। ਕੀ ਤੁਸੀਂ ਵਿਦੇਸ਼ੀ ਨਾਗਰਿਕਤਾ ਲੈ ਕੇ ਆਪਦੀ ਜ਼ਮੀਨ ਵੇਚ ਸਕਦੇ ਇੱਥੇ? ਇਹਨੂੰ ਨੌਨ ਰੈਜ਼ੀਡੈਂਟ ਕਹਿੰਦੇ ਆ ਜੀ। ਠੀਕ ਹੈ ਜੀ। ਵਿਦੇਸ਼ੀ ਨਾਗਰਿਕਤਾ ਮੈਂ ਲੈ ਲਈ, ਮੇਰੀ ਇੱਥੇ ਲੈਂਡ ਪਈ ਹੋਈ ਹੈ, ਮੈਂ ਹੋਲਡ ਕਰ ਰਿਹਾ ਹਾਂ, ਮੇਰੇ ਜਾਣ ਤੋਂ ਪਹਿਲਾਂ ਮੈਂ ਖਰੀਦੀ ਭਾਵੇਂ ਹੋਵੇ, ਕਿਉਂਕਿ ਮੈਂ ਜਦੋਂ NRI ਬਣ ਗਿਆ ਮੈਂ ਖਰੀਦ ਨਹੀਂ ਸਕਦਾ, ਉਸ ਤੋਂ ਪਹਿਲਾਂ ਤਾਂ ਮੇਰੀ ਹੈ ਨਾ ਜੀ। ਜਾਂ ਮੈਨੂੰ ਜੱਦੀ ਮਿਲ ਗਈ, ਇਨਹੈਰਿਟਡ ਮਿਲ ਗਈ, ਜੇ ਮੈਂ ਉੱਥੇ ਰਹਿ ਰਿਹਾ ਵਾਂ ਮੈਨੂੰ ਵਿਰਾਸਤ 'ਚ ਵੀ ਮਿਲ ਸਕਦੀ ਹੈ, ਤੇ ਮੈਂ ਆਪਣੀ ਪ੍ਰਾਪਰਟੀ ਵਿਦਆਊਟ ਐਨੀ ਰਿਸਟ੍ਰਿਕਸ਼ਨ ਵੇਚ ਸਕਦਾ। ਨਹੀਂ, ਪਰ ਉਹ ਮੰਨ ਲਓ ਮੈਂ ਤਹਿਸੀਲੇ ਗਿਆ, ਅਗਲੇ ਕਹਿਣ ਜੀ ਆਪਣਾ ਆਧਾਰ ਕਾਰਡ ਲਿਆਓ, ਆਪਣਾ ਭਾਰਤ ਦਾ ਕੋਈ ਐਡਰੈਸ ਪ੍ਰੂਫ ਲਿਆਓ, ਮੇਰੇ ਕੋਲ ਤਾਂ ਕੱਖ ਵੀ ਨਹੀਂ, ਮੇਰੇ ਕੋਲ ਤਾਂ ਲਾਲ ਰੰਗ ਦਾ ਪਾਸਪੋਰਟ ਆ। ਬਾਟ ਸਾਹਿਬ, ਜੇ ਅਸੀਂ ਉੱਥੇ ਸੱਚ ਬੋਲਾਂਗੇ ਨਾ ਜੀ, ਮੈਂ ਨੌਨ ਰੈਜ਼ੀਡੈਂਟ ਆ, ਆਹ ਮੇਰਾ ਪਾਸਪੋਰਟ ਹੈ, ਇਹ ਮੇਰੀ ਰੈਜ਼ੀਡੈਂਸ਼ੀਅਲ ID, ਉੱਥੋਂ ਦੀ ਤੁਹਾਨੂੰ ਦੁਬਾਰਾ ਕੁਐਸਚਨ ਕੋਈ ਨਹੀਂ ਪੁੱਟ ਕਰੇਗਾ। ਸਿਰਫ ਉਹ ਪ੍ਰਾਪਰਟੀ ਗੇਨ ਦਾ 20% ਵਾਲੇ ਰੌਲਾ, ਉਹ ਵੀ ਦੇਖੋ, ਕੈਪੀਟਲ ਗੇਨ ਜਿਹੜਾ ਹੈਗਾ ਨਾ, ਇਹ ਸੀ ਇੱਕ ਪ੍ਰੈਜ਼ੰਪਸ਼ਨ ਬਣਾਈ ਹੈ ਸਿਰਫ ਨੌਨ ਰੈਜ਼ੀਡੈਂਟ ਨੂੰ ਹੈ ਜੀ। ਇੰਡੀਅਨ ਰੈਜ਼ੀਡੈਂਟ ਨੂੰ ਵੀ ਕੈਪੀਟਲ ਗੇਨ 20% ਹੈ। ਅੱਛਾ, ਬਰਾਬਰ ਹੀ ਹੈ ਕੰਮ, ਉਹ ਤੇ 20% ਜਿਹੜਾ ਟੈਕਸ ਹੈ, ਮੇਰੇ ਤੇ 20% ਕੱਟਿਆ ਨਹੀਂ ਜਾਣਾ ਜੀ। ਮੈਂ ਅਗਰ ਇੰਡੀਅਨ ਸਿਟੀਜ਼ਨ ਹਾਂ, ਮੈਂ ਆਪਣੀ ਪ੍ਰਾਪਰਟੀ ਇੱਥੇ ਵੇਚਦਾ ਵਾਂ, ਤੁਹਾਨੂੰ ਵੇਚਦਾ ਵਾਂ, ਅਗਰ ਮੈਂ 50 ਲੱਖ ਤੋਂ ਵੱਧ ਦੀ ਰਜਿਸਟਰੀ ਵੇਚਦਾ ਵਾਂ, ਤੁਸੀਂ ਮੇਰਾ 1% ਕੱਟੋਗੇ,
ਵੱਧ ਨਹੀਂ ਜੀ। ਜੇ ਮੈਂ ਨੌਨ ਰੈਜ਼ੀਡੈਂਟ ਤੁਸੀਂ 20% ਕੱਟੋਗੇ, ਸਿਰਫ ਉਹ ਕੱਟਣਾ ਹੈ ਜੀ। ਪਰ ਜਿੱਦਾਂ ਅਸੀਂ ਕੈਲਕੂਲੇਸ਼ਨ ਦੱਸੀ ਹੈ ਵੀ ਕੈਪੀਟਲ ਗੇਨ ਕਿੱਦਾਂ ਕੈਲਕੂਲੇਟ ਹੁੰਦਾ, ਉਹ ਜਦੋਂ ਕੈਪੀਟਲ ਗੇਨ ਨਿਕਲ ਆਉਂਦਾ ਨਾ ਉਹਦੇ ਤੇ 20% ਮੈਂ ਵੀ ਦੇਣਾ। ਮੈਂ ਇੰਡੀਅਨ ਰੈਜ਼ੀਡੈਂਟ ਵੀ ਦੇਣਾ, ਜੇ ਨੌਨ ਰੈਜ਼ੀਡੈਂਟ ਹੈ ਮੈਂ ਤਾਂ ਵੀ 20% ਹੀ ਦੇਣਾ ਜੀ। ਜਦ ਟੈਕਸ ਰੇਟ ਸੇਮ ਹੈ ਫਿਰ ਆਪਾਂ ਨੂੰ ਡਰਨ ਦੀ ਕੀ ਲੋੜ ਹੈ? ਡਰਨ ਦੀ ਕੀ ਲੋੜ ਹੈ? ਨਹੀਂ ਠੀਕ ਹੈ ਗੱਲ। ਇੱਕ 20% TDS ਦੀ ਹੈ ਨਾ। ਹੁਣ ਉਹਦੇ 'ਚ ਮੈਂ ਇੱਕ ਬੜੀ ਗਵਰਨਮੈਂਟ ਦੀ ਨੋਟੀਫਿਕੇਸ਼ਨ ਦਾ ਰਾਦਰ ਐਕਟ ਹੈਗਾ ਜੀ, ਮੈਂ ਸੋਚਣਾ ਯਾਰ ਮੇਰਾ 20% ਨਹੀਂ ਲੱਗਣਾ, ਜਾਂ ਮੇਰੀ ਐਗਰੀਕਲਚਰ ਲੈਂਡ ਆ ਜਿਹੜੀ ਨਾਨ ਟੈਕਸੇਬਲ ਏਰੀਆ 'ਚ ਪੈਂਦੀ ਜੀ, ਠੀਕ ਹੈ। ਇੱਕ ਪ੍ਰੋਵੀਜ਼ਨ ਹੈ ਸੈਕਸ਼ਨ 197 ਇਨਕਮ ਟੈਕਸ ਐਕਟ ਦਾ। ਮੈਂ ਜਿਹੜੀ ਸਾਡੀ ਕੰਪੀਟੈਂਟ ਅਥਾਰਟੀ ਹੈ ਜੀ, ਉਹ ਹੈਗੀ ਜਿੱਦਾਂ ਹੁਣ ਆਪਣਾ ਸਾਰਾ ਪੰਜਾਬ ਹੈ, ਉਹ ਇੰਟਰਨੈਸ਼ਨਲ ਜਿਹੜੇ ਨੌਨ ਰੈਜ਼ੀਡੈਂਟ ਦੇ ਕੇਸਿਸ ਨੇ ਉਹ ਇੰਟਰਨੈਸ਼ਨਲ ਟੈਕਸੇਸ਼ਨ ਵਿੰਗ ਹੈਗੀ ਹੈ ਚੰਡੀਗੜ੍ਹ ਜੀ, ਉਹੀ ਅਸੈਸ ਕਰਦੇ ਆ। ਮੈਂ ਉੱਥੇ ਇੱਕ ਐਪਲੀਕੇਸ਼ਨ ਲਾ ਸਕਦਾ ਵੀ ਮੈਂ ਜਗ੍ਹਾ ਵੇਚਣ ਲੱਗਾ, ਇਹ ਮੇਰਾ ਸੌਦਾ ਹੋ ਗਿਆ, ਇਸ ਬੰਦੇ ਨੂੰ ਮੈਂ ਵੇਚਣੀ ਹੈ, ਇਹ ਬੰਦਾ ਕਹਿੰਦਾ 20% ਕੱਟਣਾ ਜਦੋਂ ਜੋ ਹੈਗਾ। ਪਰ ਮੇਰੀ ਕੈਲਕੂਲੇਸ਼ਨ ਇਹ ਵੇ, ਮੇਰੀ ਜਦੋਂ ਟੈਕਸ ਮੈਂ ਕੈਲਕੂਲੇਟ ਕਰਨਾ ਐਵਰੇਜ 20 ਦੀ ਥਾਂ ਤੇ ਮੇਰਾ ਤੇ 5% ਨਿਕਲਦਾ ਪਿਆ, ਮੈਂ 15 ਹੋਰ ਕਿਉਂ ਹੋਲਡ ਕਰਾਵਾਂ? ਮੈਨੂੰ ਇੱਕ ਅਥਾਰਟੀ ਦਿੱਤੀ ਜਾਵੇ ਇਨ ਫੇਵਰ ਆਫ ਬਾਇਰ ਵੀ 20 ਦੀ ਥਾਂ ਤੇ 5% ਕੱਟਿਓ। ਇਸ ਐਪਲੀਕੇਸ਼ਨ ਨੂੰ ਮਿਨੀਮਮ 30 ਡੇਜ਼ ਉਹਨਾਂ ਨੇ ਰੱਖਿਆ ਹੋਇਆ, 45 ਡੇਜ਼ ਵੀ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਸਾਰਾ ਚੈੱਕ ਕਰਨਾ ਹੁੰਦਾ। ਜੇ ਮੈਂ ਕਹਿ ਰਿਹਾ ਮੇਰੀ ਲੈਂਡ ਪੈਂਦੀ ਹੈ ਉਹ ਬਾਹਰ, ਜੇ ਤੇ ਟੈਕਸ ਨਹੀਂ ਲੱਗਦਾ ਹੈ ਨਾ, ਉਹ ਸਾਰਾ ਵੈਰੀਫਾਈ ਕਰਨਗੇ ਤੇ ਮੈਨੂੰ ਉਹ ਇੱਕ ਫਾਰਮ 13 ਦੇ ਉੱਤੇ ਸਰਟੀਫਿਕੇਟ ਦੇ ਦਿੰਦੇ ਨੇ, ਅਥਾਰਟੀ ਇਨ ਫੇਵਰ ਆਫ ਬਾਇਰ ਜੀ, ਵੀ ਤੂੰ ਇਹਨੂੰ ਪੇਮੈਂਟ ਕਰ ਸਕਣਾ 20 ਦੀ ਥਾਂ ਤੇ 5% ਕੱਟ, 2% ਕੱਟ ਜਾਂ ਨਾ ਕੱਟ ਜੀ। ਤੇ ਅਸੀਂ ਇਹ ਸਿਸਟਮ ਕਿਉਂ ਨਹੀਂ ਅਡਾਪਟ ਕਰਦੇ ਜੀ? ਪਰ ਉਹਦੇ ਵਾਸਤੇ ਸਾਨੂੰ ਟਾਈਮ ਚਾਹੀਦਾ ਹੁੰਦਾ। ਨੌਨ ਰੈਜ਼ੀਡੈਂਟ ਕੀ ਕਹਿੰਦਾ ਜੀ ਮੇਰੇ ਕੋਲ ਤੇ ਟਾਈਮ ਹੈ ਨਹੀਂ, ਮੈਂ ਉੱਥੇ 15 ਛੁੱਟੀਆਂ ਲੈ ਕੇ ਆਇਆ ਜੀ, ਤੇ ਮੈਂ ਤਾਂ ਜਗ੍ਹਾ ਵੇਚ ਕੇ ਚੱਲਿਆ ਤੇ ਕਿੱਥੋਂ 3 ਵਿਆਹ ਨੇ ਵਿੱਚ ਹੀ, ਉਹ ਵਿਆਹ ਤੇ 15 ਦਿਨ ਰਜਿਸਟਰੀ ਸਾਈਨ ਕਰਨ ਜਾਣਾ, ਵਿਆਹ ਅਟੈਂਡ ਕਰ ਲੂਗਾ ਜੀ। ਪਰ ਇਹ ਦੇਖੋ ਨਾ, ਜੇ ਐਕਟ ਪ੍ਰੋਵਾਈਡ ਕਰਦਾ, ਤੁਹਾਨੂੰ ਕਾਨੂੰਨ ਪ੍ਰੋਵਾਈਡ ਕਰਦਾ ਵੀ ਠੀਕ ਹੈ 20% ਉਹਨਾਂ ਨੇ ਆਪਣੀ ਸਿਕਿਉਰਿਟੀ ਰੱਖੀ ਹੈ ਨਾ, ਸਾਰਟ ਆਫ ਦੈਟ ਇਜ਼ ਅ ਟੈਕਸ ਸਿਕਿਉਰਿਟੀ, ਵੀ ਤੁਸੀਂ ਤੇ ਵੇਚ ਕੇ ਚਲੇ ਜਾਣਾ, ਬਾਅਦ ਚ ਤੁਸੀਂ ਰਿਟਰਨ ਨਹੀਂ ਭਰਨੀ। ਉਹਨਾਂ ਨੂੰ ਵੀ ਪਤਾ ਵੀ 20% ਐਵਰੇਜ ਨਹੀਂ ਲੱਗਣੀ, ਐਵਰੇਜ ਤੇ ਘੱਟ ਆਣਾ ਨਾ, ਦੈਟ ਮੀਨ ਤੁਹਾਡਾ ਪੈਸਾ ਜ਼ਿਆਦਾ ਉਹਨਾਂ ਕੋਲ, ਤੁਹਾਨੂੰ ਰਿਟਰਨ ਭਰੋਗੇ ਤੇ ਵਾਪਸ ਆਉਣਾ ਨਾ, ਤੁਸੀਂ ਨਾ ਭਰੋ, ਗਵਰਨਮੈਂਟ ਨੇ ਤੇ ਪੈਸਾ ਲੈ ਲਿਆ ਆਪਣਾ। ਇਹਦੇ ਵਿੱਚ ਅਗਰ ਬੰਦਾ ਵਿਦਆਊਟ ਅਥਾਰਟੀ ਬੰਦਾ ਨਹੀਂ ਕੱਟਦਾ, ਕਈ ਕਹਿੰਦੇ ਜੀ ਅਸੀਂ ਨਹੀਂ ਕੱਟਦੇ ਕਰ ਲਾਂਗੇ, ਅਸੈਸੀ ਇਨ ਡਿਫਾਲਟ ਉਹਨੂੰ ਗਿਣਿਆ ਜਾਂਦਾ ਜੀ, ਪੈਨਲਟੀ ਉਹ ਤੇ ਲੱਗਦੀ ਹੈ, ਜਿੰਨਾ ਟੈਕਸ ਉਨੀ ਪੈਨਲਟੀ, ਜਿੰਨਾ ਲੇਟ ਜਮ੍ਹਾਂ ਕਰਾਏਗਾ ਉਹਦਾ ਵਿਆਜ, ਉਹ ਸਾਰਾ ਉਹਦੇ ਤੇ ਪੈ ਜਾਂਦਾ ਸਗੋਂ ਜੀ। ਇਸ ਕਰਕੇ ਜਿਹੜੇ ਇੱਥੋਂ ਦੇ ਬਾਇਰ ਹੈਗੇ ਨਾ ਬੜੇ ਵਿਜੀਲੈਂਟ ਨੇ, ਉਹ ਕਹਿੰਦੇ ਜੀ 20% ਅਸੀਂ ਕੱਟਣਾ ਜੀ, ਕੱਟ ਕੇ ਆ ਲਓ ਤੁਹਾਡਾ ਜਮ੍ਹਾਂ ਕਰਾ ਦੇਣਾ ਜੀ। ਪਰ ਅਗਰ ਅਸੀਂ ਚਾਹੀਏ ਰਹਿੰਦੇ ਟਾਈਮ ਦੇ ਵਿੱਚ ਅਸੀਂ ਉਹ 20% ਤੋਂ ਘਟਾ ਵੀ ਸਕਦੇ ਹਾਂ, ਅਸੀਂ ਸਰਟੀਫਿਕੇਟ ਮਹਿਕਮੇ ਤੋਂ ਲੈ ਸਕਦੇ ਹਾਂ, ਤੇ ਸਾਨੂੰ ਉਸ ਪਾਸੇ ਜਾਣਾ ਚਾਹੀਦਾ। ਛਾਬੜਾ ਸਾਹਿਬ, 2-3 ਛੋਟੇ-ਛੋਟੇ ਸਵਾਲ ਹੋਰ ਨੇ ਜਿਨ੍ਹਾਂ ਦਾ ਅਸਰ ਲੋਕਾਂ ਤੇ ਵੱਡਾ ਹੁੰਦਾ। ਤੁਸੀਂ ਛਾਬੜਾ ਸਾਹਿਬ ਨੇ ਕੈਨੇਡਾ ਦੇ ਵਿੱਚੋਂ ਪਾਵਰ ਆਫ ਅਟਾਰਨੀ ਬਣਾਈ ਜੀ, ਪਰਮਜੀਤ ਸਿੰਘ ਬਾਠ ਨੂੰ ਦਿੱਤੀ ਕਿ ਇਹ ਮੇਰਾ ਆਹ ਪਲਾਟ ਵੇਚ ਦੇ ਸਕਦਾ, ਮੈਂ ਪਲਾਟ ਵੇਚਿਆ 15 ਲੱਖ ਰੁਪਈਏ ਦਾ, ਤੇ ਉਹਦਾ ਅੱਜ ਕੱਲ੍ਹ ਮੇਰੇ ਖਿਆਲ ਚੈੱਕ ਚੁੱਕ ਜਾਂ ਡਰਾਫਟ ਕੁਝ ਬਣਦਾ ਨਾ, ਹੁਣ ਡਰਾਫਟ ਚੈੱਕ ਜੇ ਇਤਬਾਰ ਹੈ ਤੇ ਚੈੱਕ ਲੈ ਲਓ, ਨਹੀਂ ਤੇ ਡਰਾਫਟ ਹੈ। ਉਹ ਚੈੱਕ ਜਾਂ ਡਰਾਫਟ ਛਾਬੜਾ ਸਾਹਿਬ ਦੇ ਨਾਂ ਦਾ ਬਣਨਾ ਕਿ ਦਾਸ ਦੇ ਨਾਂ ਦਾ ਬਣਨਾ? ਦੋ ਚੀਜ਼ਾਂ ਨੇ ਉਹਦੇ ਵਿੱਚ। ਜਿਹੜਾ ਬਾਇਰ ਹੈਗਾ ਨਾ ਉਹ ਆਪਣੀ ਤਸੱਲੀ ਕਰੇਗਾ, ਠੀਕ ਹੈ ਜੀ। ਬਾਇਰ ਨੂੰ ਫੁੱਲ ਰਾਈਟ ਹੈ ਅਟਾਰਨੀ ਦੇ ਨਾਂ ਤੇ ਵੀ ਦੇ ਸਕਦਾ, ਠੀਕ ਹੈ ਜੀ, ਤੇ ਓਰੀਜਨਲ ਓਨਰ ਦੇ ਨਾਂ ਤੇ ਵੀ ਦੇ ਸਕਦਾ, ਠੀਕ ਹੈ ਜੀ। ਜਿਹੜੀ ਅਟਾਰਨੀ ਆਂਦੀ ਉਹ 'ਚ ਲਿਖਿਆ ਹੁੰਦਾ ਜੀ ਇਹ ਰਜਿਸਟਰੀ ਸਾਈਨ ਕਰ ਸਕਦਾ, ਪੈਸੇ ਲੈ ਸਕਦਾ, ਵਕੀਲ ਕਰ ਸਕਦਾ। ਜੇ ਮੈਂ ਰਜਿਸਟਰੀ ਸਾਈਨ ਕਰਾਂਗਾ ਪੈਸੇ ਲੈਣ ਦਾ ਹੱਕਦਾਰ ਮੈਂ ਹਾਂ ਜੀ, ਫਿਰ ਮੇਰੀ ਜ਼ਿੰਮੇਵਾਰੀ ਬਣੇਗੀ ਡਿਪਾਰਟਮੈਂਟ ਦੇ ਵਿੱਚ ਉਹਦੀ ਟੈਕਸ ਲਾਇਬਿਲਿਟੀ ਡਿਸਚਾਰਜ ਕਰਨ ਦੀ ਐਜ਼ ਅ ਰਿਪਰੈਜ਼ੈਂਟੇਟਿਵ ਅਸੈਸੀ, ਆਪਣੇ ਵੱਲੋਂ ਨਹੀਂ, ਮੇਰਾ ਪੈਨ ਨਹੀਂ ਹੈ, ਪੈਨ ਤੁਹਾਡਾ ਹੀ ਹੋਏਗਾ, ਮੈਂ ਰਿਟਰਨ ਭਰਵਾਵਾਂਗਾ। ਅਸੀਂ ਆਨਲਾਈਨ ਜਿਸ ਵੇਲੇ ਜਾਂਦੇ ਹਾਂ ਨਾ ਉਹਦੇ 'ਚ ਇੱਕ ਪ੍ਰੋਵੀਜ਼ਨ ਹੈਗੀ ਹੈ ਟੂ ਇੰਗੇਜ ਹੈ ਰਿਪਰੈਜ਼ੈਂਟੇਟਿਵ ਅਸੈਸੀ, ਠੀਕ ਹੈ ਜੀ। ਮੇਰੇ ਬਿਹਾਫ ਤੇ ਤੁਸੀਂ ਕਰਨਾ ਤਾਂ ਵੀ ਮੈਂ ਪਰਮਿਸ਼ਨ ਲੈ ਸਕਣਾ, ਤੁਹਾਡੇ ਬਿਹਾਫ ਤੇ ਮੈਂ ਕਰਨਾ ਤਾਂ ਵੀ ਲੈ ਸਕਣਾ। ਉਹਦੇ 'ਚ ਲਿਖਿਆ ਹੁੰਦਾ ਵੀ ਬੰਦਾ ਬਾਹਰ ਹੈਗਾ ਜੀ, ਨੋਨ ਰੈਜ਼ੀਡੈਂਟ ਹੈਗਾ ਤੇ ਮੈਂ ਭਰਾਂਗਾ ਜੀ ਰਿਟਰਨ, ਉਸੇ ਥਰੂ ਰਿਟਰਨ ਭਰਨੀ ਉਹਦੀ ਜ਼ਿੰਮੇਵਾਰੀ, ਨਹੀਂ ਤੇ ਨੋਟਿਸ ਉਹਨੂੰ ਆਉਣਗੇ, ਠੀਕ ਹੈ ਜੀ। ਮੈਂ ਚਲਾ ਗਿਆ, ਹੁਣ ਮੈਂ ਜਾਣਾ ਕਿ ਮੈਂ ਤੁਹਾਨੂੰ ਭੇਜਿਆ ਸੀ, ਹੁਣ ਮੈਂ ਗਿਆ, ਮੈਂ ਨਹੀਂ ਮੁੜਨਾ, ਵਾਰੀ ਵਾਰੀ ਜਾਂਦੇ ਮੈਂ 1.5-2 ਸਾਲ ਮੇਰੇ ਤੋਂ ਨਹੀਂ ਮੁੜਿਆ ਜਾਂਦਾ ਕੰਮ ਕਰਨੇ। ਇੱਧਰ ਮੇਰੇ ਖਾਤੇ 'ਚ ਪੈਨਸ਼ਨ ਆਈ ਜਾਂਦੀ ਹੈ, ਮੈਂ FD ਕਰਾਈ ਹੈ, FDਆਂ ਬਹੁਤ NRS ਦੀਆਂ ਹੁੰਦੀਆਂ, ਉੱਤੇ ਵਿਆਜ ਆਈ ਜਾਂਦਾ ਹੈ। ਹੁਣ ਮੇਰੇ ਕੋਲ ਨਹੀਂ ਆ ਹੋਇਆ ਤੇ ਮੈਂ ਹੁਣ ਐਡਵੋਕੇਟ ਦਲਜੀਤ ਸਿੰਘ ਛਾਬੜਾ ਨੂੰ ਟੈਲੀਫੋਨ ਤੇ ਕਹਿਣਾ ਜੀ ਮੇਰੀ ਰਿਟਰਨ ਭਰ ਦਿਓ, ਮੈਂ ਤੁਹਾਨੂੰ ਟੈਲੀਫੋਨ ਕਰਨਾ, ਤੁਸੀਂ ਕਹਿਣਾ ਜੀ ਐਂ ਕਰੋ ਆਪਣੀ ਨਾ ਸਾਰੇ ਸਾਲ ਦੀਆਂ ਮਾਰਚ ਤੱਕ ਦੀਆਂ ਨਾ ਜਾ ਕੇ ਬੈਂਕ ਸਟੇਟਮੈਂਟ ਲਿਆ ਦਿਓ।
ਹੁਣ ਮੈਂ ਕੈਨੇਡਾ ਤੋਂ ਲੱਖ ਰੁਪਏ ਦੀ ਟਿਕਟ ਲਾ ਕੇ ਛਾਬੜਾ ਸਾਹਿਬ ਬੈਂਕ ਸਟੇਟਮੈਂਟ ਲੈ ਕੇ ਥੋੜਾ ਉਹਦਾ ਕੋਈ ਢੰਗ ਤਰੀਕਾ ਕੀ ਹੋ ਸਕਦਾ? ਨਹੀਂ ਬਾਟ ਸਾਹਿਬ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੈ ਆਨਲਾਈਨ ਸਭ ਕੁਝ ਹੈਗਾ ਜੀ। ਐਵੇਂ ਅਸੀਂ ਕਰਦੇ ਹਾਂ ਵੀ ਟਿਕਟ ਖਰੀਦ ਕੇ ਕੋਈ ਨਹੀਂ ਆਉਂਦਾ। ਠੀਕ ਹੈ। ਬੈਂਕਾਂ ਦੇ ਕੋਲ ਜਿਹਦਾ ਵੀ ਅਕਾਊਂਟ ਹੈਗਾ ਉਹਦਾ ਮੋਬਾਈਲ ਨੰਬਰ ਵੀ ਹੈਗਾ, ਉਹਦੀ ਈਮੇਲ ਹੈ ਜੀ। ਬੈਂਕ ਨੂੰ ਰਿਕੁਐਸਟ ਭੇਜੋ ਜੀ ਮੇਰੀ ਸਟੇਟਮੈਂਟ ਈਮੇਲ ਕਰ ਦਿਓ। ਠੀਕ ਹੈ। ਬੈਂਕ ਇਜ਼ ਬਾਉਂਡ ਟੂ ਸੈਂਡ ਯੂ ਦਾ ਈਮੇਲ। ਜੇ ਈਮੇਲ ਕਰਾਂਗੇ ਬੈਂਕ ਨੂੰ ਉਹ ਭੇਜਣਗੇ? ਹਾਂ, ਉਸੇ ਜਿਹੜੀ ਈਮੇਲ ਉਹਨਾਂ ਕੋਲ ਰਜਿਸਟਰਡ ਹੈ, ਹਾਂਜੀ। ਨਵੀਂ ਤੇ ਨਹੀਂ, ਉਹ ਮੈਨੂੰ ਨਹੀਂ ਭੇਜਣਗੇ ਜੀ। ਕਿ 2-4 ਕੇਸਾਂ 'ਚ ਇਦਾਂ ਹੋਇਆ। ਠੀਕ ਹੈ ਜੀ। ਅਸੀਂ ਆਪਣੇ ਸੈਸੀ ਨੂੰ ਕਹਿੰਦੇ ਨੇ ਕਲਾਇੰਟ ਨੂੰ ਵੀ ਇਹ ਤੇਰੀ ਉੱਥੇ ਰਜਿਸਟਰਡ ਹੈਗੀ ਈਮੇਲ, ਬੈਂਕ ਨੂੰ ਘਰ ਹੈ, ਬੈਂਕ ਦੀ ਈਮੇਲ ਆ ਜੀ। ਉਹਨੂੰ ਕੋਈ ਜੀ ਮੇਰਾ ਅਕਾਊਂਟ ਤੁਹਾਡੇ ਕੋਲ ਇਹ ਨੰਬਰ ਹੈਗਾ, ਮੈਨੂੰ ਫॉर ਟੈਕਸ ਪਰਪਸ ਇਹ ਸਟੇਟਮੈਂਟ ਇਸ ਪੀਰੀਅਡ ਦੀ ਚਾਹੀਦੀ ਹੈ ਜੀ। ਬੈਂਕ ਵਿਲ ਇਮੀਡੀਏਟਲੀ ਸੈਂਡ ਯੂ ਦੈਟ। ਜੇ ਬੈਂਕ ਨਹੀਂ ਭੇਜੇਗਾ ਤੇ ਡਿਲੇ ਦਾ ਉਹ ਫਾਲਟ ਵੀ ਉਹਨੂੰ ਆ ਜਾਂਦਾ। ਠੀਕ ਹੈ ਜੀ। ਉਹ ਤੁਹਾਡੇ ਕੋਲ ਆ ਗਈ, ਤੁਸੀਂ ਕੌਂਸਲ ਨੂੰ ਮੇਰੇ ਵਰਗੇ ਨੂੰ ਦੇ ਦੇਣੀ ਜਾਂ ਜਿਹੜਾ ਤੁਹਾਡਾ ਹੋਰ ਰਿਟਰਨ ਭਰਦਾ। ਤੇ ਅੱਜ ਕੱਲ੍ਹ ਰਿਟਰਨ ਆਨਲਾਈਨ ਹੈ, ਸਾਰੀਆਂ ਰਿਟਰਨਾਂ ਆਨਲਾਈਨ ਡਾਟਾ ਸਬਮਿਟ ਹੁੰਦਾ ਜੀ, ਰਿਟਰਨ ਆਨਲਾਈਨ ਚਲੇ ਜਾਣੀ। ਹੁਣ ਸਾਡੇ ਕੋਲ ਕਈ ਕਲਾਇੰਟਸ ਨੇ ਉੱਥੇ ਬੈਠੇ ਨੇ, ਉਹਨਾਂ ਦੀ ਰਿਟਰਨਾਂ ਇਨ ਟਾਈਮ ਜਾਂਦੀਆਂ। ਜਾਣੀ ਜੇ ਛਾਬੜਾ ਸਾਹਿਬ ਤੁਹਾਡੇ ਨੰਬਰ ਤੇ ਤੁਹਾਨੂੰ ਕੋਈ ਟੈਲੀਫੋਨ ਕਰਦਾ, ਤੁਹਾਡੀ ਆਪਣੀਆਂ ਸਟੇਟਮੈਂਟਾਂ ਭੇਜ ਦਿੰਦਾ, ਤੁਹਾਡੀ ਫੀਸ ਦੇ ਦਿੰਦਾ ਤੇ ਤੁਸੀਂ ਭਰ ਦਿਓਗੇ ਤੇ ਈਮੇਲ ਉਹਨੂੰ ਕਰ ਦਿਓਗੇ ਭਾਈ ਆ ਤੇਰਾ ਸੌਦਾ ਭੇਜ ਦਿੱਤਾ। ਬਾਟ ਸਾਹਿਬ, ਜੇ ਕੋਈ ਫੀਸ ਦੇ ਦੇਗਾ ਤੇ ਕਿਉਂ ਨਹੀਂ ਭਰਾਂਗੇ? ਠੀਕ ਹੈ, ਸਾਡਾ ਪ੍ਰੋਫੈਸ਼ਨ ਹੈ ਨਾ ਜੀ। ਜਿਹੜਾ ਵਿਅਕਤੀ ਸਾਨੂੰ ਆਪਣੇ ਡਾਕੂਮੈਂਟਸ ਦਿੰਦਾ ਇਨ ਟਾਈਮ ਉਹਦੀ ਰਿਟਰਨ ਫਾਈਲ ਹੋ ਜਾਂਦੀ, ਸਾਨੂੰ ਦੇਗਾ ਜਾਂ ਕਿਸੇ ਹੋਰ ਪ੍ਰੋਫੈਸ਼ਨਲ ਨੂੰ ਦੇਗਾ ਤੇ ਉਹਦੀ ਡਿਊਟੀ ਬਣਦੀ ਹੈ ਰਿਟਰਨ ਫਾਈਲ ਕਰਨੀ। ਉਹਨੂੰ ਉੱਥੇ ਬੈਠਿਆਂ ਕੋਈ ਪ੍ਰੋਬਲਮ ਨਹੀਂ ਆਉਂਦੀ। ਈਵਨ ਜਿਹੜੇ ਲੋਕ ਇੱਥੇ ਵੇਚ ਕੇ ਜਾਂਦੇ ਨੇ ਆਪਣੀਆਂ ਪ੍ਰਾਪਰਟੀਆਂ, ਜਿੱਦਾਂ ਮੈਂ ਦੱਸਿਆ ਰਿਟਰਨ ਤੇ ਫਾਈਲ ਹੋਣੀ ਜਾ ਕੇ ਅਗਲੇ ਸਾਲ ਉਹ ਵੀ ਰਿਟਰਨ ਭਰਨੀ ਜਾਂਦੀ ਹੈ। ਠੀਕ ਹੈ ਜੀ। ਫਿਰ ਜਿਹੜਾ ਟੈਕਸ ਬਣਦਾ, ਰਿਫੰਡ ਬਣਦਾ, ਉਹ ਸਾਨੂੰ ਨਹੀਂ ਆਣਾ ਜੀ। ਅੱਜ ਕੱਲ੍ਹ ਜਿਹੜਾ ਰਿਫੰਡ ਵੀ ਹੈਗਾ ਡਾਇਰੈਕਟਲੀ ਤੁਹਾਡੇ ਬੈਂਕ ਅਕਾਊਂਟ 'ਚ ਜਾਣਾ, ਜਿਹੜਾ ਅਸੀਂ ਉੱਥੇ ਦਿੱਤਾ ਹੋਏਗਾ। ਤਾਂ ਇਹ ਨਹੀਂ ਕਿ ਤੁਹਾਡੇ ਕੋਲ ਆ ਗਿਆ ਤਾਂ ਅਸੀਂ ਮੁੜ ਕੇ ਮੰਗਦੇ ਫਿਰੀਏ ਸ਼ਾਇਦ ਦਾ ਪੈਸੇ ਦੇ ਦਿਓ। ਕਿਤੇ ਨਹੀਂ ਆਂਦਾ, ਹੁਣ ਤੁਹਾਡੇ ਬੈਂਕ 'ਚ ਡਾਇਰੈਕਟਲੀ ਰਿਮਿਟ ਹੋਣਾ। ਠੀਕ ਹੈ ਜੀ। ਨਾ ਕੋਈ ਚੈੱਕ ਆਉਣਾ। ਅੱਗੇ ਪਹਿਲਾਂ ਪੁਰਾਣੇ ਜ਼ਮਾਨੇ ਖਤਮ ਹੋ ਗਏ, ਹੁਣ ਸਾਰਾ ਡਿਜੀਟਾਈਲ ਹੈ। ਠੀਕ ਹੈ ਜੀ। ਪੁਰਾਣੇ ਜ਼ਮਾਨੇ ਹੁਣ ਨਹੀਂ ਹੈਗੇ। ਅੱਗੇ ਹੁੰਦਾ ਸੀ ਚੈੱਕ ਹੀ ਆਉਂਦਾ ਸੀਗਾ ਤੇ 2-3 ਮਹੀਨੇ ਨਹੀਂ ਹੋਇਆ ਤੇ ਫਿਰ ਉਹ ਰਿਨਿਊਵਲ ਵਾਸਤੇ ਭੇਜੀਦਾ ਸੀਗਾ। ਹੁਣ ਤੇ ਅਸੀਂ ਉਹ ਇੱਕ ਬੈਂਕ ਅਕਾਊਂਟ ਵੀ ਉਹ ਜਿਹੜਾ ਵੈਲੀਡੇਟ ਹੋਇਆ ਹੁੰਦਾ ਜੀ। ਮੈਂ ਬੈਂਕ ਅਕਾਊਂਟ ਆਪਣਾ ਦਿੱਤਾ, ਨਾਲ ਵੈਲੀਡੇਸ਼ਨ ਵਾਸਤੇ ਰਿਕੁਐਸਟ ਭੇਜ ਦੇਣੀ ਹੈ, ਉਹਨਾਂ ਨੇ ਪੈਨ ਦੇ ਨਾਲ ਦੇਖ ਲੈਣਾ ਅਟੈਚ ਹੋਇਆ ਵੈਲੀਡੇਟ, ਉਸ ਅਕਾਊਂਟ 'ਚ ਮੇਰੇ ਪੈਸੇ ਕ੍ਰੈਡਿਟ ਹੋ ਜਾਣਗੇ ਰਿਫੰਡ ਦੇ। ਠੀਕ ਹੈ ਜੀ। ਮੈਂ ਇੱਕ ਗੱਲ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਦੱਸਦਾ ਕਿ ਤੁਸੀਂ ਡਰਨਾ ਘਬਰਾਉਣਾ ਨਹੀਂ, ਅਸੀਂ ਤੁਹਾਨੂੰ ਡਰਾ ਨਹੀਂ ਰਹੇ। ਜਾਣੀ ਕਿ ਬਹੁਤ ਸਾਰੀਆਂ ਚੀਜ਼ਾਂ ਚੁੱਪ ਕਰਕੇ ਚਲੀ ਜਾਂਦੀਆਂ ਤੇ ਕਈ ਬੰਦੇ ਹੁੰਦੇ ਉਹ ਕਹਿੰਦੇ ਜੀ ਮੈਂ ਡਾਕਟਰ ਕੋਲ ਨਹੀਂ ਜਾਂਦਾ, ਮੈਂ ਟੈਸਟ ਨਹੀਂ ਕਰਾਉਂਦਾ, ਫਿਰ ਕਈ ਕੁਝ ਨਿਕਲ ਆਉਂਦਾ। ਤੇ ਇਹਦੇ ਵਿੱਚ ਵੀ ਮੈਨੂੰ ਲੱਗਦਾ ਹੁੰਦਾ ਵੀ ਇਦਾਂ ਹੀ ਆ ਵੀ ਅਸੀਂ ਕਹਿੰਦੇ ਯਾਰ ਚੱਲੀ ਜਾਂਦਾ ਹੈ। ਛਾਬੜਾ ਸਾਹਿਬ, ਮੈਂ ਇੱਕ ਪੁੱਛਣਾ ਹੈ, ਬਹੁਤ ਸਾਰੇ ਲੋਕ ਨੇ ਅਣਭੋਲ, ਅਣਜਾਣ, ਹੋ ਸਕਦਾ ਕੋਈ ਨਾ ਕੋਈ ਜਾਣ ਬੁੱਝ ਕੇ ਵੀ, ਉਹ ਕਹਿੰਦੇ ਜੀ ਇੱਧਰ ਵੀ ਆਧਾਰ ਕਾਰਡ ਬਣਾ ਕੇ ਰੱਖਣਾ ਹੈ, ਇੱਧਰ ਵੀ ਆ ਸਾਰਾ ਕੁਝ ਕਰਕੇ ਰੱਖਣਾ, ਆਪਾਂ ਦੱਸਣਾ ਹੀ ਨਹੀਂਗਾ, ਆਪਾਂ ਤਾਂ ਹਰ ਸਾਲ ਜਾਈਦਾ 2-4 ਮਹੀਨੇ, ਚੱਲੀ ਜਾਂਦਾ ਕੰਮ, ਪਰ ਹੈ ਕਾਨੂੰਨੀ ਤੌਰ ਤੇ ਅਪਰਾਧ? ਦੇਖੋ ਜੀ, ਬੜਾ ਵੱਡਾ ਅਪਰਾਧ ਹੈ ਜੀ ਇਹ ਹੁੰਦਾ ਨਾ ਵੈਸੇ। ਨੌਨ ਰੈਜ਼ੀਡੈਂਟ ਵਾਸਤੇ ਜਿਹੜਾ ਆਧਾਰ ਕਾਰਡ ਨਹੀਂ ਹੈ। ਠੀਕ ਹੈ ਜੀ। ਹੁਣ ਉਹਨਾਂ ਨੇ ਪਿਛਲੇ ਸਾਲ ਇੱਕ ਨੋਟੀਫਿਕੇਸ਼ਨ ਕੀਤੀ ਸੀਗੀ ਵੀ ਜਿਹਦੇ ਕੋਲ OCI ਹੈਗਾ ਜੀ, ਉਹ ਆਧਾਰ ਕਾਰਡ ਲੈ ਸਕਦਾ। ਠੀਕ ਹੈ। ਆਧਾਰ ਕਾਰਡ ਲੈਣ ਉਹਨੂੰ ਇੱਥੇ ਆਉਣਾ ਪੈਣਾ, ਪਰ ਉਹਦੇ 'ਚ ਡਾਟਾ ਹੋਏਗਾ ਸਾਰਾ ਉਹਦਾ ਵੀ ਇਹ ਨੌਨ ਰੈਜ਼ੀਡੈਂਟ ਹੈ। ਠੀਕ ਹੈ ਜੀ। ਮੇਰੇ ਵਰਗਾ ਜਿਹੜਾ ਮੈਨੂੰ ਆਧਾਰ ਕਾਰਡ ਮਿਲਿਆ ਉਹਨੇ ਸੇਮ ਚੀਜ਼ ਹੈ, ਪਰ ਉੱਥੇ ਐਡਰੈਸ ਤੁਹਾਡਾ ਉੱਥੋਂ ਦਾ ਹੋਏਗਾ ਤੇ ਜਿਹੜੀ ਅਥਾਰਟੀ ਦੇਖੇਗੀ ਉੱਥੋਂ ਪਤਾ ਲੱਗਦਾ ਨੌਨ ਰੈਜ਼ੀਡੈਂਟ ਹੈ। ਸਾਨੂੰ ਇੱਕ ਉਹਨਾਂ ਨੇ ਕਹਿ ਦਿੱਤਾ ਤਾਂ ਕਿ ਡੇ ਟੂ ਡੇ ਕੰਮ ID ਬਣ ਜਾਂਦੀ ਹੈ ਨਾ, ਲੋਕਲ ID ਬਣ ਗਈ ਤੁਹਾਡੀ ਇੱਕ, ਉਹਦੇ ਵਾਸਤੇ ਉਹਨਾਂ ਨੇ ਤੁਹਾਨੂੰ ਫੈਸਿਲਿਟੀ ਦੇ ਦਿੱਤੀ ਆਧਾਰ ਕਾਰਡ ਐਕਟ ਦੇ ਅੰਡਰ, ਪਰ ਉਹ ਮਿਸਯੂਜ਼ ਕਰਨ ਵਾਸਤੇ ਨਹੀਂ ਹੈ। ਠੀਕ ਹੈ। ਹੁਣ ਜਿਨ੍ਹਾਂ ਦੇ ਕੋਲ ਪੁਰਾਣੇ ਆਧਾਰ ਕਾਰਡ ਪਏ ਨੇ, ਮੈਂ ਪਹਿਲਾਂ ਦੱਸਿਆ ਸੀ ਵੀ ਸਰੈਂਡਰ ਕਰਨ ਦੀ ਪ੍ਰੋਵੀਜ਼ਨ ਅਜੇ ਕੋਈ ਨਹੀਂ, ਪਰ ਸਾਡੀ ਰਿਕੁਐਸਟ ਇੰਨੀ ਬੇਨਤੀ ਹੁੰਦੀ ਹੈ ਵੀ ਉਹਨੂੰ ਮਿਸਯੂਜ਼ ਨਾ ਕਰੋ ਜੀ। ਜੇ ਤੁਸੀਂ ਉਹ ਇੰਟਾਈਟਲਡ ਨਹੀਂ ਉਹਨੂੰ ਯੂਜ਼ ਕਰਨ ਦੇ ਤਾਂ ਨਾ ਕਰੋ। ਇੱਥੇ ਆਏ ਕਰਕੇ ਚਲੇ ਗਏ, ਬਾਅਦ 'ਚ ਪਤਾ ਲੱਗਿਆ ਤੇ ਨੌਨ ਰੈਜ਼ੀਡੈਂਟ ਸੀਗਾ ਜੀ, ਹੈ ਨਾ, ਫਿਰ ਅਫੈਂਸ ਤੇ ਬਣਦਾ ਹੀ ਹੈ ਨਾ ਤੁਹਾਡਾ। ਛਾਬੜਾ ਸਾਹਿਬ, ਸਧਾਰਨ ਲੱਖਾਂ ਬੰਦੇ ਹੋਣੇ ਜਿਹੜੇ ਆਪਣੇ ਪ੍ਰੋਗਰਾਮ ਸੁਣਨਗੇ, ਆ ਹੁਣ ਸਿਆਲਾਂ ਨੂੰ ਆ ਜਾਣਾ ਸਾਰਿਆਂ ਨੇ ਜੀ, ਵਿਆਹ ਵੀ ਤੇ ਹੈ ਨਾ, ਜੇ ਉਹ ਕਹਿਣ ਕਿ ਯਾਰ ਵੀ ਉਹਨਾਂ ਨੂੰ ਡਰਨਾ ਚਾਹੀਦਾ ਕਿ ਮੈਂ ਸਧਾਰਨ ਅਕਾਊਂਟ ਅੱਜ ਤੱਕ ਰੱਖ ਛੱਡਿਆ, ਜਾਂ ਬੈਂਕ ਨੂੰ ਜਾ ਕੇ ਕਹਿਣ ਕਿ ਭਾਈ ਕਿੱਡਾ ਕੁ ਵੱਡਾ ਕੰਮ ਆ ਉਹ ਲੰਮਾ ਚੌੜਾ? ਡਰਨ ਦੀ ਕੋਈ ਲੋੜ ਨਹੀਂ। ਇਹ ਤਾਂ ਨਹੀਂ ਕਿ ਉੱਥੇ ਹੀ ਰੱਖ ਲੈਣਗੇ, ਬੈਂਕ ਵਾਲੇ ਬੰਨ ਲੈਣਗੇ ਫੜ ਕੇ। ਨਹੀਂ ਜੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬੈਂਕਿੰਗ ਪ੍ਰਣਾਲੀ ਨੇ ਅਜੇ ਤੱਕ ਕੋਈ ਉਹਦੀ ਪੈਨਲਟੀ ਨਹੀਂ ਲਾਈ ਜੀ, ਭਈ ਮੈਂ ਇੰਨੇ ਪੈਸੇ ਜਮ੍ਹਾਂ ਕਰਾਓ, ਤੁਹਾਨੂੰ ਕੋਈ ਇਨਕੁਆਇਰੀ ਨਹੀਂ ਕਰਦਾ। ਤੁਸੀਂ ਜਾਓ ਵੀ ਅਸੀਂ ਨੌਨ ਰੈਜ਼ੀਡੈਂਟ ਆ ਜੀ, KYC ਉੱਥੋਂ ਦੀ ਦਿਓ। KYC ਤੋਂ ਬਾਅਦ ਨੋ ਯੂਰ ਕਲਾਇੰਟ ਉਹਨਾਂ ਨੇ ਰੱਖਿਆ, ਉਹਦੇ 'ਚ ਪਾਸਪੋਰਟ ਤੁਹਾਡਾ ਹੁੰਦਾ ਤੇ ਉੱਥੋਂ ਦੀ ਜਿਹੜੀ ਹੈਗੀ ਹੈ ਐਡਰੈਸ ID ਇੱਕ। ਇਨਕਮ ਟੈਕਸ ਦੇ ਵਿੱਚ ਐਡਰੈਸ ID ਅਜੇ ਲਾਇਸੈਂਸ ਨਹੀਂ ਚੱਲਦਾ। ਬੈਂਕ ਦੇ ਵਿੱਚ ਤੁਹਾਡਾ ਡਰਾਈਵਿੰਗ ਲਾਇਸੈਂਸ ਤਾਂ ਅੱਜ ਕੱਲ੍ਹ ਐਡਰੈਸ ਆਉਂਦਾ, ਪਹਿਲਾਂ ਨਹੀਂ ਸੀ ਆਉਂਦਾ। ਹੁਣ ਉਹ ਡਰਾਈਵਿੰਗ ਲਾਇਸੈਂਸ ਨਾਲ ਲੈ ਲੈਂਦੇ ਨੇ ਐਡਰੈਸ ਵਾਸਤੇ ਤੇ ਤੁਹਾਡਾ ਪਾਸਪੋਰਟ, ਤਾਂ ਤੁਹਾਨੂੰ NRO ਅਕਾਊਂਟ ਉਸ ਦੈਨ ਐਂਡ ਦੇਅਰ
ਅਕਾਊਂਟ ਨੰਬਰ ਸੇਮ ਰਹਿੰਦਾ ਜੀ। ਇੱਕ ਚੀਜ਼ ਬਿਊਟੀ ਹੈ ਵੀ ਤੁਹਾਡਾ ਅਕਾਊਂਟ ਨੰਬਰ ਨਹੀਂ ਬਦਲੇਗਾ। ਕਈ ਨਾ ਪੈਨਸ਼ਨ ਧਾਰਕ ਜਿਹੜੇ ਹੈਗੇ ਨੇ ਲੋਕ ਪੈਨਸ਼ਨ ਵਾਲੇ, ਉਹਨਾਂ ਨੇ ਆਪਣੇ ਪੈਨਸ਼ਨ ਰਿਕਾਰਡ 'ਚੋਂ ਅਕਾਊਂਟ ਨੰਬਰ ਲਾਇਆ ਹੁੰਦਾ। ਹੁਣ ਉਹਨਾਂ ਨੂੰ ਡਰ ਹੁੰਦਾ ਵੀ ਜੇ ਮੈਂ ਬਦਲਾਂਗਾ ਤੇ ਮੈਨੂੰ ਉੱਥੇ ਜਾ ਕੇ ਵੀ ਚੇਂਜ ਕਰਾਉਣਾ ਪੈ, ਮੇਰੀ ਪੈਨਸ਼ਨ ਨਾ ਰੁਕ ਜਾਏ। ਉਹਨਾਂ ਵਾਸਤੇ ਮੈਂ ਦੱਸ ਦੇਣਾ ਜ਼ਰੂਰੀ ਚਾਹੁੰਦਾ ਜੀ, ਬੈਂਕ ਅਕਾਊਂਟ ਨੰਬਰ ਨਹੀਂ ਬਦਲਦਾ। ਠੀਕ ਹੈ ਜੀ। ਇੱਕ ਸਟੇਟਸ ਬਦਲਦਾ ਅਕਾਊਂਟ ਦਾ, ਇੱਕੋ ਦਿਨ 'ਚ ਨਿਬੜ ਜਾਂਦਾ ਕੰਮ, ਸੇਮ ਡੇ ਜੀ। ਉਹ ਤੁਹਾਡੇ ਕੋਲ ਅੱਜ ਕੱਲ੍ਹ ਸਿਸਟਮ ਥੋੜਾ ਜਿਹਾ ਇਦਾਂ ਕੀਤਾ ਹੋਇਆ ਵੀ ਬ੍ਰਾਂਚ ਵਾਈਜ਼ ਇੱਕ ਬ੍ਰਾਂਚ ਨੂੰ ਉਹਨਾਂ ਨੇ ਫੁੱਲੀ ਅਥਰਾਈਜ਼ ਨਹੀਂ ਕੀਤਾ ਜੀ। ਉਹ ਤੁਹਾਡੇ ਕੋਲ ਡਾਕੂਮੈਂਟ ਸਾਰੇ ਲੈ ਲੈਣਗੇ ਤੇ ਪ੍ਰੋਸੈਸਿੰਗ ਵਾਸਤੇ ਹੈੱਡ ਆਫਿਸ ਭੇਜ ਦਿੰਦੇ ਨੇ। 2 ਦਿਨ ਲੱਗ ਜਾਣਗੇ, ਬੜੀ ਹੱਦ 2-4 ਦਿਨ ਉਹ ਕਰ ਦੇਣਾ। ਉਹਨਾਂ ਨੇ ਕੋਈ ਆਬਜੈਕਸ਼ਨ ਤੇ ਆਣਾ ਕੋਈ ਨਹੀਂ, ਕਿਉਂਕਿ ਜਿਹੜੀ ਲਿਸਟ ਉਹਨਾਂ ਨੇ ਹੈੱਡ ਆਫਿਸ ਦਿੱਤੀ ਉਹੀ ਡਾਕੂਮੈਂਟ ਤੁਹਾਡੇ ਕੋਲ ਮੰਗਣੇ ਉਹਨਾਂ ਨੇ, ਉਹ ਨਾਲ ਲਾ ਕੇ ਉਹਨਾਂ ਨੇ ਭੇਜ ਰਿਕੁਐਸਟ ਭੇਜ ਦੇਣੀ ਹੈ। ਹੁੰਦਾ ਕੀ ਹੈ, ਉਹ ਇੱਕ ਡਾਟਾ ਜਿਹੜਾ NRI ਦਾ ਅਲੱਗ ਤਿਆਰ ਹੋ ਜਾਂਦਾ। ਹੁਣ ਪੈਨ ਕਾਰਡ ਲੋਕਾਂ ਨੇ ਲਏ ਹੋਏ ਨੇ, ਜਿਹੜੇ ਪੁਰਾਣੇ ਇੱਥੇ ਸੀ ਪੈਨ ਕਾਰਡ ਉਹਦੇ ਜਨਰਲ ਹੈ ਨਾ। ਪੈਨ ਦਾ ਮਤਲਬ ਕੀ ਪਰਮਾਨੈਂਟ ਅਕਾਊਂਟ ਨੰਬਰ ਜੀ, ਦੈਟ ਪਰਮਾਨੈਂਟ ਉਹ ਜਿਹੜਾ ਕਦੇ ਬਦਲੇ ਨਾ। ਉਹ ਜਿਹੜਾ ਤੁਹਾਨੂੰ ਡਿਪਾਰਟਮੈਂਟ ਨੇ ਪੈਨ ਦੇ ਦਿੱਤਾ ਨੰਬਰ, ਉਹ ਸਦਾ ਹੀ ਰਹਿਣਾ ਨਾ। ਪਰ ਜਿਹੜੇ ਅਸੀਂ ਨੌਨ ਰੈਜ਼ੀਡੈਂਟ ਹੋ ਜਾਂਦੇ ਆ, ਸਾਡੀ ਇੱਕ ਡਿਊਟੀ ਬਣਦੀ ਹੈ ਟੂ ਰੀਅਪਲਾਈ ਪੈਨ ਅਮੈਂਡਮੈਂਟ ਵਾਸਤੇ। ਅਮੈਂਡਮੈਂਟ ਵਾਸਤੇ ਫਾਰਮ ਅਲੱਗ ਹੈ ਜੀ। ਤੁਹਾਨੂੰ ਪੈਨ ਨੰਬਰ ਉਹੀ ਲੱਗਾ ਹੋਏਗਾ, ਸਭ ਕੁਝ ਪਰਟੀਕੂਲਰ ਸੇਮ ਪਹਿਲੇ ਵਾਲੇ ਹੋਣਗੇ। ਇੰਨਾ ਜ਼ਰੂਰ ਫਰਕ ਹੈ, ਜਿਹਦੇ ਪੁਰਾਣੇ ਨੇ ਉਹਦੇ ਕੋਲ ਕਾਲੇ ਜਿਹੇ ਕਾਰਡ ਹੁੰਦੇ ਸੀਗੇ, ਹੁਣ ਉਹ ਦੂਜੇ ਬਣ ਗਏ ਨੇ ਸਮਾਰਟ ਕਾਰਡ, ਉਹ ਆਏਗਾ ਸੇਮ ਪੈਨ ਨੰਬਰ, ਸੇਮ ਤੁਹਾਡੇ ਪਰਟੀਕੂਲਰ ਡੇਟ ਆਫ ਬਰਥ, ਫਾਦਰ ਨੇਮ ਐਂਡ ਆਪਣਾ। ਪਰ ਜਿਹੜਾ ਉਹਨਾਂ ਦਾ ਮਾਸਟਰ ਡਾਟਾ ਡਿਪਾਰਟਮੈਂਟ ਦਾ, ਉਹਦੇ 'ਚ ਤੁਹਾਡਾ NRI ਆ ਜਾਏਗਾ। ਉਹ ਜ਼ਰੂਰੀ ਹੈ ਜੀ ਕਰਾਉਣਾ? ਉਹ ਜ਼ਰੂਰੀ ਹੈ ਕਰਾਉਣਾ ਕਾਨੂੰਨੀ ਤੌਰ ਤੇ। ਕਾਨੂੰਨੀ ਤੌਰ ਇਸ ਕਰਕੇ ਵੀ ਤੁਹਾਡਾ ਜੁਰਿਸਡਿਕਸ਼ਨ NRI ਦਾ ਅਲੱਗ ਹੈ। ਠੀਕ ਹੈ ਜੀ। ਅਸੀਂ ਨਹੀਂ ਕਰਦੇ ਅਪਰਾਧ, ਜਿਸਲੇ ਪਕੜੇ ਜਾਓਗੇ ਅਗਲੇ ਕਰਨਗੇ। ਪਰ ਅਜੇ ਤੱਕ ਤੇ ਸਾਨੂੰ ਇਦਾਂ ਦਾ, ਮੈਂ ਵੀ ਕਲੀਅਰ ਵੀ ਕਹਿ ਦਿੰਦਾ ਮੈਂ, ਅਜੇ ਤੱਕ ਇਦਾਂ ਦੀ ਕੋਈ ਪ੍ਰੋਸੀਕਿਊਸ਼ਨ ਕਿਸੇ ਨੇ ਲਾਂਚ ਨਹੀਂ ਕੀਤੀ, ਤੁਸੀਂ ਕਿਉਂ ਨਹੀਂ ਕਰਾਇਆ ਜੀ। ਪਰ ਜਿਹੜਾ ਲਾਅ ਹੈ ਉਹ ਲਾਅ ਹੈ। ਠੀਕ ਹੈ ਜੀ। ਇਹ ਬੜਾ ਲਿਬਰਲ ਹੋਏਗਾ, ਕੀ ਪਤਾ ਕੱਲ ਨੂੰ ਸ਼ੁਰੂ ਕਰ ਦੇਣ ਨੇ, ਫਿਰ ਤੇ ਲਾਈਨਾਂ ਲੱਗ ਜਾਣੀਆਂ ਨੇ ਇੱਥੇ। ਅਭੀ ਇੱਥੇ ਤਾਂ ਇੱਕੋ ਮਿੰਟ 'ਚ ਹੋ ਜਾਣਾ ਕਿ ਆਹ ਨੋਟ ਜਮ੍ਹਾਂ ਕਰਾ ਦਿਓ ਵੀ, ਇਹ ਹੁਣ ਨਹੀਂ ਚੱਲਣੇ। ਮਿੰਟ ਤਾਂ ਇੱਕੋ ਹੀ ਲੱਗਣਾ ਹੈ, ਇੱਕੋ ਹੀ ਲੱਗਣਾ ਹੈ। ਅੱਛਾ ਛਾਬੜਾ ਸਾਹਿਬ, 4 ਚੀਜ਼ਾਂ ਕਲੀਅਰ ਹੋਈਆਂ ਮੈਨੂੰ ਸੀ ਕਿ ਉਹ ਕਰ ਲਈਏ। ਇੱਕ ਪਹਿਲੀ ਗੱਲ ਕਿ ਨਾ 2 ਨੰਬਰ 'ਚ ਪੈਸੇ ਮੰਗਾਉਣੇ, ਨਾ ਭੇਜਣੇ। ਹੁਣ 2 ਨੰਬਰ ਦੀ ਮੈਂ ਹੋਰ ਕਲੀਅਰ ਕਰ। ਅੱਛਾ। ਪਿਛਲੀ ਮੇਰੀ ਫੇਰੀ ਜਿਹੜੀ ਸੀਗੀ ਕੈਨੇਡਾ ਦੀ, ਉੱਥੇ ਮੈਨੂੰ ਪਤਾ ਲੱਗਾ ਵੀ ਅੱਜ ਕੱਲ 2 ਨੰਬਰ ਦੇ ਪੈਸੇ ਕਿੱਦਾਂ ਮੰਗਾਉਂਦੇ ਨੇ। ਕਈ ਵਾਰੀ ਵਿੱਚ ਵੜ ਕੇ ਪਤਾ ਲੱਗ ਜਾਂਦਾ। ਇੱਥੇ ਹਵਾਲੇ 'ਚ ਪੈਸੇ ਦੇ ਦਿੰਦੇ ਨੇ। ਮੈਂ ਕਲੀਅਰ, ਕੋਈ ਪ੍ਰੋਬਲਮ ਨਹੀਂ ਆਉਂਦੀ, ਸਾਨੂੰ ਡਿਸਕਸ ਕਰ ਲੱਗਾ ਪਬਲਿਕਲੀ, ਕਿਉਂਕਿ ਚੱਲਦਾ। ਉੱਥੇ ਲੋਕੀ ਬੈਂਕਾਂ 'ਚ ਟ੍ਰਾਂਸਫਰ ਲੈਂਦੇ ਨੇ ਵੀ, ਜਾਣੀ ਉੱਥੇ ਤੁਹਾਨੂੰ ਕਹਿ ਦੇਣਾ ਕਿ ਇੱਥੇ ਪੈਸੇ ਤੁਹਾਨੂੰ ਅਸੀਂ ਬੈਂਕ ਟ੍ਰਾਂਸਫਰ ਉੱਥੇ ਦੇ ਦਿੰਦੇ ਹਾਂ। ਠੀਕ ਹੈ। ਲੈਣ ਵਾਲਾ ਬੰਦਾ ਕਹਿੰਦਾ ਜੀ ਇਹ ਬੈਂਕ ਟ੍ਰਾਂਸਫਰ ਆ ਗਈ, ਮੈਨੂੰ ਤਾਂ ਮਜ਼ਾ ਹੀ ਬੜਾ। ਮੈਨੂੰ ਇੱਕ ਦਿਨ ਉੱਥੇ ਡਿਸਕਸ਼ਨ ਸ਼ੁਰੂ ਹੋ ਗਈ ਵੀ ਸਾਡਾ ਤੇ ਬੈਂਕ 'ਚ ਆ ਗਿਆ ਪੈਸਾ। ਮੈਂ ਕਿਹਾ ਜੀ ਜਾਣੀ ਅਸੀਂ ਇੱਧਰੋਂ ਕੈਸ਼ ਦੇਤਾ ਉਹਨਾਂ ਨੂੰ, ਉਧਰ $10,000 ਤੁਹਾਡੇ ਖਾਤੇ 'ਚ ਪਾ ਦੇਣਾ। ਉਹ ਸਮੇਂ ਤੋਂ ਵਾਈਟ ਆ ਗਿਆ ਉਹਦਾ। ਮੈਂ ਕਿਹਾ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਤੁਸੀਂ ਉਸ ਬੰਦੇ, ਜਿਸ ਬੰਦੇ ਨੇ, ਜਿਸ ਏਜੰਸੀ ਨੇ ਤੁਹਾਨੂੰ ਪੈਸੇ ਦਿੱਤੇ, ਤੁਹਾਡੇ ਅਕਾਊਂਟ 'ਚ ਕ੍ਰੈਡਿਟ ਕੀਤੇ, ਭਾਵੇਂ ਵਾਈਰ ਟ੍ਰਾਂਸਫਰ ਕੀਤੇ ਜਾਂ ਤੁਹਾਨੂੰ ਉੱਥੇ ਚੈੱਕ ਦੇ ਦਿੱਤਾ, ਤੁਸੀਂ ਉਹਦੇ ਕੋਲੋਂ ਕੋਈ ਲੈਣੇ ਸੀ ਜੀ? ਕਹਿੰਦੇ ਨਹੀਂ। ਤੁਹਾਡੀ ਕੋਈ ਇਨਕਮ ਸੀ ਕਿ ਜਿਹੜੀ ਉਹਨੇ ਤੁਹਾਨੂੰ ਦੇਣੀ ਸੀ? ਕਹਿੰਦੇ ਨਹੀਂ। ਕਈ ਵਾਰ ਸੈਲਰੀ ਵਗੈਰਾ ਦੇਣੀ ਉਹਦੇ ਚੈੱਕ ਹੀ ਆਉਂਦੇ ਆ ਨਾ। ਤੁਸੀਂ ਕੋਈ ਉਧਾਰ ਦਿੱਤਾ ਸੀ ਉਹਨੂੰ ਜਿਹੜਾ ਵਾਪਸ ਆਇਆ? ਕਹਿੰਦੇ ਨਹੀਂ। ਮੈਂ ਕਿਹਾ ਜੇ ਕੱਲ ਨੂੰ ਤੁਹਾਨੂੰ ਕੋਈ ਅਨਪ੍ਰੋਫੈਸ਼ਨਲ ਬੰਦਾ ਟੱਕਰ ਗਿਆ, ਉਹਨੇ ਉਹ ਡੀਲ ਤੇ ਕੰਪਲੀਟ ਕਰ ਲਈ, ਵੀ ਉੱਥੇ ਉਹਦੀ ਏਜੰਸੀ ਨੇ ਫੜ ਲਿਆ, ਤੁਹਾਨੂੰ ਇਹਦੇ ਟ੍ਰਾਂਸਫਰ ਕਰਤਾ, ਸਾਲ ਬਾਅਦ ਕਹੇਗਾ ਜੀ ਮੇਰੇ ਪੈਸੇ ਵਾਪਸ ਕਰੋ ਜੀ। ਹੀ ਹੈਜ਼ ਗੋਟ ਅ ਰਿਕਾਰਡ ਵੀ ਮੈਂ ਤੁਹਾਨੂੰ ਇਸ ਡੇਟ ਨੂੰ ਪੈਸੇ ਭੇਜੇ ਨੇ। ਦਿੰਦੇ ਕਿਉਂ ਨਹੀਂ? ਤੁਹਾਨੂੰ ਮੈਂ ਉਧਾਰ ਦਿੱਤਾ ਸੀਗਾ। ਉੱਥੇ ਤੇ ਕੋਰਟਾਂ ਡਿਸਾਈਡ ਵੀ ਇਮੀਡੀਏਟਲੀ ਕਰਦੀਆਂ ਨੇ। ਬਹੁਤਾ ਲੰਬਾ ਸਮਾਂ ਨਹੀਂ ਲੱਗਦਾ। ਇੰਡੀਆ ਵਾਂਗ ਨਹੀਂ ਨਾ ਜੀ। ਮੈਂ ਕਿਹਾ ਫਿਰ ਤੁਸੀਂ ਕੀ ਕਰੋਗੇ? ਫਿਰ ਉਹ ਬੰਦਾ ਨਾ ਥੋੜਾ ਜਿਹਾ ਸੋਚਣਾ ਸ਼ੁਰੂ ਕਰ ਜੀ। ਸੋ ਇਹ ਹੈਗਾ ਵੀ ਜਿਹੜਾ ਕੰਮ ਗਲਤ ਹੈ, ਭਾਵੇਂ ਉਹਦੇ ਤੁਸੀਂ ਉਹਨੂੰ ਸੋ ਕਾਲਡ ਸਹੀ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕਰਦੇ ਹੋ, ਉਹ ਵੀ ਨਹੀਂ ਚਾਹੀਦਾ। ਰਿਸਕ ਇਨਵੋਲਵ ਉਹਦੇ ਵਿੱਚ। ਇੱਕ ਤਾਂ ਪੈਸੇ ਭੇਜਣ ਮੰਗਾਉਣ ਦਾ ਹੋ ਗਿਆ ਕਿ ਸਹੀ ਕਰੋ। ਦੂਸਰੇ ਨੰਬਰ ਦੇ ਉੱਤੇ ਹੋ ਗਿਆ ਸੀ ਕਿ ਭਾਈ ਜੇ ਤੁਸੀਂ NRI ਹੋ ਤਾਂ ਤੁਸੀਂ ਸਧਾਰਨ ਸੇਵਿੰਗ ਅਕਾਊਂਟ ਨਹੀਂ ਰੱਖਣਾ, ਉਹਨੂੰ NRO ਦੇ ਵਿੱਚ ਤਬਦੀਲ ਕਰੋ। ਜਿੰਨੀ ਜਲਦੀ ਹੋ ਸਕੇ ਕਰ ਲਓ। ਸਿਰਫ ਇੰਟਰਸਟ ਦੇ ਉੱਤੇ ਥੋੜਾ ਜਿਹਾ ਘਟਦੇ ਆ, ਸਿਰਫ ਇੰਟਰਸਟ। ਹਾਂਜੀ। ਤਾਂ ਇੰਟਰਸਟ ਕਿਤੇ ਕਿੰਨਾ ਕੁ ਪੈਂਦਾ? ਤੁਹਾਡਾ ਪੈਸਾ ਸੇਫ ਹੈ ਜੀ। ਉਹਦੇ ਤੋਂ ਬਾਅਦ ਤੀਸਰੀ ਗੱਲ ਜਿਹੜੀ ਆਪਾਂ ਕਲੀਅਰ ਕਰ ਲਈ ਸੀ ਕਿ ਪੈਨ ਕਾਰਡ ਨੂੰ ਵੀ ਆਪਾਂ ਥੋੜਾ ਜਿਹਾ ਇੱਕ ਰਿਕੁਐਸਟ ਫਾਰਮ ਵੀ ਭੇਜਣਾ, ਕੁਝ ਵੀ ਨਹੀਂ ਜੀ। ਇਹਦੇ ਤੋਂ ਬਿਨਾ ਕਿ ਆਪਾਂ ਜ਼ਮੀਨ ਜਦੋਂ ਵੇਚਣੀ ਆ ਤੇ ਉਦੋਂ ਕੀ ਕਰਨਾ, ਉਹ ਜਿਹੜਾ ਕਿ ਇੰਨੀ ਕੁ ਸਰਕਾਰੀ ਰੇਟ ਤੇ ਰਜਿਸਟਰੀ ਕਰਾ ਲਈਏ, ਦੂਜਾ ਉਹ ਵੀ ਗਲਤ ਹੈ। ਸਾਰਾ ਰਜਿਸਟਰੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿੰਨੀ ਤੁਹਾਡੀ ਠੀਕ ਹੈ, ਥੋੜੀ ਬਹੁਤੀ ਐਡਜਸਟਮੈਂਟ ਹੁੰਦੀ, ਪਰ ਤੁਸੀਂ ਕੁਝ ਮੇਰੇ ਕੋਲ ਸਾਨੂੰ ਕੇਸ ਆਏ ਨੇ ਪੂਰੀ ਕਰਾ ਕੇ ਆਉਂਦੇ ਨੇ ਜੀ। ਫੋਨ ਜਾਂਦੇ ਕਹਿੰਦੇ ਜੀ ਅਸੀਂ ਤੇ ਰਜਿਸਟਰੀ ਇਹਨਾਂ ਦੀ ਕਰਾਣੀ, ਜਿਹੜਾ ਬੰਦਾ ਮਗਰ ਲੱਗਾ ਕਹਿੰਦਾ ਲਓ ਜੀ ਕਰਾ ਲਓ। ਫਿਰ ਤੇ ਇੱਕ ਗੱਲ ਕਿ ਟੈਕਸ ਭਰਨਾ ਜ਼ਰੂਰੀ ਹੈ, ਕਿ ਜੇ ਤੁਸੀਂ ਟੈਕਸ ਭਰੋ ਭਾਵੇਂ 1 ਰੁਪਈਆ ਵੀ ਨਾ ਭਰੋ ਹੋਵੇ, ਤੁਸੀਂ ਥੱਲੇ ਹੀ ਆ ਜਾਓ।
ਬਿਲਕੁਲ ਟੈਕਸ ਭਰਨਾ ਜ਼ਰੂਰੀ ਹੈ। ਜਿੱਦਾਂ ਹੁਣ ਐਗਰੀਕਲਚਰ ਲੈਂਡ ਜਿਹੜੀਆਂ ਕਈਆਂ ਆਪਾਂ ਦਸੀਆਂ ਨੇ ਉਹ ਨਹੀਂ ਟੈਕਸ ਪੈਂਦਾ, ਤੇ ਫਿਰ ਕਿਉਂ ਨਾ ਰਿਟਰਨ ਭਰੋ ਜੀ। ਆਪੇ 1 ਮਿੰਟ ਹੀ ਲੱਗਣਾ। ਫਿਰ ਕੋਈ ਵੀ ਡੀਲ ਇੱਥੇ ਕਰਕੇ ਜਾਂਦੇ ਹੋ ਤੁਸੀਂ ਤੇ ਉਹਦੀ ਰਿਟਰਨ ਭਰਨੀ ਤੁਹਾਡੇ ਵਾਸਤੇ ਜ਼ਰੂਰੀ ਹੈ। ਛਾਬੜਾ ਸਾਹਿਬ ਇੱਕ ਚੀਜ਼ ਹੋਰ, ਮੇਰਾ ਬੈਂਕ ਅਕਾਊਂਟ ਇੱਥੇ ਹੈਗਾ, ਚਾਹੇ NRO ਆ ਚਾਹੇ ਜਿਹੜਾ ਮਰਜੀ, ਮੈਨੂੰ ਈਮੇਲ ਨਹੀਂ ਆਉਂਦੀ ਉੱਥੇ, ਮੈਂ ਈਮੇਲ ਵਰਤਦਾ ਹੀ ਨਹੀਂ ਸੀ ਅੱਗੇ ਬੈਂਕ ਤੋਂ। ਕੀ ਹੁਣ ਅਸੀਂ ਆਪਣੇ ਬੈਂਕ ਅਕਾਊਂਟ ਦੇ ਵਿੱਚ ਜਾ ਕੇ ਉੱਥੇ ਬੈਂਕ ਮੈਨੇਜਰ ਸਾਹਿਬ ਦੇ ਕੋਲੇ ਜਾ ਕੇ ਉਹਨਾਂ ਨੂੰ ਕਹਿ ਸਕਦੇ ਮੇਰੀ ਈਮੇਲ ਰਜਿਸਟਰਡ ਕਰ ਦਿਓ? ਅੱਜ ਕੱਲ੍ਹ ਤੇ WhatsApp ਇੱਕ ਬਹੁਤੇ ਬੈਂਕਾਂ ਨੇ ਜੀ ਦੇਖਿਆ ਇੱਕ ਪਰਫਾਰਮਾ ਬਣਾਇਆ ਹੋਇਆ ਜੀ, ਰਿਕੁਐਸਟ ਨੰਬਰ 1 2 3 ਸਾਰੀਆਂ ਲਿਖੀਆਂ, ਕੰਧਾਂ ਕੋਲਿਆਂ ਤੇ ਵੀ ਲਿਖ ਕੇ ਲਾਇਆ ਨਹੀਂ ਉੱਥੇ ਤੁਸੀਂ ਦੇਖੋ ਜਿਹੜਾ ਫਾਰਮ ਤੁਹਾਡੇ ਕੋਲ ਸਾਈਨ ਕਰਾਂ ਤਾਂ ਉੱਤੇ ਲਿਖਿਆ ਹੁੰਦਾ ਬ੍ਰਾਂਚ ਮੈਨੇਜਰ ਸੋ ਐਂਡ ਸੋ ਜੀ, ਥੱਲੇ 50 ਸਰਵਿਸਿਜ਼ ਲਿਖੀਆਂ ਨੇ ਜੀ, ਹਨਾ। ਜਿਹੜੀ ਕਰਨੀ ਜਦੋਂ ਟਿਕ ਕਰਕੇ ਥੱਲੇ ਸਾਈਨ ਕਰ ਦਿਓ ਵੀ ਮੈਂ ਚੈੱਕ ਬੁੱਕ ਲੈਣੀ ਹੈ ਉਹ ਟਿਕ ਕਰ ਦਿਓ, ਮੈਂ ਤੁਹਾਡੇ ਕੋਲ ਸਟੇਟਮੈਂਟ ਲੈਣੀ ਉਹ ਟਿਕ ਕਰ ਦਿਓ, ਮੈਂ NRO ਕਨਵਰਟ ਕਰਾਉਣਾ ਉਹ ਕਰ ਦਿਓ, ਮੈਂ ਈਮੇਲ ਐਡ ਕਰਾਣੀ ਹੈ, ਪਾਰਟਿਕੂਲਰ ਐਡ ਕਰਾਣੇ ਨੇ ਜੀ, ਕੰਮ ਹੀ ਕੋਈ ਨਹੀਂ ਹੈਗਾ। ਤੁਸੀਂ ਉਹ ਐਪਲੀਕੇਸ਼ਨ ਫਾਰਮ ਦੇਣਾ ਜੀ ਤਾਂ ਉਸੇ ਵੇਲੇ ਅਗਲੇ ਨੇ ਕਰ ਦੇਣੀ ਹੈ, ਫਿਰ ਆਪਾਂ ਨੂੰ ਕਰਾਉਣੀ ਚਾਹੀਦੀ ਹੈ। ਜਾਂ ਤਾਂ ਕੋਈ ਦਿੱਕਤ ਆਵੇ ਤਾਂ ਹੈਗੀ ਹੈ। ਛਾਬੜਾ ਸਾਹਿਬ ਬਹੁਤ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ। ਕੰਟੈਕਟ ਨੰਬਰ ਤੁਹਾਡਾ ਥੱਲੇ ਜਾ ਰਿਹਾ ਹੈ ਸਕਰੀਨ ਦੇ ਥੱਲੇ, ਕਿਸੇ ਨੇ ਕੋਈ ਇਹਦੇ ਵਿੱਚੋਂ ਕੰਮ ਧੰਦਾ ਕੋ ਹੋਇਆ ਤਾਂ ਤੁਹਾਡੇ ਨਾਲ ਸਲਾਹ ਕਰ ਲੈਣਗੇ, ਤੇ ਕੋਈ ਹੋਰ ਜਾਂਦੇ ਜੇ ਕੋਈ ਸਾਨੂੰ ਸਲਾਹ ਦੇਣੀ ਦੇ ਦਿਓ, ਵੈਸੇ ਹੀ ਰੱਜ ਗਿਆ ਸਲਾਹਾਂ ਨਾਲ। ਸਲਾਹ ਤਾਂ ਜਿਹੜੀ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹਰ ਕੰਮ ਕਰਨਾ ਚਾਹੀਦਾ। ਹੁਣ ਮੈਂ ਦੇਖਣਾ ਵੀ ਅਮਰੀਕਾ ਕੈਨੇਡਾ ਜਿਹੜੇ ਬੈਠੇ ਹੋਏ ਨੇ, ਅਸੀਂ ਕਾਨੂੰਨ ਦੇ ਦਾਇਰੇ 'ਚ ਕੰਮ ਨਹੀਂ ਕਰ ਰਹੇ ਜੀ, ਉੱਥੇ ਸਪੀਡ ਵੀ ਨਹੀਂ ਤੁਸੀਂ ਗੱਡੀ ਦੀ ਵਧਾਉਂਦੇ, ਐਕਸੀਡੈਂਟ ਕਰਨ ਤੋਂ ਵੀ ਡਰਦੇ ਹੋ, ਤੁਹਾਨੂੰ ਪਤਾ ਵੀ ਇੰਸ਼ੋਰੈਂਸ ਵੀ ਵੱਧ ਜਾਣੀ ਹੈ ਨਾ, ਸ਼ਰਾਬ ਪੀ ਕੇ ਗੱਡੀ ਵੀ ਨਹੀਂ ਚਲਾਉਂਦੇ ਜੀ, ਕਾਨੂੰਨ ਦੇ ਦਾਇਰੇ 'ਚ ਉੱਥੇ ਰਹਿੰਦੇ ਆ। ਉੱਥੇ ਦੀ ਛੱਡੋ, ਅਸੀਂ ਪੰਜਾਬ ਤੋਂ ਬਾਅਦ ਚੰਡੀਗੜ੍ਹ ਚਲੇ ਜਾਓ ਤਾਂ ਸਾਡੀ ਸਪੀਡ ਤੇ ਬ੍ਰੇਕਾਂ ਲੱਗ ਜਾਂਦੀਆਂ ਨੇ, ਕਿਉਂਕਿ ਉੱਥੇ ਵੀ ਕਾਨੂੰਨ ਹੈ, ਕਾਨੂੰਨ ਇੱਥੇ ਵੀ ਹੈ ਜੀ। ਜਿਹੜਾ ਕੰਮ ਅਸੀਂ ਕਾਨੂੰਨ ਦੇ ਦਾਇਰੇ 'ਚ ਕਰਕੇ ਰਹਿ ਕੇ ਕਰਾਂਗੇ ਉਹ ਤੁਹਾਡੇ ਮਾਈਂਡ ਨੂੰ ਸਕੂਨ ਦੇਗਾ। ਕਾਨੂੰਨ ਤੇ ਸਕੂਨ ਦੀ ਰਿਸ਼ਤੇਦਾਰੀ ਹੈ। ਬਿਲਕੁਲ ਠੀਕ ਹੈ। ਜੇ ਕਾਨੂੰਨ 'ਚ ਨਹੀਂ ਰਹੋਗੇ ਤਾਂ ਤੁਹਾਨੂੰ ਸਕੂਨ ਨਹੀਂ ਮਿਲਣਾ, ਤੇ ਜੇ ਸਕੂਨ ਲੈਣਾ ਤਾਂ ਕਾਨੂੰਨ 'ਚ ਰਹਿਣਾ ਪੈਣਾ, ਤੇ ਜੇ ਕਾਨੂੰਨ 'ਚ ਰਹੋਗੇ ਤਾਂ ਕੋਈ ਨੁਕਸਾਨ ਨਹੀਂ ਹੈ। ਬਿਲਕੁਲ ਠੀਕ, ਨਾ ਫਾਈਨੈਂਸ਼ੀਅਲੀ ਹੈ, ਨਾ ਤੁਹਾਨੂੰ ਕੋਈ ਟੈਨਸ਼ਨ ਆਉਂਦੀ ਇਸ ਚੀਜ਼ ਦੀ। ਤੇ ਮੇਰੀ ਤੇ ਇਹੀ ਬੇਨਤੀ ਹੁੰਦੀ ਹੈ, ਇਹੀ ਸਾਰਿਆਂ ਨੂੰ ਗਾਈਡੈਂਸ ਹੁੰਦੀ ਹੈ ਆਪਣੇ ਸਰੋਤਿਆਂ ਨੂੰ, ਬਈ ਕੋਈ ਵੀ ਕੰਮ ਜਿਹੜਾ ਕਰਨਾ ਜਿਸ ਬਾਰੇ ਨਹੀਂ ਵੀ ਪਤਾ ਤੇ ਉਹਦੇ ਬਾਰੇ ਪਹਿਲਾਂ ਪਤਾ ਕਰ ਲਓ। ਜੇ ਤੁਸੀਂ ਕਰਕੇ ਆ ਗਏ ਹੋ ਫਿਰ ਤੇ ਪਤਾ ਨਹੀਂ ਹੱਲ ਕੀ ਲੱਭਣਾ, ਇਹ ਨਹੀਂ ਪਤਾ ਹੁੰਦਾ। ਕਈਆਂ ਨੇ ਅਣਜਾਣੇ 'ਚ ਹੋ ਜਾਂਦੇ ਨੇ, ਫਿਰ ਤੇ ਚਲੋ ਕੇਸ ਟੂ ਕੇਸ ਡਿਪੈਂਡ ਕਰਦਾ, ਫਿਰ ਟੱਕਰਾਂ ਹੀ ਨੇ, ਬੰਦਾ ਮਾਰਦਾ ਹੀ। ਪਰ ਜੇ ਤੂੰ ਉਹ ਜਿੱਦਾਂ ਉਹ ਕਰਦੇ ਨਾ ਵੀ ਉਹ ਇੱਕ ਬੰਦਾ ਕਹਿੰਦਾ ਨਾ ਜੇ ਚਲਾ ਜਾਏ ਜੀ ਮੈਂ ਕਤਲ ਕਰਨਾ, ਤਾਂ ਜਦੋਂ ਵਕੀਲ ਸੁਣਾ ਦੇ ਤੇਰੇ ਤੇ 307 ਲੱਗਣੀ ਤਾਂ ਉਹ ਇਰਾਦਾ ਹਟਾ ਦੇਗਾ, 307 ਹੀ ਦੱਸੇਗਾ, ਤੇਰੀ ਸਜ਼ਾ ਉਮਰ ਕੈਦ ਵੀ ਹੋਣੀ ਹੈ। ਤੇ ਉਹ ਅਗਰ ਤੁਸੀਂ ਪੁੱਛ ਲਓਗੇ ਪਹਿਲਾਂ ਤੇ ਗਲਤ ਕੰਮ ਉੱਦਾਂ ਹੀ ਨਹੀਂ ਹੋਏਗਾ। ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਜੀ। ਤਾਂ ਆਪਣੀ ਲਾਈਫ ਤੁਸੀਂ ਉਸ ਕੰਟਰੀ 'ਚ ਗਏ ਹੋ, ਕਿਉਂਕਿ ਅਸੀਂ ਡਿਸਕਸ ਹੀ ਅੱਜ ਕਰਦੇ ਪਏ ਹਾਂ, ਸੋਹਣੇ ਕੰਟਰੀਆਂ 'ਚ ਗਏ ਹੋ ਜੀ, ਇੰਜੋਏ ਕਰਦੇ ਪਏ ਹੋ, ਤੇ ਅਗਰ ਅਸੀਂ ਇਹੀ ਨਾਲ ਲੈ ਕੇ ਚੱਲਣੀਆਂ ਨੇ ਜੀ, ਕੀ ਫਾਇਦਾ ਉਹਨਾਂ ਗੱਲਾਂ ਦਾ। ਛਾਬੜਾ ਸਾਹਿਬ ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ, ਸ਼ੁਕਰੀਆ, ਥੈਂਕ ਯੂ ਜੀ, ਰੱਬ ਰੱਖਾ। ਸ਼ੁਕਰੀਆ ਜੀ। ਸੋ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਮੈਂ ਇੱਕ ਗੱਲ ਦੱਸ ਦਿਆਂ ਭਾਈ, ਗਰਮੀ ਬੜੀ ਹੈ, ਠੰਡ ਵੀ ਬਹੁਤ ਹੋ ਜਾਣੀ ਹੈ, ਜਿੱਥੇ ਬਰਫਾਂ ਪੈਣੀਆਂ। ਬਿਲਕੁਲ ਤੁਹਾਨੂੰ ਡਰਾਉਣ ਦਾ ਕੋਈ ਇਰਾਦਾ ਨਹੀਂ ਸੀ। ਕਈ ਵਾਰੀ ਇਹ ਹੁੰਦਾ ਨਾ ਕਿ ਜੀ 15 ਸਾਲ ਪੁਰਾਣੀ ਗੱਲ ਸੀ, ਹੁਣ ਤਾਂ ਚੇਤਾ ਵੀ ਭੁੱਲ ਗਿਆ, ਕਾਗਜ਼ ਪੱਤਰ ਵੀ ਕੋਲ ਕੋਈ ਨਹੀਂ, ਆਹ ਸਰਕਾਰਾਂ ਨੇ ਪਤਾ ਨਹੀਂ ਕਿੱਥੋਂ ਕੰਮ ਕੱਢ ਲਿਆ। ਜਿਹੜਾ ਵੀ ਕੋਈ ਕੰਮ ਆਪਾਂ ਕਰ ਦਿੰਦੇ ਹਾਂ ਅਗਲਿਆਂ ਦੇ ਕੋਲੇ ਰਿਕਾਰਡ ਹੁੰਦਾ, ਕਦੇ ਵੀ ਹੱਥ ਆ ਜਾਂਦੇ ਆ। ਇਹ ਮਤ ਸੋਚੋ ਕਿ ਸਾਰੇ ਹੀ ਕਰਦੇ ਆ, ਆਪਾਂ ਨਾ ਕਿਤੇ ਫੜੇ ਜੇ, ਬਾਕੀ ਸਾਰੇ ਬਚ ਜਾਣੇ, ਜੇ ਫੜੇ ਗਏ ਤਾਂ ਆਪਾਂ ਹੀ ਫੜੇ ਜਾਣਾ। ਆ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਅੱਜ, ਬਹੁਤ ਸਾਰੇ NRIs ਨੇ ਜਿਹੜੇ ਇਹ ਸਵਾਲ ਸਾਡੇ ਕੋਲ ਕਰਦੇ ਸੀ, ਸਾਡੇ ਕੋਲ ਕੋਈ ਜਵਾਬ ਨਹੀਂ। ਅਸੀਂ ਤਾਂ ਤੁਹਾਡੇ ਵਰਗੇ ਭਾਈ ਐਕਸਪਰਟ ਬੰਦੇ, ਛਾਬੜਾ ਸਾਹਿਬ ਆਏ ਸੀ, ਉਹਨਾਂ ਤੋਂ ਪੁੱਛਤਾ। ਤੁਹਾਡਾ ਕੋਈ ਵੀ ਹੋਰ ਸਵਾਲ ਹੋਵੇ, ਤੁਹਾਨੂੰ ਕੋਈ ਚੀਜ਼ ਕਲੀਅਰ ਨਾ ਹੋਈ ਹੋਵੇ, ਜਿਹੜਾ ਕੋਈ ਮਸਲਾ ਰਹਿ ਗਿਆ ਤੁਸੀਂ ਉਹ ਦੱਸਣਾ ਹੋਵੇ, ਟਿੱਪਣੀਆਂ ਦੇ ਰੂਪ ਦੇ ਵਿੱਚ ਲਿਖ ਦਿਓ। ਆਪਾਂ ਹਫ਼ਤੇ ਤੱਕ ਛਾਬੜਾ ਸਾਹਿਬ ਨੂੰ ਹਾਕ ਇੱਦਾਂ ਹੀ ਫੇਰ ਮਾਰ ਲੈਣੀ ਆ। ਚਾਹ ਆਪਾਂ ਛਾਬੜਾ ਸਾਹਿਬ ਨੂੰ ਪਿਲਾ ਕੇ ਤੋਰੀ ਦਾ, ਤੇ ਆਪਾਂ ਚਾਹ ਦੇ 1 ਕੱਪ ਦਾ ਹੋਰ ਅਰੇਂਜਮੈਂਟ ਕਰ ਲਾਂਗੇ। ਪ੍ਰੋਗਰਾਮ ਜੇ ਤੁਹਾਨੂੰ ਠੀਕ ਲੱਗਾ, ਇਨਫੋਰਮੇਸ਼ਨ ਜਾਣਕਾਰੀ ਜੇ ਤੁਹਾਨੂੰ ਲੱਗਾ ਕਿ ਚੰਗੀ ਸੀ, ਤਾਂ ਫਿਰ ਜ਼ਰੂਰ ਭਾਈ ਲਾਈਕ ਤੇ ਸ਼ੇਅਰ ਵੀ ਕਰ ਦਿਓ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।